ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ BC ਦੇ ਵਿੱਚ ਇਲੈਕਸ਼ਨ 24 ਤਰੀਕ ਨੂੰ ਆ। ਇਸ ਵੇਲੇ ਪੂਰੀ ਗਹਿਮਾ ਗਹਿਮੀ ਹੋਈ ਆ। ਕੱਲ੍ਹ ਅਸੀਂ ਇੱਕ ਟਾਊਨ ਹਾਲ ਕੀਤਾ ਸਰੀ ਦੇ ਸਾਡੇ ਕੁਝ ਲੋਕਾਂ ਦੇ ਨਾਲ। ਅੱਜ ਅਸੀਂ ਉਹੀ ਗੱਲਬਾਤ ਜਿਹੜੀ ਕਰਨ ਦੇ ਲਈ ਐਬਸਫੋਰਡ ਸ਼ਹਿਰ ਦੇ ਵਿੱਚ ਗਿਆਨਜ਼ ਇੰਡੀਅਨ ਕੁਜ਼ੀਨ ਬਹੁਤ ਮਸ਼ਹੂਰ ਇੱਥੇ ਹੈਗਾ, ਗਿਆਨ ਸਵੀਟਸ ਤੁਸੀਂ ਸਾਰੇ ਜਾਣਦੇ ਹੋ। ਉਹਨਾਂ ਦੇ ਜਿਹੜੇ ਇੱਧਰਲੇ ਪਾਸੇ ਗਿਆਨਜ਼ ਇੰਡੀਅਨ ਕੁਜ਼ੀਨ ਦੇ ਉੱਤੇ ਪਹੁੰਚੇ ਆ, ਖਾਸ ਤੌਰ ਦੇ ਉੱਤੇ ਐਬਸਫੋਰਡ ਨਿਵਾਸੀਆਂ ਨਾਲ ਗੱਲਬਾਤ ਕਰਨ ਦੇ ਲਈ। ਥੋੜ੍ਹਾ ਚਿਰ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਇੱਥੋਂ ਦੇ ਕੈਂਡੀਡੇਟਸ ਨਾਲ, ਵੱਖ-ਵੱਖ ਪਾਰਟੀਆਂ ਦੇ, ਉਹਨਾਂ ਦੇ ਨਾਲ ਮੁੱਦੇ ਸਾਂਝੇ ਕੀਤੇ ਸੀ। ਅੱਜ ਅਸੀਂ ਕੈਂਡੀਡੇਟਸ ਨਾਲ ਨਹੀਂ, ਅੱਜ ਅਸੀਂ ਇੱਥੋਂ ਦੇ ਨਾਗਰਿਕਾਂ ਦੇ ਨਾਲ ਗੱਲਬਾਤ ਕਰਾਂਗੇ, ਜਿਹੜੇ ਇੱਥੇ ਦੇ ਸਿਟੀਜ਼ਨ ਨੇ, ਇੱਥੋਂ ਦੇ ਵੋਟਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਜਿਹੜੇ ਇੱਥੋਂ BC ਤੋਂ ਜਾਂ ਵੈਨਕੂਵਰ ਤੋਂ ਬਾਹਰ ਸਾਨੂੰ ਪੂਰੇ ਕੈਨੇਡਾ ਦੇ ਵਿੱਚ ਇਸ ਵੇਲੇ ਦੇਖਿਆ ਜਾ ਰਿਹਾ, ਉਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਐਬਸਫੋਰਡ ਸਰੀ ਦੇ ਨਾਲ ਲੱਗਦਾ ਸ਼ਹਿਰ ਆ। ਇੱਕ ਪਾਸੇ ਲੈਂਗਲੀ, ਇੱਕ ਪਾਸੇ ਚਿਲਾਵੈਕ, ਇੱਕ ਪਾਸੇ ਜਿਹੜਾ US ਬਾਰਡਰ ਆ, ਸੂਮਸ ਵਾਲਾ ਪਾਸਾ ਉਹ ਪੈਂਦਾ, ਫਰੇਜ਼ਰ ਰਿਵਰ ਆ, ਇਹਦੇ ਵਿੱਚ ਘਿਰਿਆ ਆ ਔਰ 1.5 ਲੱਖ ਦੀ ਪਾਪੂਲੇਸ਼ਨ ਆ ਇੱਥੇ ਦੀ। ਖਾਸ ਗੱਲ ਇਹਦੀ ਇਹ ਆ ਵੀ ਇੱਥੇ ਪੰਜਾਬੀਆਂ ਦੀ ਵਸੋਂ ਬਹੁਤ ਆ। ਜਿਹੜਾ ਮੈਟਰੋ ਵੈਨਕੂਵਰ ਜਾਂ ਸਰੀ, ਉਹਨਾਂ ਸਾਰੇ ਏਰੀਆਜ਼ ਤੋਂ ਬਾਅਦ ਜੇ ਕਿਤੇ ਪੰਜਾਬੀ ਵਸੋਂ ਵਸਦੀ ਆ ਤਾਂ ਉਹ ਇੱਥੇ ਆ। ਵਿਜ਼ੀਬਲ ਮਾਈਨੋਰਿਟੀਜ਼ ਵੀ ਤੀਜੇ ਨੰਬਰ ਦੇ ਉੱਤੇ ਜੇਕਰ ਪੂਰੇ ਕੈਨੇਡਾ ਦੇ ਵਿੱਚ ਦੇਖਿਆ ਜਾਵੇ ਤਾਂ ਐਬਸਫੋਰਡ ਦੇ ਵਿੱਚ ਆ। ਗ੍ਰੇਟਰ ਟੋਰਾਂਟੋ ਤੋਂ ਬਾਅਦ ਜਿਹੜਾ GTA ਤੋਂ ਬਾਅਦ ਗ੍ਰੇਟਰ ਜਿਹੜਾ ਮੈਟਰੋ ਵੈਨਕੂਵਰ, ਇਹਦੇ ਤੋਂ ਬਾਅਦ ਤੀਜੇ ਨੰਬਰ ਦੇ ਉੱਤੇ ਐਬਸਫੋਰਡ ਆਉਂਦਾ। ਏਰੀਆ ਬਹੁਤ ਵੱਡਾ ਆ ਇੱਥੇ ਦਾ। ਮੈਟਰੋ ਵੈਨਕੂਵਰ ਤੋਂ ਬਾਹਰ BC ਦੀ ਸਭ ਤੋਂ ਵੱਡੀ ਮਿਊਨਿਸਪੈਲਿਟੀ ਵੀ ਆ ਐਬਸਫੋਰਡ। ਇੱਥੇ ਦੇ ਇਸ਼ੂਜ਼ ਵੀ ਕੁਝ ਯੂਨੀਕ ਨੇ। ਆਮ ਤੌਰ 'ਤੇ ਜਦੋਂ ਅਸੀਂ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਹਾਂ ਜਾਂ ਸਾਡਾ ਜਿਹੜਾ ਪੰਜਾਬੀ ਮੀਡੀਆ ਉਹ ਬਹੁਤਾ ਵੈਨਕੂਵਰ ਦੇ ਵਿੱਚ, ਸਰੀ ਦੇ ਵਿੱਚ ਉੱਥੇ ਬੈਠਾ ਆ, ਉਹ ਸਾਰੀ ਗੱਲਬਾਤ ਉੱਥੇ ਹੀ ਸਿਮਟ ਕੇ ਰਹਿ ਜਾਂਦੀ ਆ। ਉਹਨਾਂ 5-7 ਰਾਈਡਿੰਗਸ ਦੀ ਗੱਲਬਾਤ ਹੁੰਦੀ ਆ, ਉੱਥੋਂ ਹੀ ਅਸੀਂ ਪੰਜਾਬੀ ਕਮਿਊਨਿਟੀ ਬਾਰੇ ਆਪਣਾ ਕਨਕਲੂਜਨ ਕਰ ਲੈਂਦੇ ਹਾਂ ਅਤੇ ਗੱਲ ਖਤਮ ਹੋ ਜਾਂਦੀ ਹੈ। ਐਬਸਫੋਰਡ ਇਸ ਵੇਲੇ ਜਾਂ ਮਿਸ਼ਨ, ਇਹ ਪੂਰੇ ਦਾ ਪੂਰਾ ਜਿਹੜਾ ਏਰੀਆ ਆ, 3 ਇੱਥੇ ਜਿਹੜੀਆਂ ਰਾਈਡਿੰਗਸ ਨੇ ਇਸ ਵੇਲੇ, ਐਬਸਫੋਰਡ ਸਾਊਥ, ਐਬਸਫੋਰਡ ਵੈਸਟ ਅਤੇ ਐਬਸਫੋਰਡ ਮਿਸ਼ਨ। ਉਹਨਾਂ ਤਿੰਨਾਂ ਦੇ ਵਿੱਚ ਬਹੁਤ ਸਾਰਾ ਪੰਜਾਬੀ ਭਾਈਚਾਰਾ ਆ। ਸਰੀ ਤੋਂ ਬਾਅਦ ਜੇ ਕਿਤੇ ਹੁਣ ਲੋਕ ਮੂਵ ਹੋ ਰਹੇ ਆ ਜਾਂ ਜਿਹੜੇ ਨਵੇਂ ਆ ਰਹੇ ਆ ਜਾਂ ਉੱਥੋਂ ਵੀ ਲੋਕ ਮੂਵ ਹੋ ਰਹੇ, ਉਹ ਇਸ ਸ਼ਹਿਰ ਦੇ ਵਿੱਚ ਮੂਵ ਹੋ ਰਹੇ ਆ। ਤੁਸੀਂ ਯਾਦ ਹੋਊਗਾ ਤੁਹਾਨੂੰ ਕਿ ਜਿਹੜੇ ਵੱਡੇ ਵੱਡੇ ਜਿੰਨੇ ਕੌਨਸਰਟਸ ਹੁੰਦੇ ਆ, ਜਿੰਨੇ ਫੈਸਟੀਵਲ ਹੁੰਦੇ ਆ, ਚਾਹੇ ਉਹ ਕਿਸੇ ਵੱਡੇ ਵੱਡੇ ਗਾਇਕਾਂ ਦੇ ਹੋਣ, ਉਹ ਹੁਣ ਮੈਟਰੋ ਵੈਨਕੂਵਰ 'ਚ ਨਹੀਂ ਹੁੰਦੇ, ਐਬਸਫੋਰਡ ਦੇ ਵਿੱਚ ਹੁੰਦੇ ਆ ਪੰਜਾਬੀਆਂ ਦੇ। ਸੋ ਇਸ ਸ਼ਹਿਰ ਦੀ ਇੱਕ ਆਪਣੀ ਗੱਲਬਾਤ ਆ, ਆਪਣੀ ਵਿਲੱਖਣਤਾ ਆ। ਇਹਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਇੱਥੇ ਗੱਲਬਾਤ ਕਰਨ ਦੇ ਲਈ। ਅਸੀਂ ਕੁਝ ਆਪਣੇ ਦੋਸਤਾਂ ਮਿੱਤਰਾਂ ਨੂੰ ਸੱਦਾ ਦਿੱਤਾ, ਇੱਥੋਂ ਦੇ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਜਿਹੜੇ ਕੋਈ ਕਿਸੇ ਪਾਰਟੀ ਦੇ ਨਾਲ ਸਿੱਧਾ ਸੰਬੰਧ ਨਹੀਂ, ਪਰ ਉਹ ਜ਼ਰੂਰ ਚਾਹੁੰਦੇ ਨੇ ਗੱਲਬਾਤ ਕਰਨੀ ਕਿ ਇੱਥੋਂ ਦੇ ਇਸ਼ੂਜ਼ ਉੱਤੇ ਗੱਲਬਾਤ ਕੀਤੀ ਜਾਵੇ। ਸੋ ਉਹਨਾਂ ਇਸ਼ੂਜ਼ ਉੱਤੇ ਗੱਲਬਾਤ ਕਰਨ ਲਈ ਅਸੀਂ ਕੁਝ ਸੱਜਣਾਂ ਨੂੰ ਸੱਦਾ ਦਿੱਤਾ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਾਡੇ ਨਾਲ ਨੇ ਕੁਨਾਲ ਸ਼ਰਮਾ ਜੀ, ਸਾਡੇ ਨਾਲ ਨੇ ਦੇਵ ਸਿੱਧੂ ਜੀ, ਸਾਡੇ ਨਾਲ ਨੇ ਨਵਰੂਪ ਜੀ, ਗੁਰਮੀਨ ਜੀ, ਹਰਮਿੰਦਰ ਸੇਖੋਂ ਜੀ ਅਤੇ ਡਾਕਟਰ ਗੁਰਵਿੰਦਰ ਧਾਲੀਵਾਲ ਜੀ। ਕੁਨਾਲ ਸ਼ਰਮਾ ਜੀ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਅਸੀਂ। ਸਭ ਤੋਂ ਪਹਿਲਾਂ ਆਪਣੀ ਛੋਟੀ ਜਿਹੀ ਜਾਣ ਪਛਾਣ ਦਿਓ ਅਤੇ ਸਾਨੂੰ ਦੱਸਿਓ ਕਿ ਤੁਹਾਡੇ ਹਿਸਾਬ ਨਾਲ ਕਿਹੜੇ ਇਸ਼ੂਜ਼ ਕਿਹੜੇ ਇੱਥੇ ਦੇ ਹੈਗੇ ਆ, ਜਾਂ ਤੁਹਾਨੂੰ ਲੱਗਦਾ ਇਸ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਕਿਹੜੇ ਇਸ਼ੂਜ਼ ਹੋਣੇ ਚਾਹੀਦੇ ਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। Thank you very much for having me over here. My name is Kunal Sharma. I work as a commercial banker for Prospera Credit Union. Ji. And I'm also vice president on the Fraser Valley Indo-Canadian Business Association. ਜੀ। I would say ਤੁਸੀਂ ਇੱਥੇ ਕਦੋਂ ਕਿਤੇ ਰਹਿੰਦੇ ਹੋ ਜੀ? 2007 ਹੋ ਗਿਆ। ਓਕੇ ਹਾਂਜੀ ਜੀ। So about 12-13 ਸਾਲ ਹੋ ਗਏ ਹੁਣ ਜੀ। But I would say the biggest thing that has affected me both professionally and personally is the fact that the startup insurance rates, they've increased about 40% across BC and about 50% within the Metro Vancouver region. ਜਿਹੜੇ ਸਟਾਰਟਰ ਇੰਸ਼ੋਰੈਂਸ ਰੇਟਸ ਨੇ। Hanji. So the biggest reason and how that's affected me personally is the fact that I provide construction financing for a lot of builders. ਆਪਾਂ ਥੋੜ੍ਹਾ ਜਿਹਾ ਜੇ ਪੰਜਾਬੀ 'ਚ ਕੋਸ਼ਿਸ਼ ਕਰ ਸਕਦੇ ਹਾਂ ਨਾਲ। ਸੌਰੀ ਕੋਸ਼ਿਸ਼ ਕਰਾਂਗਾ। ਜੀ ਜੀ। ਬਟ ਜੋ ਵੀ ਸਾਰੇ ਮੇਰੇ ਬਿਲਡਰਸ ਹੈਗੇ ਆਲ ਦ ਵੇ ਫਰੋਮ ਸਰੀ ਤੋਂ ਲੈ ਕੇ ਚਿਲਾਵੈਕ ਤੱਕ ਜੀ, ਉਹ ਹੁਣ ਕੌਂਡੋ ਨਹੀਂ ਬਿਲਡ ਕਰਨਾ ਚਾਹੁੰਦੇ। Okay. The reason for that, I think, is because of the startup rates that are rising and increasing. ਉਹ ਜਦ ਵੱਧ ਜਾਂਦੇ ਆ ਤੇ builders ਦੇ ਲਈ ਔਖਾ ਹੋ ਜਾਂਦਾ to find the buyers, and once they have that problem, they don't want to build condos anymore. They prefer to build row homes just because of this one main reason. So एक और reason है का दूसरा personally अगर देखा जाए, so मैं
if I want to buy a house today, मेरे लिए भी ਹੁਣ ਔਖਾ ਹੋ ਗਿਆ ਹੈ to buy a house because of the starter rates. ਜਾਂ ਰੇਟ $200 ਹੁੰਦਾ ਸੀ, ਹੁਣ ਅੱਜ $400 ਹੋ ਗਿਆ, for example, ਜਾਂ $300 ਹੋ ਗਿਆ. Now that has also reduced my buying power, and it's just not like me, but ਮੇਰੇ ਜਿਸ ਤਰ੍ਹਾਂ ਕਾਫੀ ਲੋਕ ਹੈਗੇ, working class, you know, normal everyday workers, ਜਿਨ੍ਹਾਂ ਨੂੰ ਇਹ problems ਹੋ ਰਹੀਆਂ. ਕੀ ਰੀਜ਼ਨ ਕੀ ਇਹਦਾ ਲੱਗਦਾ ਜੀ? I think the biggest reason is the government hasn't stepped in. They haven't helped the starter premiums, and starter council, like, they have their own set of rules, and they can do whatever they want. The government needs to step in and help out. ਦੇਵ ਸਿੱਧੂ ਜੀ, ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸਿਓ ਤੇ ਤੁਹਾਡੇ ਹਿਸਾਬ ਨਾਲ ਕਿਹੜੇ ਮੁੱਦੇ ਹੋਣੇ ਚਾਹੀਦੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਤੁਹਾਡਾ ਇਨਵਾਈਟ ਕੀਤਾ ਹੈ। ਮੇਰਾ ਨਾਮ ਦੇਵ ਸਿੱਧੂ ਹੈ ਜੀ। ਮੈਂ ਜਨਰਲ ਮੈਨੇਜਰ ਪੰਜਾਬੀ ਪੱਤਰਕਾਰ ਆਪਣੀ ਐਬਸਫੋਰਡ 'ਚ ਬਾਇਲਿੰਗੁਅਲ ਨਿਊਜ਼ਪੇਪਰ ਹੈ ਜੀ। ਨਾਲੇ ਮੈਂ ਪ੍ਰੈਜ਼ੀਡੈਂਟ ਵੀ ਹਾਂ ਫਰੇਜ਼ਰ ਵੈਲੀ ਇੰਡੋ ਕੈਨੇਡੀਅਨ ਬਿਜ਼ਨਸ ਐਸੋਸੀਏਸ਼ਨ ਐਂਡ ਡਾਇਰੈਕਟਰ ਵੀ ਐਬਸਫੋਰਡ ਚੈਂਬਰ ਦੀ। ਆਪਣੇ ਇੱਥੇ ਐਬਸਫੋਰਡ 'ਚ 2-3 ਇਸ਼ੂ ਤਾਂ ਹੈਗੇ ਆਪਣੇ, ਬਟ ਕਿਹੜਾ ਆਪਣਾ ਵੱਡਾ ਇਸ਼ੂ ਹੈ ਟਰਾਂਸਪੋਰਟੇਸ਼ਨ, ਪਬਲਿਕ ਟਰਾਂਸਪੋਰਟੇਸ਼ਨ, ਨਾਲੇ ਹਾਈਵੇ ਦਾ ਜੀ। ਹੁਣ ਜਦੋਂ ਤੁਸੀਂ ਆਉਂਦੇ ਆ ਸਰੀ ਤੋਂ ਲਾਈਨਲੀ ਤੋਂ 264 ਤੋਂ ਬਾਅਦ 2 ਹੀ ਲੇਨ ਹੁੰਦੇ ਆ ਆਪਣੇ। ਇੱਕ ਤਾਂ ਆਪਣੇ ਕਿਹੜੇ ਭਾਈਚਾਰੇ ਟਰੱਕ ਚਲਾਉਂਦੇ ਆ, ਉਹ ਵੀ ਬਹੁਤ ਮੁਸ਼ਕਿਲ ਹੀ ਹੁੰਦੀ ਹੈ। ਟਾਈਮ ਵੀ ਬਹੁਤ ਲੱਗਦਾ ਜਾਣ ਨੂੰ ਵੈਂਕੂਵਰ। ਹੁਣ ਕਿਵੇਂ ਤੁਸੀਂ ਕਹਿੰਦੇ ਸੀ ਆਪਾਂ ਇੱਥੇ ਨਾਲ ਅਮਰੀਕਾ ਨਾਲ ਹੀ ਆ ਜੀ। ਹੁਣ ਜਦੋਂ ਆਪਾਂ ਜਾਂਦੇ ਆ ਵੈਂਕੂਵਰ ਨੂੰ ਟਾਈਮ ਲੱਗ ਜਾਂਦਾ। ਉਹ ਟਾਈਮ ਫਿਰ ਉਹ ਕਿਹੜਾ ਬੰਦੇ ਨੇ 2 ਪੈਸੇ ਬਣਾਉਣੇ ਆ, ਉਹਦਾ ਇੱਕ ਹੋ ਜਾਂਦਾ ਜੀ, ਰਾਈਟ। ਦੂਜਾ ਹੁਣ ਆਪਾਂ ਐਵਰੀ ਟਾਈਮ ਗੱਲ ਕੀ ਕਰਦੇ ਆ ਅਫੋਰਡੇਬਿਲਿਟੀ ਇਸ਼ੂ। MP ਹੋਵੇ, ML ਹੋਵੇ, ਕਾਉਂਸਲਰ ਹੋਵੇ, ਉਹ ਤਾਂ ਹੁਣ ਇਸ਼ੂ ਇੱਦਾਂ ਸੋਲਵ ਵੀ ਨਹੀਂ ਹੋਣਾ। ਆਪਣੀ ਕਿਹੜੀ ਟਰਾਂਸਪੋਰਟੇਸ਼ਨ ਹੈ, ਕਿਹੜਾ ਘਰ ਤੁਸੀਂ ਐਬਸਫੋਰਡ ਲੈ ਸਕਦੇ ਆ, ਚਿਲਵੈਕ ਲੈ ਸਕਦੇ ਆ, ਮਿਸ਼ਨ ਲੈ ਸਕਦੇ ਆ, ਉਹ ਅਫੋਰਡੇਬਲ ਕੰਪੈਰੇਟਿਵਲੀ ਹੈਗਾ ਵੈਂਕੂਵਰ ਤੋਂ। ਇਫ ਆਪਾਂ ਇੱਧਰੋਂ ਰੇਲ ਕੁਛ ਹੋਵੇ, ਇੱਥੇ ਲੈਂਗਲੀ ਰੁਕ ਕੇ ਸਰੀ ਰੁਕ ਕੇ ਫਿਰ ਵੈਂਕੂਵਰ ਜਾਂਦਾ, ਕਿਹੜਾ ਬੰਦਾ ਹੁਣ ਇੱਥੇ ਐਬਸਫੋਰਡ ਰਹਿੰਦਾ, ਉਹਨੇ ਕਿਵੇਂ ਕਮਿਊਟ ਕਰੂਗਾ? ਉਹਨੂੰ 2-3 ਘੰਟੇ ਉੱਦਾਂ ਹੀ ਲੱਗ ਜਾਣੇ ਆ ਜੀ। ਇਹ ਬਹੁਤ ਵੱਡਾ ਇਸ਼ੂ। ਇਹ ਐਡਰੈਸ ਕੀਤਾ ਨਹੀਂ ਇਸ਼ੂ ਕਿਸੇ ਨੇ? 1-2 ਵਾਰੀ ਜੀ ਅਨਾਉਂਸ ਤਾਂ ਹੋਇਆ, ਬਟ ਨਥਿੰਗ ਹੈਜ਼ ਮਟੀਰੀਅਲਾਈਜ਼ਡ ਫਰਮ ਦੈਟ, ਰਾਈਟ। ਆਪਾਂ ਹੁਣ ਦੋ ਲੈਣਾ ਪਤਾ ਨਹੀਂ, ਇਹਨੂੰ 35 years ਹੋ ਗਏ ਇੱਥੇ ਰਹਿਣ ਨੇ, ਮੈਨੂੰ ਹਜੇ 2 ਨਹੀਂ ਚੇਤਾ, ਹੋਰ ਨਹੀਂ ਆਪਣੇ ਆਪ ਇੱਧਰ ਜੀ। ਹਾਂਜੀ ਜੀ ਨਵਰੂਪ ਜੀ, ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸਿਓ ਤੇ ਤੁਹਾਨੂੰ ਕਿਹੜੇ ਇਸ਼ੂਜ਼ ਲੱਗਦੇ ਔਰ ਕਦੋਂ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਜੀ? ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਡਿਸਕਸ਼ਨ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ। ਸ਼ੁਕਰੀਆ ਜੀ। ਮੈਂ ਆਪਣੇ ਬਾਰੇ ਗੱਲ ਕਰਾਂ ਤਾਂ ਮੈਂ ਨਵਾਂ ਇਮੀਗ੍ਰੈਂਟ ਹੈਗਾ। ਅੱਛਾ ਜੀ। ਕੁਝ ਸਾਲ ਕੁ ਪਹਿਲਾਂ ਹੀ ਮੈਂ ਮਾਈਗ੍ਰੇਟ ਹੋਇਆ ਇੱਥੇ। ਅੱਛਾ ਜੀ। ਔਰ ਜਿਹੜੀਆਂ ਇੱਕ ਨਵੇਂ ਇਮੀਗ੍ਰੈਂਟ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ, ਮੈਂ ਅਗਰ ਉਹਨੂੰ ਦੂਸਰੇ ਲਫ਼ਜ਼ਾਂ 'ਚ ਕਹਾਂ ਤਾਂ ਉਹ ਸਿਰਫ ਨਵੇਂ ਇਮੀਗ੍ਰੈਂਟ ਦੀਆਂ ਦੁਸ਼ਵਾਰੀਆਂ ਨਹੀਂ ਹੈਗੀਆਂ। ਜਿਹੜੇ ਇੱਥੇ ਪਹਿਲਾਂ ਤੋਂ ਵੀ ਰਹਿ ਰਹੇ ਲੋਕ ਹੈਗੇ ਨੇ, ਉਹਨਾਂ ਦੀ ਵੀ ਉਹ ਸਮੱਸਿਆ ਉਨੀ ਹੀ ਵੱਡੀ ਹੈ। ਜਿਹੜੀ ਘਰਾਂ ਦੀ ਕੀਮਤ ਹੈਗੀ ਹੈ, ਉਹ ਇੰਨੀ ਅਸਮਾਨ ਨੂੰ ਛੂਹ ਗਈ ਹੈ ਕਿ ਜਿਹੜਾ ਇੱਕ ਆਮ ਵਰਕਿੰਗ ਕਲਾਸ ਬੰਦਾ ਹੈਗਾ, ਉਹਦੀ ਉਹ ਪਹੁੰਚ ਵਿੱਚ ਨਹੀਂ ਰਹਿ ਗਿਆ। ਉਦਾਹਰਨ ਦੇ ਤੌਰ 'ਤੇ ਮਸਲਨ ਜੇ ਆਪਾਂ ਗੱਲ ਕਰੀਏ ਤਾਂ ਹੁਣ $1 ਮਿਲੀਅਨ ਦਾ ਘਰ ਜਿਹੜਾ ਹੈ, ਉਹ ਆਮ ਜਿਹੜਾ ਬੰਦਾ ਹੈ ਉਹ ਸਾਲ ਦਾ $25,000 ਜਿਹੜਾ ਉਹ ਬਚਾਉਂਦਾ ਹੈ। ਅਤੇ ਜੋ ਆਪਣੀ ਸਾਰੀ ਦੀ ਸਾਰੀ ਕਮਾਈ ਜਿਹੜੀ ਹੈ ਉਹ ਬੈਂਕ ਨੂੰ ਵੀ ਵਾਪਸ ਕਰੀ ਜਾਵੇ, ਉਹਦਾ ਜਿਹੜਾ ਮੌਰਗੇਜ ਆ ਉਹ ਵਾਪਸ ਕਰਨ ਲਈ, ਤਾਂ ਉਹਨੂੰ 40 ਸਾਲ ਚਾਹੀਦੇ। ਫਿਰ ਉਹਦੀ ਰੋਟੀ ਕਿੱਥੋਂ ਚੱਲਣੀ ਹੈ, ਉਹਦੇ ਦੂਸਰੇ ਖਰਚੇ ਕਿੱਥੋਂ ਚੱਲਣੇ ਹੈਗੇ ਆ, ਔਰ 40 ਸਾਲ ਬਾਅਦ ਫਿਰ ਉਹ ਜਿਹੜਾ ਘਰ ਵਾ ਉਹ ਉਦੋਂ ਤੱਕ ਉਹ ਬਚੂਗਾ ਵੀ ਕਿ ਉਸ ਤੋਂ ਪਹਿਲਾਂ ਹੀ ਉਹ ਜਵਾਬ ਦੇ ਜਾਊਗਾ, ਤਾਂ ਇਹ ਦੂਸਰਾ ਇਸ਼ੂ ਹੈ। ਹੁਣ ਪਰ ਇੱਦਾਂ ਨਹੀਂ ਹੈ ਵੀ ਉਹ ਘਰ 10-15 ਸਾਲਾਂ ਬਾਅਦ ਦੁੱਗਣਾ ਹੋ ਜਾਂਦਾ, ਉਹ 10 ਮਿਲੀਅਨ ਤੇ ਆਪੇ ਲੈ ਗਿਆ, ਮਿਲੀਅਨ ਬਚ ਗਿਆ। ਪਰ ਆਪਾਂ ਉਹਨੂੰ ਦੁੱਗਣਾ ਕਰਨ ਲਈ ਨਹੀਂ ਨਾ ਲੈ ਰਹੇ, ਆਪਾਂ ਤਾਂ ਉਹਨੂੰ ਰਹਿਣ ਲਈ ਲੈ ਰਹੇ ਹੈਗੇ। ਜਿਹੜਾ ਇੰਨਾ ਕੀਮਤ ਜ਼ਿਆਦਾ ਹੈਗੀ ਆ, ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਉਸ ਤੋਂ ਬਾਅਦ ਡਬਲ ਹੋ ਜਾਏਗਾ, ਇਹ ਜ਼ਰੂਰੀ ਨਹੀਂ ਹੈਗਾ। ਇਹ ਜ਼ਰੂਰੀ ਨਹੀਂ ਹੈਗਾ। ਮੇ ਬੀ ਕਿ ਉਹ 1 ਮਿਲੀਅਨ ਨੂੰ ਪੇ ਕਰ ਰਿਹਾ ਔਰ ਉਸ ਤੋਂ ਬਾਅਦ ਜਿੱਦਾਂ ਦੀ ਅਸੀਂ ਤਰਾਸਦੀ ਦਾ ਹੁਣ ਸਾਹਮਣਾ ਕੀਤਾ ਹੈਗਾ, ਉਹ ਇੱਥੇ ਹੀ ਸਥਿਤ ਰਹਿ ਸਕਦਾ ਜਾਂ ਥੱਲੇ ਵੀ ਜਾ ਸਕਦਾ ਹੈਗਾ। ਇੰਨਾ ਵੱਡਾ ਜਿਹੜਾ ਹੈਗਾ ਉਹ ਲੋਨ ਉਹਦੇ ਲਈ ਲੈਣਾ, ਉਹਦੇ ਲਈ ਮੌਰਗੇਜ ਲੈਣੀ, ਉਮਰ ਲੰਘ ਜਾਂਦੀ ਹੈ। ਹਾਂ, ਔਰ ਇਹ ਇੱਕ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਤਾਂ ਸਮਾਜ ਵਿੱਚ ਲੋਕਾਂ ਦੇ ਉੱਪਰ ਬਹੁਤ ਜ਼ਿਆਦਾ ਸਟ੍ਰੈਸ ਹੈ, ਜਿਹੜਾ ਬਾਹਰੋਂ ਨਜ਼ਰ ਨਹੀਂ ਆਉਂਦਾ। ਮਸ਼ੀਨ ਵਾਂਗੂ ਜਿਹੜਾ ਮਨੁੱਖ ਭੱਜਿਆ ਫਿਰ ਰਿਹਾ ਆ, ਡਬਲ ਸ਼ਿਫਟਾਂ ਲਗਾ ਰਿਹਾ, ਔਰ ਇੰਝ ਜਾਪਦਾ ਹੈ ਕਿ ਜਿਹੜੀ ਇੱਕ ਆਮ ਇਨਸਾਨ ਦੀ ਆਮਦਨ ਆ
ਉਹਦਾ ਜਿਹੜਾ ਉਹਦੀ ਤੁਲਨਾ ਵਿੱਚ ਇਹ ਘਰ ਕਿਤੇ ਜ਼ਿਆਦਾ ਮਹਿੰਗਾ ਹੈ। ਬਿਨਾਂ ਸ਼ੱਕ। ਉਹਨੂੰ ਉਹਦਾ ਕੰਮ ਕਰਕੇ ਜੋ ਮਿਲ ਰਿਹਾ ਹੈ ਉਹਦੇ ਮੁਕਾਬਲੇ ਉਹਨੂੰ ਘਰ ਬਹੁਤ ਮਹਿੰਗਾ ਜਿਹੜਾ ਉਹ ਮਿਲ ਰਿਹਾ ਹੈਗਾ। ਔਰ ਦੂਸਰਾ ਜਿਹੜਾ ਮੈਂ ਮਹਿਸੂਸ ਕਰਦੇ ਆ, ਜਿਵੇਂ ਮੈਂ ਨਵਾਂ ਮਾਈਗ੍ਰੇਟ ਹੋਇਆ ਤਾਂ ਉੱਥੋਂ ਲੋਕ ਆਉਣ ਲੱਗਿਆ ਇਹ ਸੋਚਦੇ ਆ, ਦੋ ਉਹਨਾਂ ਦੇ ਮੁੱਖ ਜਿਹੜੇ ਉਦੇਸ਼ ਹੁੰਦੇ ਆ, ਇੱਕ ਤਾਂ ਵਧੀਆ ਜੀਵਨ ਪੱਧਰ, ਦੂਸਰਾ ਦੁਨੀਆ ਦੇ ਕਈ ਹਿੱਸਿਆਂ 'ਚ ਖਾਸ ਕਰਕੇ ਜਿੱਥੋਂ ਮੈਂ ਵੀ ਆਇਆ ਉੱਥੇ ਵੀ ਨਸ਼ਿਆਂ ਦੀ ਇੱਕ ਮਾਰ ਪਈ ਹੋਈ ਹੈ। ਔਰ ਮਾਪੇ ਇਹ ਸੋਚਦੇ ਆ ਕਿ ਸਾਡਾ ਬੱਚਾ ਐਸੀ ਜਗ੍ਹਾ ਤੇ ਚਲੇ ਜਾਵੇ ਜਿੱਥੇ ਉਹ ਇਹਨਾਂ ਦੀ ਮਾਰ ਤੋਂ ਬਚਿਆ ਰਹੇ, ਉਹ ਸੁਰੱਖਿਅਤ ਰਹੇ। ਪਰ ਦੁੱਖ ਵਾਲੀ ਗੱਲ ਇਹ ਹੈ ਕਿ ਉਹ ਮਾਰ ਇੱਥੇ ਵੀ ਪੈ ਰਹੀ ਹੈ ਔਰ ਉਹਨੂੰ ਸੀਰੀਅਸਲੀ ਐਡਰੈਸ ਕਰਨ ਦੀ ਜ਼ਰੂਰਤ ਹੈ। ਜੀ ਗੁਰਮੀਤ, ਤੁਹਾਨੂੰ ਕੀ ਲੱਗਦਾ ਕਿਹੜੇ ਇਸ਼ੂਜ਼ ਨੇ? ਥੋੜਾ ਜਿਹਾ ਆਪਣੇ ਬਾਰੇ ਪਹਿਲਾਂ ਦੱਸਿਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਮੇਰਾ ਅਕਾਲ। ਨਾਮ ਗੁਰਮੀਤ ਬੈਨੀਪਾਲ ਆ। ਮੈਂ ਯੂਨੀਵਰਸਿਟੀ ਆਫ ਦ ਫਰੇਜ਼ਰ ਵੈਲੀ ਦੇ ਵਿੱਚ ਸਟੂਡੈਂਟ ਆ ਤੇ ਮੈਂ ਐਬਸਫੋਰਡ ਯੂਥ ਕਮਿਸ਼ਨ ਦੀ ਡਾਇਰੈਕਟਰ ਆ ਤੇ ਫਰੇਜ਼ਰ ਵੈਲੀ ਹੈਲਥ ਕੇਅਰ ਫਾਊਂਡੇਸ਼ਨ ਦੀ ਡਾਇਰੈਕਟਰ ਆ। ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰੂੰਗੀ ਵੀ ਤੁਸੀਂ ਇੱਥੇ ਆਏ ਤੇ ਐਬਸਫੋਰਡ ਵਾਸੀਆਂ ਦੇ ਜਿਹੜੇ ਇਸ਼ੂਜ਼ ਨੇ ਉਹ ਸੁਣਨ ਲਈ ਆਏ। ਮੈਂ ਕਹੂੰਗੀ ਵੀ ਸਭ ਤੋਂ ਵੱਡਾ ਸਪੈਸ਼ਲੀ ਇਸ ਟਾਈਮ ਤੇ ਸਾਡਾ ਇਸ਼ੂ ਹੈਗਾ ਹਸਪੀਟਲ ਦਾ। ਫਰੇਜ਼ਰ ਵੈਲੀ ਦੇ ਵਿੱਚ ਐਬਸਫੋਰਡ ਦਾ ਹਸਪੀਟਲ ਸਭ ਤੋਂ ਵੱਡਾ, ਤੇ ਐਬਸਫੋਰਡ ਦਾ ਹਸਪੀਟਲ ਨਾ ਹੀ ਸਿਰਫ ਐਬਸਫੋਰਡ ਵਾਸੀਆਂ ਲਈ ਆ, ਮਿਸ਼ਨ ਦੇ ਲੋਕ, ਚਿਲੋਵਾਕ ਦੇ ਲੋਕ, ਹੋਪ ਦੇ ਲੋਕ ਵੀ ਇੱਥੇ ਆਉਂਦੇ ਆ ਤੇ ਰਾਈਟ ਨਾਓ ਇੰਨੀ ਕਪੈਸਿਟੀ ਨਹੀਂ ਹੈਗੀ ਐਬਸਫੋਰਡ ਹਸਪੀਟਲ ਦੀ। ਫਰਦਰਮੋਰ ਐਬਸਫੋਰਡ ਦੇ ਇਹ ਜਿਹੇ ਬਹੁਤ ਸਿਟੀਜ਼ਨ ਨੇ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਵੀ ਨਹੀਂ ਹੈਗਾ। ਸੋ ਹੈਲਥ ਕੇਅਰ ਦਾ ਬਹੁਤ ਵੱਡਾ ਇਸ਼ੂ ਆ। ਅੱਜ ਤੋਂ ਤਕਰੀਬਨ 10-12 ਸਾਲ ਪਹਿਲਾਂ ਇੱਥੇ ਜਿਹੜਾ MSA ਹਸਪੀਟਲ ਸੀਗਾ ਉਹ ਹਟਾਇਆ ਗਿਆ ਸੀ ਤੇ ਐਬਸਫੋਰਡ ਰੀਜਨਲ ਹਸਪੀਟਲ ਬਣਾਇਆ ਗਿਆ ਸੀ ਤੇ ਉਹ ਜਿਹੜਾ ਲੈਂਡ ਆ ਉਹ ਹਜੇ ਵੀ ਵੇਕੈਂਟ ਆ ਤੇ ਉਹ ਲੈਂਡ ਦੀ ਯੂਜ਼ ਹੋ ਸਕਦੀ ਆ, ਪਰ ਅੱਜ ਤੱਕ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਉਸ ਬਾਰੇ ਤੇ ਐਬਸਫੋਰਡ ਦੇ ਲੋਕ ਬਹੁਤ ਸਟਰਗਲ ਕਰਦੇ ਆ ਤਾਂ ਕਿ ਉਹ ਡਾਕਟਰਾਂ ਨੂੰ ਹੈਲਥ ਕੇਅਰ ਐਡਵਾਈਸ ਲੈ ਸਕਣ ਜਾਂ ਐਮਰਜੈਂਸੀ ਰੂਮ ਦੇ ਵਿੱਚ ਜਾ ਕੇ ਉਹ ਆਪਦੀ ਟ੍ਰੀਟਮੈਂਟ ਕਰਾ ਸਕਣ। ਦਾ ਹਸਪੀਟਲ ਇਹ ਮੁੱਦਾ ਕਦੇ ਐਡਰੈਸ ਨਹੀਂ ਕੀਤਾ ਕਿਸੇ ਨੇ? ਕੀਤਾ ਗਿਆ, ਕਈ ਵਾਰੀ ਕੀਤਾ ਗਿਆ, ਪਰ ਕੋਈ ਉਹਦੇ ਵਿੱਚੋਂ ਸੋਲੂਸ਼ਨ ਨਹੀਂ ਨਿਕਲਿਆ। ਹੁਣ ਐਬਸਫੋਰਡ ਹਸਪੀਟਲ ਦੀ ਐਕਸਪੈਂਸ਼ਨ ਵੀ ਹੋਈ ਆ, ਪ੍ਰਾਇਮਰੀ ਯੂਨਿਟ ਵੀ ਖੋਲ੍ਹਿਆ ਗਿਆ, ਪਰ ਉਹਦੇ ਨਾਲ ਵੀ ਬਹੁਤਾ ਕੋਈ ਫਰਕ ਨਹੀਂ ਪਿਆ ਤੇ ਜ਼ਿਆਦਾਤਰ ਮੈਨੂੰ ਲੱਗਦਾ ਇਸ ਦਾ ਰੀਜ਼ਨ ਇਹ ਆ ਕਿ ਆਪਣੇ BC ਦੇ ਵਿੱਚ ਬਹੁਤ ਇੰਟਰਨੈਸ਼ਨਲ ਡਾਕਟਰਸ ਨੇ, ਆਪਣੇ ਕੋਲ ਇੱਕ ਮੈਡੀਕਲ ਸਕੂਲ ਵੀ ਆ, ਪਰ ਇੱਥੇ ਰੈਜ਼ੀਡੈਂਸੀ ਪੋਜੀਸ਼ਨਸ ਕੋਈ ਵੀ ਨਹੀਂ ਹੈਗੀਆਂ। ਸੋ ਜਿਹੜੇ ਬਾਹਰੋਂ ਡਾਕਟਰ ਆਉਂਦੇ ਆ ਜਾਂ ਇੱਥੋਂ ਵੀ ਜਿਹੜੇ ਡਾਕਟਰ ਪੜ੍ਹਦੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹਨਾਂ ਨੂੰ ਆਪਦੀ ਰੈਜ਼ੀਡੈਂਸੀ ਕੰਪਲੀਟ ਕਰਨ ਲਈ ਬਾਹਰ ਜਾਣਾ ਪੈਂਦਾ। ਸੋ ਜਦੋਂ ਬਾਹਰ ਜਾਂਦੇ ਆ ਤੇ ਉੱਥੇ ਉਹਨਾਂ ਨੂੰ ਜੌਬਸ ਮਿਲਦੀਆਂ ਨੇ, ਇਟਸ ਹਾਰਡ ਫॉर them to quit their jobs and come back. So there is a huge gap ਵੀ ਆਪਾਂ ਡਾਕਟਰਸ ਨੂੰ ਇੱਥੇ ਕਿਵੇਂ ਟ੍ਰੀਟ ਕਰਦੇ ਆ ਤੇ ਐਬਸਫੋਰਡ ਵਾਸੀਆਂ ਨੂੰ ਹੈਲਥ ਕੇਅਰ ਉਹਦੇ ਹਿਸਾਬ ਨਾਲ ਕਿਵੇਂ ਮਿਲਦੀ ਆ। ਜੀ ਹਰਮਿੰਦਰ ਸਿੰਘ ਸੇਖੋਂ ਜੀ, ਤੁਸੀਂ ਦੱਸਿਓ ਥੋੜਾ ਜਿਹਾ ਆਪਣੇ ਬਾਰੇ ਤੇ ਕਿਹੜੇ ਮੁੱਦੇ ਲੱਗਦੇ ਤੁਹਾਨੂੰ ਇੰਪੋਰਟੈਂਟ ਨੇ? ਇਹ ਮੇਰਾ ਨਾਮ ਹਰਮਿੰਦਰ ਸਿੰਘ ਸੇਖੋਂ ਆ। ਮੈਨੂੰ 32 ਸਾਲ ਹੋ ਗਏ ਕਿ ਇੱਥੇ ਐਬਸਫੋਰਡ ਰਹਿੰਦੇ ਨੂੰ। ਅੱਛਾ ਜੀ। ਤੇ ਮੈਂ ਟਰੱਕ ਡਰਾਈਵ ਕੀਤਾ ਲੌਂਗ ਹਾਲ ਓਕੇ ਤੇ 25 ਇਅਰਸ। ਤੇ ਟਰੱਕਰ ਦੀ ਬਹੁਤ ਵੱਡੀ ਪ੍ਰੋਬਲਮ ਆ ਜੀ। ਤੇ ਜਦੋਂ ਹੋਪ ਤੋਂ ਲੈ ਕੇ ਵੈਨਕੂਵਰ ਨੂੰ ਜਾਈਦਾ ਤੇ ਲਾਟ ਆਫ ਟ੍ਰੈਫਿਕ ਤੇ ਇੰਨਾ ਟ੍ਰੈਫਿਕ ਹੋ ਜਾਂਦਾ ਤੇ ਬਹੁਤ ਮੁਸ਼ਕਿਲ ਹੁੰਦਾ ਸਵੇਰੇ ਤੇ ਸ਼ਾਮ ਨੂੰ। ਤੇ ਜਿਹੜਾ ਇਹਨਾਂ ਨੇ ਹਾਈਵੇ ਬਣਾਇਆ 216 ਤੱਕ ਬਣਾਇਆ ਤੇ ਉਹਦੇ ਵਿੱਚ 3-4 ਕਿਲੋਮੀਟਰ ਦਾ ਗੈਪ ਰਹਿ ਗਿਆ ਤੇ 232 ਤੱਕ ਫਿਰ 3 ਲਾਈਨਾਂ ਹੋ ਜਾਂਦੀਆਂ, ਫਿਰ 264 ਤੋਂ ਫਿਰ 2 ਲਾਈਨਾਂ ਹੋ ਜਾਂਦੀਆਂ ਨੇ। ਤੇ ਪਹਿਲਾਂ ਉੱਥੇ ਟ੍ਰੈਫਿਕ ਆ ਕੇ ਸਟਕ ਹੋ ਜਾਂਦਾ 216 ਤੇ ਫਿਰ ਆ ਕੇ ਸਟਕ ਹੋ ਜਾਂਦਾ 264 ਤੇ ਅਪ ਟੂ ਮਾਊਂਟ ਲਿਮਨ ਤੇ ਫਿਰ ਜਾ ਕੇ ਕਲੀਅਰਬੁੱਕ ਰੋਡ ਤੇ ਜਾ ਕੇ ਸਟਕ ਹੋ ਜਾਂਦਾ। ਇਹਨਾਂ ਨੂੰ ਚਾਹੀਦਾ ਆਲ ਦ ਵੇ ਅਪ ਟੂ ਹੋਪ ਤੇ ਕੋਈ ਰੈਸਟ ਏਰੀਆ ਨਹੀਂ ਗਾ, ਕੋਈ ਟਰੱਕ ਸਟਾਪ ਨਹੀਂ ਗਾ ਤੇ ਡਰਾਈਵਰ ਨੂੰ ਇੰਨੀ ਪ੍ਰੋਬਲਮ ਆਉਂਦੀ ਆ ਤੇ ਰੋਡ ਇਜ਼ ਵੈਰੀ ਵੈਰੀ ਬੈਡ। ਤੇ ਜਿੱਦਾਂ ਦਾ ਫ੍ਰੀ ਵੀ ਹੋਣਾ ਚਾਹੀਦਾ। ਹੁਣ ਅਮਰੀਕਾ ਨੂੰ ਵੀ ਗਏ ਅਸੀਂ, ਅਮਰੀਕਾ ਵਿੱਚ ਇੰਨੀਆਂ ਰੋਡਾਂ ਵਧੀਆ ਨੇ ਪਰ ਕੈਨੇਡਾ ਦੇ ਵਿੱਚ ਉਹਦੇ ਮੁਕਾਬਲੇ ਕੋਈ ਰੋਡ ਵਧੀਆ ਨਹੀਂ। ਜੀ ਡਾਕਟਰ ਗੁਰਿੰਦਰ ਸਿੰਘ ਧਾਲੀਵਾਲ ਜੀ, ਤੁਸੀਂ ਥੋੜਾ ਜਿਹਾ ਚੈਨਲ ਦੇ ਜਿਹੜੇ ਦਰਸ਼ਕ ਜਾਣਦੇ ਨੇ ਤੁਹਾਨੂੰ ਬਹੁਤ ਚੰਗੀ ਤਰ੍ਹਾਂ, ਫਿਰ ਵੀ ਥੋੜਾ ਜਿਹਾ ਆਪਣੇ ਬਾਰੇ ਦੱਸਿਓ ਤੇ ਤੁਹਾਡੇ ਹਿਸਾਬ ਨਾਲ ਕਿਹੜੇ ਮੁੱਦੇ ਹੋਣੇ ਚਾਹੀਦੇ ਜੀ? ਸੰਤ ਸਾਹਿਬ ਬਹੁਤ ਧੰਨਵਾਦ। ਜਸਕਰਨ ਸਿੰਘ ਸੋਤਾ ਜੀ, ਪਹਿਲਾਂ ਤਾਂ ਮੈਂ ਚੈਨਲ ਪੰਜਾਬੀ
ਦਾ ਧੰਨਵਾਦ ਕਰਦਾ ਕਿ ਜੀ। ਜਿਨ੍ਹਾਂ ਨੇ ਇਹ ਉਦਮ ਕੀਤਾ। ਦੂਸਰੀ ਵਾਰ ਇਹ ਵੱਡਾ ਪ੍ਰੋਗਰਾਮ ਹੈ ਤੇ ਵੈਸੇ ਤੁਹਾਨੂੰ ਦੱਸਦਾ ਇਸ ਤੋਂ ਪਹਿਲਾਂ ਕਿ ਮੁੱਦਿਆਂ ਦੀ ਜੇ ਮੈਂ ਆਪਣੇ ਬਾਰੇ ਗੱਲ ਕਰਾਂ, ਜਿਵੇਂ ਨਾ ਮਤਰੇਆ ਜਾਂ ਪੁੱਤ ਹੁੰਦਾ ਕਿਉਂ ਕਰਦੇ ਆ ਐਬਸਪੋਰਟ ਦੇ ਨਾਲ, ਜੀ। ਪੋਲੀਟੀਸ਼ੀਅਨ ਵੀ ਇਉਂ ਕਰਦੇ ਆ, ਸਰਕਾਰਾਂ ਨੇ ਵੀ ਇਸੇ ਤਰ੍ਹਾਂ ਕੀਤਾ। ਸਾਰਾ ਧਿਆਨ ਈਵਨ ਸਾਡੇ ਵੀ ਜਿਹੜੇ ਚੁਣੇ ਗਏ ਲੋਕ ਨੇ ਉਹਨਾਂ ਲਈ ਕੇਵਲ ਤੇ ਕੇਵਲ ਸ਼ਾਇਦ ਸਰੀ ਜਾਂ ਉਹੀ ਇਲਾਕੇ ਬਹੁਤ ਮਹੱਤਵਪੂਰਨ ਨੇ। ਸੋ ਇੱਥੇ ਮੈਂ 1999 ਤੋਂ ਰਹਿ ਰਿਹਾ ਜੀ। ਮੈਂ ਇੱਥੋਂ ਕੰਮ ਕਰਦੇ ਰਿਚਮੰਡ ਵੀ ਜਾਂਦਾ ਰਿਹਾ ਲਗਾਤਾਰ ਮੀਡੀਆ 'ਚ ਜਾਂ ਹੋਰ ਰਿਸਰਚ ਖੇਤਰ ਦੇ ਵਿੱਚ। ਪਰ ਮੈਂ ਇੱਕੋ ਗੱਲ ਜਿਹੜੀ ਜਿੰਨੇ ਸਾਰੇ ਮਹਿਮਾਨ ਨੇ ਬਹੁਤ ਵਧੀਆ ਨੁਕਤੇ ਉਹਨਾਂ ਨੇ ਉਠਾਏ ਨੇ, ਪਰ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਕੌੜੀਆਂ ਸੱਚਾਈਆਂ ਨੇ। ਉਹ ਇਹ ਹੈ ਕਿ ਗੱਲ ਚਾਹੇ ਹੈਲਥ ਦੀ ਹੈ, ਚਾਹੇ ਐਜੂਕੇਸ਼ਨ ਦੀ ਹੈ, ਚਾਹੇ ਇਨਫਰਾਸਟ੍ਰਕਚਰ ਦੀ ਹੈ, ਚਾਹੇ ਪਰ ਕੈਪਟਾ ਇਨਕਮ ਦੀ ਹੈ। ਐਬਸਪੋਰਟ ਦੇ ਲੋਕ ਮਿਹਨਤੀ ਬਹੁਤ ਨੇ, ਇੱਥੇ ਸੰਭਾਵਨਾਵਾਂ ਬਹੁਤ ਨੇ, ਪਰ ਇਹਨਾਂ ਨੂੰ ਫਾਰ ਗਰੰਟਡ ਰੱਖਿਆ ਗਿਆ। ਜੇ 3 ਸੀਟਾਂ ਇਸ ਐਬਸਪੋਰਟ ਸ਼ਹਿਰ ਤੇ ਮਿਸ਼ਨ ਦੀਆਂ ਨੇ ਜਿਹੜੀਆਂ ਕਿ BC ਵਿਧਾਨ ਸਭਾ ਦੀ ਪ੍ਰਤੀਨਿਧਤਾ ਕਰਦੀਆਂ ਨੇ, ਉਹਨਾਂ 3 ਸੀਟਾਂ ਨੇ ਅੱਜ ਤੱਕ ਕੁਝ ਨਹੀਂ ਕੀਤਾ। ਉਹ ਸਿਰਫ ਜਾ ਕੇ ਉੱਥੇ ਬੈਠਦੇ ਆ ਜਾਂ ਪਿੱਛੇ ਬੈਕ ਬੈਂਚਰ ਬੈਠ ਕੇ ਕੁਝ ਐਸਾ ਨਹੀਂ ਕਰ ਸਕੇ ਕਿ ਐਬਸਪੋਰਟ ਦੇ ਲੋਕਾਂ ਨੂੰ ਸੰਤੁਸ਼ਟ ਕਰ ਸਕੀਏ। ਸਾਡੀ ਕਮਿਊਨਿਟੀ ਇੱਥੇ ਪਿਛਲੇ 20-30 ਸਾਲਾਂ ਤੋਂ ਮੰਗ ਕਰ ਰਹੀ ਹੈ ਕਿ ਇੱਕ ਕਮਿਊਨਿਟੀ ਸੈਂਟਰ ਹੋਵੇ। ਸਾਡੇ ਬਜ਼ੁਰਗ ਕਿੰਨੇ ਔਖੇ ਹੋ ਕੇ ਵਿਚਰਦੇ ਨੇ, ਪਰ ਕਿਸੇ ਨੇ ਉਹਨਾਂ ਦੀ ਬਾਤ ਨਹੀਂ ਪੁੱਛੀ, ਕਿਸੇ ਨੇ ਸੁਣਿਆ ਨਹੀਂ। ਕਿੰਨਾ ਤੁਸੀਂ ਹੁਣ ਸੁਣਿਆ ਟਰਾਂਸਪੋਰਟੇਸ਼ਨ ਬਾਰੇ। ਇੱਥੇ ਇਹ ਤਾਂ ਐਲਾਨ ਹੋ ਜਾਂਦੇ ਨੇ ਕਿ ਜੀ ਐਬਸਪੋਰਟ ਤੋਂ ਅੰਮ੍ਰਿਤਸਰ ਅਸੀਂ ਜਹਾਜ਼ ਉਡਾਵਾਂਗੇ। ਉਹ ਜਹਾਜ਼ ਉਡਾਉਣੇ ਸੂਬਾਈ ਪੱਧਰ ਦੀ ਗੌਰਮੈਂਟ ਦਾ ਕੰਮ ਹੈ, ਲੋਕਾਂ ਨੂੰ ਮੂਰਖ ਬਣਾਉਣੇ ਹੋ। ਫੈਡਰਲ ਇਸ਼ੂ ਹੈ। ਤੁਸੀਂ ਆਹ ਦੇਖੋ ਸੜਕਾਂ ਤੁਹਾਡੇ ਤੋਂ ਬਣਦੀਆਂ ਨਹੀਂ, ਟਾਕੀਆਂ ਲਾ ਲਏ ਹੋ ਨਿੱਕੀਆਂ ਨਿੱਕੀਆਂ ਛੋਟੇ ਛੋਟੇ ਕਰਕੇ, ਤੇ ਜਹਾਜ਼ ਤੁਸੀਂ ਕਾਹਦੇ ਉਡਾਉਣੇ ਆ। ਪਰ ਸਾਡੇ ਇੱਕ ਸੁਭਾਅ ਹੈ, ਕਿਉਂਕਿ ਪੰਜਾਬੀ ਕਲਚਰ ਹੈ ਕਿ 4 ਪੰਜਾਬੀ 'ਚ ਗੱਲਾਂ ਕਰਤੀਆਂ, 4 ਪਿੰਡਾਂ ਦੇ ਨਾਂ ਦੱਸਤੇ, ਪੋਸ਼ਾਕ ਜੀ ਪਹਿਨ ਲਈ, ਬੱਲੇ 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 ਜੀ ਇਹ ਤਾਂ ਸਾਡਾ ਬੰਦਾ। ਅਸੀਂ ਜਦੋਂ ਤੱਕ ਇਸ ਗੱਲ ਦੇ ਵਿੱਚੋਂ ਬਾਹਰ ਨਹੀਂ ਨਾ ਨਿਕਲਦੇ ਉਦੋਂ ਤੱਕ ਅਸੀਂ ਕੁਝ ਹਾਸਲ ਨਹੀਂ ਕਰ ਸਕਦੇ। ਰਹੀ ਗੱਲ ਇਸ ਵੇਲੇ ਖੇਤੀਬਾੜੀ ਸੈਕਟਰ ਦੀ, ਐਬਸਪੋਰਟ ਇਸ ਵੇਲੇ ਬਲੂਬੈਰੀ ਸੈਕਟਰ ਦੇ ਵਾਸਤੇ ਨੰਬਰ 1 ਹੈ, ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਮਿਸ਼ੀਗਨ ਤੋਂ ਬਾਅਦ। ਪਰ ਇੱਥੇ ਲੱਕ ਤੋੜਿਆ ਪਿਆ, ਕੋਈ ਕਿਸਾਨਾਂ ਦੀ ਬਾਤ ਨਹੀਂ ਪੁੱਛਦਾ। ਅੱਜ ਤੱਕ ਜਿੰਨੇ ਨੁਮਾਇੰਦੇ ਚੁਣੇ ਗਏ ਨੇ ਉਹਨਾਂ ਨੇ ਕਦੇ ਕਿਸਾਨਾਂ ਦੀ ਗੱਲ ਨਹੀਂ ਕੀਤੀ। ਜ਼ਰੂਰ ਲਿਪ ਸਰਵਿਸ ਦੇ ਦਿੰਦੇ ਨੇ। ਇੱਕ ਮਿਨਿਸਟਰ ਨੂੰ ਮੈਂ ਖੁਦ ਮਿਲਿਆ, ਐਗਰੀਕਲਚਰ ਮਿਨਿਸਟਰ ਨੂੰ, ਉਹਨੂੰ ਨਹੀਂ ਪਤਾ ਕਿ BC ਦੇ ਵਿੱਚ ਬਲੂਬੈਰੀ ਇੰਡਸਟਰੀ ਦੀ ਵੈਲਿਊ ਕੀ ਹੈ। ਕਿਉਂ? ਕਿਉਂਕਿ 95% ਦੀ ਸਾਡੀ ਕਮਿਊਨਿਟੀ ਇਸ ਕੰਮ 'ਚ ਹੈ। ਇਸ ਗੱਲ ਦਾ ਦੁੱਖ ਹੈ ਕਿ ਅਸੀਂ ਇਸ ਗੱਲ ਨੂੰ ਜਿਹੜਾ ਇੱਕ ਸਿਸਟਮੈਟਿਕ ਰੇਸਿਜ਼ਮ ਅਜੇ ਵੀ ਚੱਲ ਰਿਹਾ ਹੈ ਉਸ ਨੂੰ ਜਾਣ ਨਹੀਂ ਸਕੇ, ਪਹਿਚਾਣ ਨਹੀਂ ਸਕੇ। ਇਸ ਇੰਡਸਟਰੀ ਦੇ ਵਿੱਚ ਕੁੱਲ ਮਿਲਾ ਕੇ ਸਾਡੇ ਲੋਕ ਨੇ, ਅਸੀਂ ਪੰਜਾਬ ਦੇ ਕਿਸਾਨਾਂ ਦੇ ਵਾਸਤੇ ਤੜਪਦੇ ਹਾਂ ਤੇ ਸਾਨੂੰ ਦਰਦ ਵੀ ਹੈ ਕਿ ਪੰਜਾਬ 'ਚ ਮੋਦੀ ਜੋ ਆਰਡੀਨੈਂਸ ਲਿਆ ਕੇ ਕਾਨੂੰਨ ਬਣਾ ਰਿਹਾ ਉਹ ਲੋਕਾਂ ਨੂੰ ਤਬਾਹ ਕਰ ਰਿਹਾ। ਪਰ ਇੱਥੋਂ ਦੇ ਜਿਹੜੇ ਮੋਦੀ ਨੇ ਜਿਹੜਾ ਇੱਥੇ ਲੋਕ ਕਰ ਰਹੇ ਨੇ ਉਹਨਾਂ ਦੀ ਬਹੁਤ ਬਾਤ ਪੁੱਛ ਗਿਆ। ਇੱਥੇ ਸੜਕਾਂ ਤੇ ਬਲੂਬੈਰੀ ਆਉਂਦੇ ਸਾਲਾਂ ਦੇ ਵਿੱਚ ਸੁੱਟੀ ਜਾਣੀ ਹੈ ਕਿਉਂਕਿ ਮੁੱਲ ਨਹੀਂ ਮਿਲ ਰਿਹਾ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਗੁਰਬਤ ਲਗਾਤਾਰ ਵੱਧ ਰਹੀ ਹੈ। ਮੈਨੂੰ ਇਉਂ ਲੱਗਦਾ ਜਿਸ ਤਰ੍ਹਾਂ ਐਬਸਪੋਰਟ ਨੂੰ ਇਗਨੋਰ ਕੀਤਾ ਜਾ ਰਿਹਾ, ਜੇ ਇਹਨਾਂ ਮੁੱਦਿਆਂ ਨੂੰ ਐਡਰੈਸ ਨਾ ਕੀਤਾ ਗਿਆ, ਇੱਥੇ ਐਗਰੀਕਲਚਰ ਸੈਕਟਰ ਵੀ ਖਤਮ ਹੈ। ਇੱਥੋਂ ਦੀ ਜਿਹੜੀ ਲੋਕ ਨੌਜਵਾਨ ਪੀੜ੍ਹੀ ਜਿਹੜੀ ਉਤਸ਼ਾਹਤ ਹੈ, ਜਿਵੇਂ ਹੁਣ ਦੱਸਿਆ ਕਿ ਛੱਡ ਕੇ ਜਾ ਰਹੀ ਹੈ, ਬਹੁਤ ਸਾਰੇ ਲੋਕ ਹੈ ਉਹ ਇਸ ਗੱਲ ਨੂੰ ਪ੍ਰੈਫਰ ਕਰਦੇ ਆ ਕਿ ਚੰਗੀ ਐਜੂਕੇਸ਼ਨ ਲੈਣੀ ਹੈ ਹੋਰ ਸ਼ਹਿਰਾਂ 'ਚ ਜਾਓ, ਅਗਾਂਹ ਵਧੋ। ਐਬਸਪੋਰਟ ਨੂੰ ਇਸ ਤਰ੍ਹਾਂ ਨਿਗਲੈਕਟ ਕੀਤਾ ਜਾ ਰਿਹਾ, ਉਹ ਬੜਾ ਜ਼ਰੂਰੀ ਹੈ ਉਸ 'ਤੇ ਗੌਰ ਕਰਨੀ। ਜੀ ਕੁਨਾਲ ਜੀ, ਕੀ ਹੱਲ ਹੋ ਸਕਦਾ ਜਿਹੜਾ ਤੁਸੀਂ ਇਸ਼ੂ ਐਡਰੈਸ ਕੀਤਾ ਕਿ ਇੱਥੇ ਸਟਾਰਟਰ ਦਾ ਜਿਹੜਾ ਇੰਸ਼ੋਰੈਂਸ ਆ ਉਹ ਵੱਧ ਗਿਆ ਜਾਂ ਅਫੋਰਡੇਬਿਲਟੀ ਦਾ, ਇਹਦਾ ਹੱਲ ਕੀ ਹੈ, ਸੋਲੂਸ਼ਨ ਕੀ ਤੁਹਾਨੂੰ ਲੱਗਦਾ ਕੋਈ ਹੋ ਸਕਦਾ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਹੱਥ ਆ ਜਾਏ? ਕਿਹੜੇ ਲੈਵਲ ਤੇ ਹੋਣ ਵਾਲਾ ਕੰਮ? I think mostly the provincial government ਦੇ ਹੱਥ ਦੇ ਵਿੱਚ ਹੀ ਹੈਗਾ। If they were to step in, ਅਗਰ ਉਹ ਅੰਦਰ ਆਉਂਦੇ ਹੈ, they're the only ones who can actually reduce this. This is just like the ICBC, ਜਿਸ ਤਰ੍ਹਾਂ ਇਹ monopolized ਹੈਗਾ। It's only one sector and they need to break it down. They need to privatize it. That's the only way that this problem will go away. ਤੇ ਇਸ ਇਲੈਕਸ਼ਨ ਦੇ ਵਿੱਚ ਇਸ਼ੂ ਹੈਗਾ ਵੀ ਇਹ ਪ੍ਰੋਬਲਮ ਹੈਗੀ ਹੈ, ਕੋਈ ਦੱਸ ਰਿਹਾ ਜਾਂ ਕੋਈ ਜਿਹੜੇ ਇੱਥੇ ਦੇ ਲੀਡਰ ਨੇ ਉਹ MLAs ਨੇ ਕਹਿ ਰਹੇ ਨੇ ਕਿ ਅਸੀਂ ਇਹਨੂੰ ਕੁਛ ਹੱਲ ਕਰਾਂਗੇ ਜਾਂ ਕਿਸੇ ਪਾਰਟੀ ਦੇ ਪਲੇਟਫਾਰਮ 'ਚ ਹੈਗੀ ਇਹ ਗੱਲ? ਜਹਾਂ ਤੱਕ ਮੈਂ ਸੁਣ ਰਿਹਾ, no, they're all talking about the ਉੱਪਰ ਦੀ ਜੋ ਗੱਲ ਆਉਂਦੀ ਹੈ, the smaller problems, the popular problems for lack of better word, ਬਸ ਉਹਦੇ ਬਾਰੇ ਵਿੱਚ ਉਹ ਗੱਲ ਕਰਦੇ ਹੈ, but not about the actual real problems, just like sorry, I didn't catch your name, but Dr. Gurvinder said that they're not talking about the real matters.
ਗੁਰਵੀਨ, ਤੁਹਾਨੂੰ ਕੀ ਲੱਗਦਾ ਜਿਹੜੀਆਂ ਫੀਮੇਲਸ ਨੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਠੀਕ ਆ ਜਾਂ ਉਹ ਵਿੱਚ ਕਿਤੇ ਪਾਰਟਿਸਪੈਂਟ ਹੈਗੀਆਂ? ਵੋਟ ਕਿਹਨੂੰ ਪਾਉਣੀ ਆ, ਕਿਹਨੇ ਪਾਉਣੀ ਆ, ਇਹ ਡਿਸੀਜਨ ਕੁੜੀਆਂ ਦੇ ਔਰਤਾਂ ਦੇ ਹੱਥ ਵਿੱਚ ਹੈਗਾ? ਆਈ ਥਿੰਕ ਸਮਾਂ ਬਦਲਿਆ ਤੇ ਕੁੜੀਆਂ ਮੂਹਰੇ ਆ ਰਹੀਆਂ ਨੇ ਪੋਲਿਟਿਕਸ ਦੇ ਵਿੱਚ, ਪਰ ਹਜੇ ਵੀ ਬਹੁਤ ਗੈਪ ਆ, ਜੈਂਡਰ ਗੈਪ ਬਹੁਤ ਵੱਡਾ। ਮੈਨ ਹੀ ਖੜਦੇ ਆ ਡਿਫਰੈਂਟ ਰਾਈਡਿੰਗਸ ਦੇ ਵਿੱਚ, ਤੇ ਜਿਹੜਾ ਪੋਪੂਲਰ ਵੀ ਹੁੰਦਾ ਉਹ ਵੀ ਮੈਨ ਆ। ਹੁਣ ਜਿਵੇਂ ਤੁਸੀਂ ਇੱਥੇ ਆਲੇ ਦੁਆਲੇ ਸਾਡੇ ਧਿਆਨ ਦਿਓ, ਮੈਂ ਇਕੱਲੀ ਕੁੜੀ ਆ। ਸੋ ਆਈ ਥਿੰਕ ਐਸਪੈਸ਼ਲੀ ਆਪਣੀ ਕਮਿਊਨਿਟੀ ਦੇ ਵਿੱਚ ਕੁੜੀਆਂ ਨੂੰ ਇੱਕ ਤਰ੍ਹਾਂ ਦਾ ਰੋਕਿਆ ਵੀ ਜਾਂਦਾ। ਸ਼ਾਇਦ ਇਹ ਆਪਾਂ ਜਿਹੜਾ ਇੰਡੀਆ ਦੇ ਵਿੱਚੋਂ ਆਪਾਂ ਓਪੀਨੀਅਨ ਲੈ ਕੇ ਆਉਂਦੇ ਆ ਵੀ ਕੁੜੀਆਂ ਨੂੰ ਪੋਲਿਟਿਕਸ ਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ, ਪੋਲਿਟਿਕਸ ਬਹੁਤ ਗੰਦੀ ਗੇਮ ਆ, ਸ਼ਾਇਦ ਉਹੀ ਆਪਾਂ ਓਪੀਨੀਅਨ ਇੱਥੇ ਵੀ ਲਿਆਂਦਾ, ਤੇ ਆਈ ਥਿੰਕ ਵੀ ਉਹ ਚੇਂਜ ਕਰਨ ਦੀ ਬਹੁਤ ਲੋੜ ਆ। ਸੋ ਆਈ ਐਮ ਪ੍ਰਾਊਡ ਕਿ ਕੁੜੀਆਂ ਮੂਹਰੇ ਆ ਰਹੀਆਂ ਨੇ, ਪਰ ਹਜੇ ਵੀ ਬਹੁਤ ਵੱਡਾ ਜੈਂਡਰ ਗੈਪ ਹੈ ਜਿਹਨੂੰ ਆਪਾਂ ਨੂੰ ਬ੍ਰੇਕ ਕਰਨਾ ਚਾਹੀਦਾ। ਬਿਲਕੁਲ। ਅੱਜ ਦੇ ਮੈਂ ਦੱਸ ਦੇਣਾ ਚਾਹੁੰਦਾ ਡਿਸਕਸ਼ਨ ਦੇ ਵਿੱਚ 3 ਕੁੜੀਆਂ ਹੋਣੀਆਂ ਸੀ, 2 ਨੂੰ ਬਾਈ ਚਾਂਸ ਕੰਮ ਪੈ ਗਿਆ, ਨਹੀਂ ਆ ਸਕਿਆ, ਨਹੀਂ ਤਾਂ ਅਸੀਂ 3 ਨੂੰ ਇਨਵਾਈਟ ਕੀਤਾ ਸੀ। ਸ਼ੇਖੋ ਸਾਹਿਬ, ਟਰੱਕਰ ਦੀ ਪ੍ਰੋਬਲਮ ਦਾ ਹੱਲ ਹੈਗਾ ਕੋਈ? ਹੱਲ ਹੈਗਾ ਜੀ, ਇਹਨਾਂ ਨੂੰ ਕਿਹਦੇ ਹੱਥ 'ਚ? ਕਿਹੜੀ ਗਵਰਨਮੈਂਟ ਦੇ? ਇਹਦਾ ਪ੍ਰੋਵਿੰਸ਼ਲ ਗਵਰਨਮੈਂਟ ਵੀ ਕਰ ਸਕਦੀ ਹੈ ਜੀ। ਜਿਹੜੀ ਹੁਣ ਰੋਡ ਜੇ ਬਣਾ ਰਹੇ ਨੇ, ਇਹ ਐਨਡੀਪੀ ਵਾਲਿਆਂ ਨੇ ਰੋਡ ਬਣਾਇਆ, ਜਿਹੜਾ 200 ਤੋਂ 232 ਤੱਕ ਰੋਡ ਬਣਾਇਆ, ਇਹੀ ਬਣਾ ਰਹੇ ਨੇ। ਜੇ ਇਹ ਆਲ ਦਾ ਵੇ ਅਪ ਟੂ ਹੋਪ ਤੱਕ ਬਣਾ ਦੇਣ, 3 ਲਾਈਨਾਂ ਨੂੰ ਬਣਾਉਣੀਆਂ ਪੈਣੀਆਂ ਫਿਊਚਰ ਦੇ ਵਿੱਚ, ਕਿਉਂਕਿ ਟ੍ਰੈਫਿਕ ਵਧੀ ਜਾਂਦਾ। ਇਹ ਇਲੈਕਸ਼ਨ 'ਚ ਮੁੱਦਾ ਹੈਗਾ, ਇਸ਼ੂ ਹੈਗਾ ਜੀ। ਮੁੱਦਾ ਤਾਂ ਇਹ ਬਣਾ ਰਹੇ, ਇਹਦੇ ਬਾਰੇ ਤਾਂ ਕਦੇ ਸੁਣਿਆ ਨਹੀਂ ਇਹਦੇ ਬਾਰੇ। ਪਰ ਇੱਕ ਬੜੀ ਦਿਲਚਸਪ ਗੱਲ ਹੈ ਕਿ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ, ਤਕਰੀਬਨ 8-7 ਸਾਲ ਪਹਿਲਾਂ 5 ਤੋਂ 10,000 ਪਟੀਸ਼ਨ ਸਾਈਨ ਕੀਤੀਆਂ ਗਈਆਂ, ਉਹਨਾਂ 'ਚ ਐਬਸਪੋਰਟ ਵਾਲਿਆਂ ਨੇ ਵੀ ਕੀਤੀਆਂ। ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀਆਂ ਚੁਣੌਤੀਆਂ, ਖਾਸ ਤੌਰ 'ਤੇ ਹਾਈਵੇ ਨੂੰ ਜਿਹੜਾ ਚੌੜਾ ਕਰਨਾ, ਜਾਂ ਰੈਸਟ ਏਰੀਏ ਦੀ ਜ਼ਰੂਰਤ ਹੈ, ਜਾਂ ਹੋਰ ਚੀਜ਼ਾਂ ਦੀ ਜ਼ਰੂਰਤ ਹੈ, ਪ੍ਰੋਵਿੰਸ਼ੀਅਲ ਤੇ ਫੈਡਰਲ ਦੋਨੇ ਜੇ ਸਰਕਾਰਾਂ ਮਿਲ ਜਾਣ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਇਹ ਸਮੱਸਿਆ ਹੈ ਕਿ ਉੱਪਰ ਕਿਹੜੀ ਸਰਕਾਰ ਹੈ, ਹੇਠਾਂ ਕਿਹੜੀ ਹੈ। BC ਦੇ ਵਿੱਚ ਇਹ ਪ੍ਰੋਬਲਮ ਘੱਟ ਹੈ, ਕਿਉਂਕਿ BC ਦੀ ਜਿਹੜੀ ਲਿਬਰਲ ਹੈ ਉਹ ਫੈਡਰਲ ਲਿਬਰਲ ਤੋਂ ਵੀ ਵੱਖਰੀ ਹੈ, ਉਹ ਨਹੀਂ ਹੈ, ਇਹ ਨਹੀਂ ਹੈ। ਸੋ ਇਸ ਕਰਕੇ ਇਹ ਸਮੱਸਿਆ ਇੱਥੇ ਹੋਣੀ ਨਹੀਂ ਚਾਹੀਦੀ। ਸੋ ਬਹੁਤ ਸਾਰੇ ਲੋਕਾਂ ਨੇ ਸਿਗਨੇਚਰ ਕੀਤੇ, ਦਸਤਖਤ ਕਰਕੇ ਮੰਗਾਂ ਕੀਤੀਆਂ ਕਿ ਟਰੱਕਿੰਗ ਇੰਡਸਟਰੀ ਦੀ ਬਾਤ ਸੁਣੋ, ਪਰ ਸਮੱਸਿਆ ਉਹੀ ਹੈ। ਗੱਲ ਹੈ ਕਿ ਮੁੱਦਾ ਜਿਹੜਾ ਉੱਠਦਾ ਹੈ, ਉੱਠ ਕੇ ਮਾੜੇ ਮੋਟੇ ਜਿਹੜੇ ਪ੍ਰਮੁੱਖ ਬੰਦੇ ਆ ਉਹਨਾਂ ਨੂੰ ਖੁਸ਼ ਕਰ ਲੈਂਦੇ ਆ ਪੋਲੀਟੀਸ਼ੀਅਨ, ਤੇ ਉਹੀ ਚੁੱਪ ਕਰ ਜਾਂਦੇ ਆ, ਫਿਰ ਮੁੜ ਕੇ ਕੀ ਹੋਣਾ, ਸਾਰਾ ਕੁਝ ਉੱਥੇ ਹੀ ਰਹਿ ਜਾਂਦਾ। ਦੇਵ ਸਿੱਧੂ ਜੀ, ਮੀਡੀਆ ਦੇ ਵਿੱਚ ਕਿੱਦਾਂ ਐਬਸਫੋਰਡ ਦੀ ਰਿਪਰੈਜ਼ੈਂਟੇਸ਼ਨ? ਬਹੁਤਾ ਮੀਡੀਆ ਸਰੀ ਵੈਨਕੂਵਰ ਦੇ ਵਿੱਚ ਉੱਥੇ ਰਹਿੰਦਾ ਆ, ਕੀ ਲੱਗਦਾ ਐਬਸਫੋਰਡ ਦੀ ਗੱਲ ਮੀਡੀਆ ਦੇ ਵਿੱਚ ਹੁੰਦੀ ਹੈ? ਸਰਟਨ ਗਲਸ ਹੁੰਦੀਆਂ ਜੀ, ਪਰ ਕਿਵੇਂ ਮਿਸਟਰ ਧਾਲੀਵਾਲ ਇੱਧਰ ਗੱਲ ਦੱਸਦਾ, ਕਈ ਗੱਲ ਆਪਣੀ ਬਾਹਲੀ ਆਉਂਦੀ ਨਹੀਂ ਬਾਹਰ, ਰਾਈਟ? ਕਿਹੜੀ ਵੋਟਰਸ ਹੈਗੇ ਆ ਇੱਥੇ, ਸਮ ਇੰਡੀਵਿਜੂਅਲਸ ਉਹ ਜਾਣਦੇ ਆ ਕਿਹਨੂੰ ਵੋਟ ਪਾਉਣਾ ਕਿਹਨੂੰ ਨਹੀਂ, ਉਹ ਪਰਸਨਲ ਕਨੈਕਸ਼ਨ ਹੁੰਦੀ ਹੈ ਜੀ। ਜਦੋਂ ਹੁਣ ਆਪਣੇ ਇੱਥੇ 3 ਲਿਬਰਲ MLA ਪ੍ਰੈਜ਼ੈਂਟਲੀ ਆਪੋਜੀਸ਼ਨਸ ਬੈਠੇ ਆ, ਉਹ ਚਲੋ ਆਪਣੇ ਵਾਸਤੇ ਬੜਾ ਕੁਝ ਕਰ ਨਹੀਂ ਸਕਦੇ, ਬਟ ਸਰੀ ਜਾਓ ਤੁਸੀਂ NDP MLA ਬੈਠੇ ਆ, ਉਹ ਬੰਦਿਆਂ ਨੇ ਕੀ ਕੀਤਾ ਹੈ ਸਰੀ ਵਾਸਤੇ, ਕੀ ਨਹੀਂ, ਉਹ ਮੈਨੂੰ ਨਹੀਂ ਪਤਾ, ਉਹ ਸਰੀ ਵਾਲੇ ਨੂੰ ਤੁਹਾਨੂੰ ਪੁੱਛਣਾ ਪੈਣਾ ਜੀ ਕੀ ਹੋਇਆ ਕੀ ਨਹੀਂ। ਸੋ ਉਹ ਹੈਗੀ ਹੈ ਜੀ ਦੈਟ ਆਪਣੀ ਰੈਪਰੈਜ਼ੈਂਟੇਸ਼ਨ ਕਿਹੜੀ ਆਪਣੀ ਬੰਦਿਆਂ ਦੀ ਸਾਊਥ ਏਸ਼ੀਅਨ ਕਮਿਊਨਿਟੀ ਇਜ਼ ਨਾਟ ਦੇਅਰ the way it should be। ਇਹ ਤੁਸੀਂ ਇੱਥੋਂ ਸਕੂਲ ਟਰਸਟੀ ਕੌਂਸਲਰ ਵੀ ਰਨ ਕੀਤਾ ਸੀ? ਹਾਂਜੀ, ਪਿਛਲੀ ਵਾਰੀ 2018 ਪਿਛਲੀ ਵਾਰੀ ਤੁਸੀਂ ਰਨ ਕੀਤਾ ਸੀ, ਤੁਹਾਨੂੰ ਇੱਥੇ ਐਕਸਪੀਰੀਅੰਸ ਹੋਣਾ। ਇੱਥੇ ਇਸ਼ੂਜ਼ ਤੇ ਵੋਟ ਪੈਂਦੀ ਆ, ਬੰਦਿਆਂ ਨੂੰ ਵੋਟ ਪੈਂਦੀ ਆ, ਜਾਂ ਪਾਰਟੀ ਪਾਲਿਸੀ ਤੇ, ਜਾਂ ਕਿਸੇ ਦੇ ਕਹਿਣ ਤੇ? ਕੀ ਤਰੀਕਾ ਹੁੰਦਾ ਜੀ? ਡਿਫਰੈਂਟ ਹੈ ਜੀ। ਤੁਸੀਂ ਆਪਣੀ ਕਮਿਊਨਿਟੀ 'ਚ ਮੈਨੂੰ ਲੱਗਦਾ ਬੰਦਿਆਂ ਨੂੰ ਵੋਟ ਪੈ ਜਾਂਦੀ ਹੈ ਜੀ, ਰਾਈਟ? ਆਪਣੀ ਬੰਦੀ ਦੇ ਸਿੱਧੇ ਅੱਧੇ ਸਿੰਘ ਕੋਰ ਦੇ ਸਪਿਆ ਦਾ ਟਿਕ ਮਾਰਕ ਜੀ, ਹਾਂਜੀ, ਰਾਈਟ? ਆਪਣੀ ਐਜੂਕੇਸ਼ਨ ਵੀ ਬੰਦੇ ਨੂੰ, ਹੁਣ ਕਿਹੜੀ ਨਵੀਂ ਪੀੜ੍ਹੀ ਆਉਂਦੀ ਹੈ, ਕਿਵੇਂ ਗੁਰਮੀਤ ਕਹਿੰਦੀ ਹੈ, ਉਹ ਥੋੜ੍ਹੀ ਜਿਹੀ ਹੋਰ ਐਜੂਕੇਸ਼ਨ ਕਰਦੇ ਆ। ਮਿਸਟਰ ਧਾਲੀਵਾਲ ਦੀ ਸ਼ੋਅ ਦੇ ਜਦੋਂ ਕਿਹੜੇ ਦੇਖਦੇ ਆ ਬੰਦੇ, ਉਹ ਤਾਂ ਚਲੋ ਦੇਖਦੇ ਆ ਐਜੂਕੇਸ਼ਨ ਕਰਕੇ, ਹਾਂ ਮੈਂ ਇਹ ਬੰਦੇ ਨੂੰ ਪਾਉਣੀ ਬਿਕਾਜ਼ ਇਹ ਪਾਲਿਸੀ ਚੰਗੀ ਹੈ, ਇਹ ਇੱਦਾਂ ਗਵਰਨ ਕਰੂਗਾ, ਉਹਦੇ ਫਿਰ ਵੀ ਕੈਨ ਹੋਲਡ ਦੈਮ ਅਕਾਊਂਟੇਬਲ ਐਜ਼ ਵੈਲ ਜੀ, ਰਾਈਟ? ਤੇ ਕਾਉਂਸਲ ਦੀ ਇਲੈਕਸ਼ਨ ਹੁਣ ਆਪਣੀ 8 ਹੁੰਦੇ ਆ ਉਸ ਵਿੱਚ ਕਾਉਂਸਲਰਸ, ਇੱਕ ਬੰਦਾ ਦਾ ਇਕੱਲਾ ਕੁਛ ਕਰ ਨਹੀਂ ਸਕਦਾ, ਸਾਰੀ ਰਲ ਮਿਲ ਕੇ ਹੀ ਹੁੰਦਾ ਕੰਮ ਜੀ। ਇਲੈਕਸ਼ਨ ਦਾ ਵੀ ਹੁੰਦਾ ਇੱਥੇ, ਫਿਰ ਵੋਟਰ ਤੋੜਨ ਵਾਲੇ ਵੀ ਹੁੰਦੇ ਆ ਜੀ। ਡਵਰੂਪ ਜੀ, ਤੁਹਾਨੂੰ ਕੀ ਲੱਗਦਾ ਹੱਲ? ਜਿਹੜੀ ਸਮੱਸਿਆ ਤੁਸੀਂ ਦੱਸੀ ਹੈ, ਥੋੜਾ ਚਿਰ ਹੋਇਆ ਤੁਹਾਨੂੰ ਆਇਆ ਨੂੰ, ਕੋਈ ਉਹਦਾ ਹੱਲ ਦੱਸਦੇ ਆ ਜਾਂ ਦਿਸਦਾ ਵੀ ਕੀ ਹੋ ਸਕਦਾ? ਦੇਖੋ, ਹੱਲ ਜਿੱਥੋਂ ਤੱਕ ਇਹਦਾ ਅਗਰ ਮੈਨੂੰ ਤੁਸੀਂ ਪੁੱਛੋ ਤਾਂ ਸ਼ਾਇਦ ਮੈਂ ਠੀਕ ਬੰਦਾ ਨਹੀਂ ਗਾ ਜਿਹੜਾ ਇਹਦਾ ਜਵਾਬ ਦੇਵਾਂ।
ਪਰ ਮੈਂ ਇਹਦਾ ਹੱਲ ਮੈਂ ਤਾਂ ਖੁਦ ਮੰਗਦਾ ਹਾਂ ਸਰਕਾਰ ਕੋਲੋਂ ਕਿ ਇਹਦਾ ਹੱਲ ਉਹਨਾਂ ਨੇ ਦੇਣਾ ਹੈ ਕਿ ਇੰਨੀ ਕੈਨੇਡਾ ਜਿਹੜਾ ਹੈ, ਅਗਰ ਇਹ ਦੇਖਿਆ ਜਾਵੇ ਤਾਂ ਜਿੰਨੀ ਆਬਾਦੀ ਕੈਨੇਡਾ ਦੀ ਹੈ, ਇੰਨੇ ਲੋਕ ਤਾਂ ਇੰਡੀਆ 'ਚ ਇੱਕ ਟਾਈਮ ਤੇ ਟ੍ਰੇਨ ਵਿੱਚ ਹੀ ਸਫ਼ਰ ਕਰ ਰਹੇ ਹੁੰਦੇ ਨੇ। ਠੀਕ ਹੈ ਗੱਲ। ਤੁਸੀਂ ਬੰਬੇ ਨੂੰ ਚੁੱਕੋ ਤੇ ਕੈਨੇਡਾ 'ਚ ਵਸਾ ਦਿਓ ਤਾਂ ਕੈਨੇਡਾ ਬਣ ਗਿਆ। ਅਗਰ ਅਸੀਂ ਇੰਨੇ ਕੁ ਲੋਕਾਂ ਦੇ ਲਈ ਹੀ ਅਫੋਰਡੇਬਲ ਹਾਊਸਿੰਗ ਜਿਹੜੀ ਆ ਉਹ ਨਹੀਂ ਦੇ ਸਕਾਂਗੇ ਤਾਂ ਇਹਦੇ ਜਿਹੜੇ ਦੁਸ਼ਪ੍ਰਭਾਵ ਹੈਗੇ ਆ ਉਹ ਬਿਲਕੁਲ ਨਜ਼ਰ ਆਉਣਗੇ। ਹੁਣ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਸਾਡੀ ਕਮਿਊਨਿਟੀ ਜਿਹੜੀ ਆ ਉਹ ਵੋਟਾਂ ਦੇ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਦਿਖਾ ਰਹੀ ਆ, ਤਾਂ ਉਹਦੇ 'ਚ ਮੈਂ ਦੋ ਚੀਜ਼ਾਂ ਦੇਖਦਾ ਹਾਂ। ਅੱਛਾ ਜੀ। ਇੱਕ ਤਾਂ ਇਹ ਆ ਕਿ ਅਸੀਂ ਜਿਹੜੇ ਇੰਡੀਆ ਤੋਂ ਵੱਡੇ ਹੋ ਕੇ ਆਏ ਆ, ਬਿਲਕੁਲ ਉੱਥੇ ਮੈਚਿਓਰ ਹੋ ਕੇ ਆਏ ਆ, ਅਸੀਂ ਉੱਥੋਂ ਵਾਲੀਆਂ ਹੀ ਧਾਰਨਾਵਾਂ ਨਾਲ ਲੈ ਕੇ ਆਏ ਆ। ਬਿਲਕੁਲ ਜਿਵੇਂ ਹੁਣ ਇਹਨਾਂ ਨੇ ਗੱਲ ਕਰੀ ਹੈਗੀ ਆ ਕਿ ਜਿਹੜੇ ਇੱਥੋਂ ਜਾਂ ਯੰਗਸਟਰਸ ਨੇ ਉਹ ਵੱਖਰੀ ਤਰ੍ਹਾਂ ਨਾਲ ਸੋਚਦੇ ਨੇ। ਹੁਣ ਜਦੋਂ ਆਪਣੀ ਕਮਿਊਨਿਟੀ ਵਿੱਚ ਦੇਖਦੇ ਆ ਤਾਂ ਮੈਨੂੰ ਉਹਨਾਂ 'ਚ ਬਹੁਤਾ ਜ਼ਿਆਦਾ ਚਾਅ ਜਿਹੜਾ ਉਹ ਵੋਟਾਂ ਦੇ ਪ੍ਰਤੀ ਨਜ਼ਰ ਨਹੀਂ ਆਉਂਦਾ। ਅੱਛਾ ਜੀ। ਬਹੁਤੀ ਖਿੱਚ ਨਜ਼ਰ ਨਹੀਂ ਆਉਂਦੀ। ਹਾਂ, ਇਵੇਂ ਦੀਆਂ ਚੀਜ਼ਾਂ ਜੋ ਰੋਜ਼ ਜ਼ਰੂਰ ਸੁਣਦੇ ਔਰ ਦੇਖਦੇ ਆ ਕਿ ਆਪਾਂ ਉਧਰ ਨੂੰ ਹੋ ਜਾਣਾ ਹੈ ਤੇ ਆਪਾਂ ਇੱਧਰ ਨੂੰ ਹੋ ਜਾਣਾ, ਚਲੋ ਐਤਕੀ ਉਧਰ ਨੂੰ ਹੋ ਜਾਈਏ, ਚਲੋ ਐਤਕੀ ਇੱਧਰ ਨੂੰ ਹੋ ਜਾਈਏ। ਪਰ ਜਿਹੜੇ ਮੁੱਦੇ ਆ, ਮੁੱਦਿਆਂ ਦੀ ਗੱਲ ਜਿਹੜੀ ਜਿੱਦਾਂ ਅਸੀਂ ਹਿੰਦੁਸਤਾਨ 'ਚ ਨਹੀਂ ਕਰਦੇ, ਉੱਦਾਂ ਹੀ ਇੱਥੇ ਵੀ ਆਪਣੇ ਕਮਿਊਨਿਟੀ ਵਿੱਚ ਉਹ ਮੁੱਦਿਆਂ ਦੀ ਗੱਲ ਘੱਟ ਹੋ ਰਹੀ ਆ। ਸੋ ਮੁੱਦਿਆਂ ਦੇ ਆਧਾਰ 'ਤੇ ਜਦੋਂ ਤੱਕ ਅਸੀਂ ਉਹਨਾਂ ਨੂੰ ਬਿਠਾ ਕੇ ਉਹਨਾਂ ਤੋਂ ਕਮਿਟਮੈਂਟਸ ਨਹੀਂ ਲੈਂਦੇ ਤਾਂ ਉਨੀ ਦੇਰ ਉਹ ਜਵਾਬਦੇਹ ਹੋਣਗੇ ਵੀ ਨਹੀਂ। ਤੇ ਦੂਸਰੀ ਹਾਂਜੀ ਜੀ ਪਲੀਜ਼ ਹਾਂਜੀ ਸੌਰੀ ਦੂਸਰੀ ਚੀਜ਼ ਜਿਹੜੀ ਆ ਉਹ ਮੇ ਵੀ ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਨੂੰ ਇਹ ਵੀ ਲੱਗਦਾ ਕਿ ਜਿਹੜੀ ਲੋਕ ਬਹੁਤ ਸਾਰੇ ਜਿਹੜੇ ਆ ਨਾ ਉਹ ਆਪਣੀ ਜਿਹੜੀ ਹੈਗੀ ਆ ਰੋਜ਼ੀ ਦੇ ਚੱਕਰ ਵਿੱਚ ਇੰਨਾ ਫਸੇ ਪਏ ਆ ਕਿ ਇਹਨਾਂ ਗੱਲਾਂ ਵੱਲ ਧਿਆਨ ਬੰਦੇ ਦਾ ਉਦੋਂ ਜਾਂਦਾ ਜਦੋਂ ਉਹ ਥੋੜ੍ਹਾ ਜਿਹਾ ਸੁਖਾਵਾਂ ਮਹਿਸੂਸ ਕਰਦਾ ਹੈ। ਉਹਨਾਂ ਨੂੰ ਲੱਗਦਾ ਕਿ ਇਹ ਕੋਈ ਠੀਕ ਹੈ, ਇਹ ਦੇਵ ਹੋਣਾ ਦੇ ਕਰਨ ਵਾਲੀ ਗੱਲ ਹੈ, ਧਾਲੀਵਾਲ ਸਾਹਿਬ ਦੇ ਕਰਨ ਵਾਲੀ ਗੱਲ ਹੈ ਵੀ ਠੀਕ ਹੈ ਇਹ ਹੈ ਨਾ। ਤਾਂ ਉਹ ਜਿਹੜੇ ਬੰਦੇ ਨੂੰ ਰੋਟੀ ਦਾ ਮਸਲਾ ਪਿਆ ਹੈ ਨਾ, ਜਿਹਦੀਆਂ ਪੇਮੈਂਟਸ ਦਾ ਮਸਲਾ ਪਿਆ ਹੋਇਆ, ਉਹ ਉੱਧਰ ਹੀ ਭੱਜਾ ਫਿਰਦਾ ਔਰ ਅਸਲ ਦੇ ਵਿੱਚ ਉਹਦਾ ਯੋਗਦਾਨ ਇਹਦੇ 'ਚ ਸਭ ਤੋਂ ਜ਼ਿਆਦਾ ਹੋਣਾ ਚਾਹੀਦਾ, ਪਰ ਉਹ ਆਪਣੀਆਂ ਪਰੇਸ਼ਾਨੀਆਂ ਦੇ ਵਿੱਚ ਉੱਧਰ ਹੀ ਫਸਿਆ ਪਿਆ। ਕੁਨਾਲ ਜੀ, ਯੂਥ ਪਾਰਟਿਸਿਪੇਟ ਕਰਦਾ ਜ਼ਿਆਦਾ ਪੋਲਿਟਿਕਸ ਦੇ ਵਿੱਚ? ਕੋਈ जहाँ तक मेरी नॉलेज है कि इन्ना ज़्यादा नहीं करता राइट नाउ। उन्होंने या तो फर्क नहीं पैंदा या उन्होंने कोल वोट वाली एजुकेशन नहीं हैगी, इलेक्शन की एजुकेशन नहीं हैगी। बट इट्स नाइस टू सी कि काफ़ी यंग पीपल हुन सरी दे विच मैं देख रहे हैं एबसफोर्ड दे विच काफ़ी यंग पीपल हुन actually are standing for elections and that really will help I think in the future। बट राइट नाउ अगर आज पुछो तो नहीं, मैनू लगता नहीं। ਗੁਰਮੀਤ, ਤੁਹਾਡਾ ਕੀ ਐਕਸਪੀਰੀਅੰਸ ਇਹਦੇ ਬਾਰੇ? ਯੂਥ ਕਰਦਾ ਪੋਲਿਟਿਕਸ ਦੇ ਵਿੱਚ, ਇੰਟਰਸਟ ਉਹਨਾਂ ਦਾ ਹੈ? ਹਾਂਜੀ, ਆਈ ਥਿੰਕ ਕਿ ਜਿਹੜੇ ਯੂਥ ਨੇ ਉਹ ਜਿਹੜੀ ਵੋਟਿੰਗ ਆ ਉਹਨੂੰ ਆਪਦਾ ਹੱਕ ਤਾਂ ਸਮਝਦੇ ਆ, ਪਰ ਆਪਦੀ ਜ਼ਿੰਮੇਵਾਰੀ ਨਹੀਂ ਸਮਝਦੇ ਹੈਗੇ। ਜਿਵੇਂ ਇਹਨਾਂ ਨੇ ਕਿਹਾ ਸਾਡੀਆਂ ਇੰਨੀਆਂ ਡੇ ਟੂ ਡੇ ਰਿਸਪੋਂਸਿਬਿਲਿਟੀਜ਼ ਹੁੰਦੀਆਂ ਨੇ ਕਿ ਅਸੀਂ ਵੋਟਿੰਗ ਨੂੰ ਇੱਕ ਰਿਸਪੋਂਸਿਬਿਲਿਟੀ ਨਹੀਂ ਸਮਝਦੇ ਹੈਗੇ, ਅਤੇ ਨਾ ਹੀ ਅਸੀਂ ਐਂ ਸਮਝਦੇ ਹਾਂ ਕਿ ਹੁਣ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਸੀ ਵੀ ਆਪਣੀ ਡਿਫਰੈਂਟ ਪਾਰਟੀਜ਼ ਰਹਿ ਚੁੱਕੀਆਂ ਨੇ ਪਾਵਰ ਦੇ ਵਿੱਚ, ਅਤੇ ਅਸੀਂ ਕੋਈ ਵੱਡਾ ਚੇਂਜ ਨਹੀਂ ਦੇਖਿਆ ਇੱਥੇ ਐਬਸਫੋਰਡ ਦੇ ਵਿੱਚ। ਸੋ ਆਈ ਥਿੰਕ ਦੈਟ ਜਿਹੜੇ ਯੂਥ ਨੇ ਉਹਨਾਂ ਨੇ ਇੱਕ ਤਰ੍ਹਾਂ ਦਾ ਗਿਵ ਅਪ ਕਰਤਾ ਗਵਰਨਮੈਂਟ 'ਤੇ। ਉਹਨਾਂ ਨੂੰ ਐਂ ਲੱਗਦਾ ਵੀ ਸ਼ਾਇਦ ਗਵਰਨਮੈਂਟ ਕੰਮ ਨਹੀਂ ਕਰਦੀ ਹੈਗੀ, ਐਂਡ ਸੋ ਜੇ ਅਸੀਂ ਵੋਟ ਪਾਉਣੇ ਆ ਜਾਂ ਨਹੀਂ ਪਾਉਂਦੇ ਹੈਗੇ ਉਹਦਾ ਕੋਈ ਖਾਸ ਫਰਕ ਨਹੀਂ ਪੈਂਦਾ ਉਹਨਾਂ ਨੂੰ ਡੇ ਟੂ ਡੇ ਲਾਈਫ ਦੇ ਵਿੱਚ। ਇਸ ਕਰਕੇ ਆਈ ਥਿੰਕ ਦੈਟ ਯੰਗ ਜਨਰੇਸ਼ਨ ਹੁਣ ਪੋਲੀਟੀਕਲ ਪ੍ਰੋਸੈਸ ਨੂੰ ਇੰਨਾ ਟਰਸਟ ਨਹੀਂ ਕਰਦੀ ਹੈਗੀ। ਸੇਖੋਂ ਸਾਹਿਬ, ਕੀ ਲੱਗਦਾ ਵੀ ਇੱਥੋਂ ਦੇ ਲੋਕ ਸੰਤੁਸ਼ਟ ਆ? ਉਹੀ ਜਿਹੜੀ ਪਾਰਟੀ ਹੈਗੀ ਆ, ਉਹੀ MLA ਹੁੰਦੇ ਆ, ਉਹ ਕੰਮ ਕਰੀ ਜਾਂਦੇ, ਲੋਕ ਫਿਰ ਉਹਨਾਂ ਨੂੰ ਚੁਣ ਲੈਂਦੇ ਆ ਜਾਂ ਨਹੀਂ? ਕੰਮ ਤਾਂ ਜੀ ਆਪਣੇ ਕਈ ਬੰਦੇ ਵੇਖਿਆ ਉੱਥੇ ਬੈਕ ਸੀਟ 'ਤੇ ਜਾ ਕੇ ਪਿੱਛੇ ਸੀਟ 'ਤੇ ਬਹਿ ਜਾਂਦੇ ਆ, ਕੋਈ ਕੁਐਸਚਨ ਨਹੀਂ ਹੁੰਦਾ, ਕੋਈ ਕੁਛ ਨਹੀਂ ਕਰਦੇ, ਅਤੇ ਬਸ ਲੱਕੜ ਦਾ ਦੇ ਦਿੰਦੇ ਆ ਬਸ। ਜਿਹੜਾ ਕਿ ਉਹਨਾਂ ਨੂੰ ਚਾਹੀਦਾ ਕਰਨਾ ਉੱਥੇ ਜਾ ਕੇ ਜਾਂਦੇ ਆ, ਸੀਟ 'ਤੇ ਬਹਿੰਦੇ ਆ, ਜਾ ਕੇ ਪਾਰਲੀਮੈਂਟ ਦੇ ਵਿੱਚ ਬਹਿੰਦੇ ਆ। ਐਕਚੁਅਲੀ ਉਹਨਾਂ ਨੂੰ ਪੁੱਛਣਾ ਤਾਂ ਕੋਈ ਨਹੀਂ ਚਾਹੀਦਾ, ਕੋਈ ਕੁਐਸਚਨਿੰਗ ਤਾਂ ਹੋਣੀ ਚਾਹੀਦੀ ਆ ਵੀ ਇਹ ਮੁੱਦਿਆਂ 'ਤੇ ਕੰਮ ਕਰੋ, ਤੁਸੀਂ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਭੇਜਿਆ
ਤੇ ਤੁਸੀਂ ਇੱਕ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਤਾਂ ਕਰੋ, ਪਰ ਪ੍ਰੋਮਿਸ ਕਰ ਲੈਂਦੇ ਆ, ਪਰ ਪ੍ਰੋਮਿਸ ਸੋਲਵ ਨਹੀਂ ਉਹ ਕਰਦੇ, ਪ੍ਰੋਬਲਮ ਨਹੀਂ ਸੋਲਵ ਕਰਦੇ। ਪਰ ਲੋਕ ਤਾਂ ਉਹਨਾਂ ਦੇ ਹੱਕ 'ਚ ਹੀ ਭੁਗਤਦੇ ਆ ਨਾ, ਫਿਰ ਇਹਦਾ ਮਤਲਬ ਲੱਗਦਾ ਨਹੀਂ ਵੀ ਮਸਲਾ ਤੇ ਹੁਣ ਦੋ ਪਾਰਟੀਆਂ ਨੇ ਜੀ, ਪਹਿਲਾਂ ਉਹਨਾਂ ਨੂੰ ਨਹੀਂ ਦੇਖ ਲੈਂਦੇ ਆ ਵੀ ਹਾਂ ਵੀ 5 ਸਾਲ ਉਹ ਕਰ ਗਏ, 4 ਸਾਲ, ਪਰ ਦੂਜੇ ਚਲੋ ਵੀ ਇਹਨੇ ਤਾਂ ਕੋਈ ਕੀਤਾ ਨਹੀਂ, ਚਲੋ ਹੁਣ ਦੂਜਿਆਂ ਨੂੰ ਪਾ ਕੇ ਦੇਖ ਲੈਂਦੇ ਨਹੀਂ। ਇਹਦੇ 'ਚ ਇੱਕ ਦੋ ਗੱਲਾਂ ਬੜੀਆਂ ਇੰਪੋਰਟੈਂਟ ਹੈ ਜੀ। ਇਹ ਗੱਲ ਵੀ ਨਹੀਂ ਕਿ ਉਹਨਾਂ ਦੇ ਹੱਕ 'ਚ ਭੁਗਤਦੇ ਆ। ਜਦੋਂ ਤੁਹਾਨੂੰ ਜਿੰਨੀ ਮਰਜ਼ੀ ਵੋਟ ਹੋ ਜੇ, ਮੈਂ ਐਬ ਸਪੋਰਟ ਦੀ ਗੱਲ ਕਰਦਾ, ਪੋਲੀਟੀਕਲ ਪਾਰਟੀ ਜਿਸ ਤਰ੍ਹਾਂ ਗੁਰਬੀਨ ਨੇ ਬਹੁਤ ਸਪਸ਼ਟ ਕੀਤਾ ਕਿ ਲਗਾਤਾਰ ਪਿਛਲੇ 20 ਸਾਲ ਤੋਂ ਇੱਕ ਐਬ ਸਪੋਰਟ ਨੂੰ ਇਹ ਵੀ ਕਿਹਾ ਜਾਂਦਾ ਇੱਕ ਖਾਸ ਕਿਸਮ ਦੀ ਬਿਲਟ ਹੈ। ਇੱਥੇ ਇੱਕ ਉਸ ਪੋਲੀਟੀਕਲ ਪਾਰਟੀ ਦੇ ਮੰਚ ਤੋਂ ਜਦੋਂ ਕੋਈ ਨੋਮੀਨੇਟ ਹੋ ਗਿਆ, ਉਹਨੇ ਜਿੱਤਣਾ ਹੀ ਜਿੱਤਣਾ, ਬਿਲਕੁਲ, ਉਹ ਬਾਤ ਪੁੱਛੇ ਨਾ ਪੁੱਛੇ। ਹੁਣ ਲੋਕਾਂ ਦੀ ਸੇ ਕੀ ਰਹਿ ਗਈ? ਜਿਹੜੇ ਲੋਕ ਆ ਆਮ ਸਧਾਰਨ ਆ, ਅਸੀਂ ਇੱਕ ਮਾਈਨੋਰਟੀ ਦੇ ਵਿੱਚੋਂ ਬੈਠੇ ਆ, ਅੱਜ ਅਸੀਂ ਵੀ ਗੱਲ ਕਰਦੇ ਆ, ਸਾਡੀਆਂ ਵੀ ਵੋਟਾਂ ਨੇ। ਇਸ ਧਰਤੀ ਤੇ ਸਾਡੇ ਬਜ਼ੁਰਗਾਂ ਨੇ ਕਿੰਨਾ ਸਟਰਗਲ ਕੀਤਾ, 1907 ਤੋਂ ਲੈ ਕੇ 1947 ਤੱਕ ਵੋਟ ਦਾ ਹੱਕ ਲਿਆ। ਹੁਣ ਸਾਡੇ ਲੋਕ ਜਿਹੜੇ ਵੀ ਇਸ ਵੇਲੇ ਬੈਠੇ ਨੇ, ਉਹਨਾਂ ਨੂੰ ਘੱਟੋ ਘੱਟ ਇਸ ਪੱਧਰ ਤੇ ਸੁਚੇਤ ਹੋਣਾ ਚਾਹੀਦਾ ਕਿ ਆਪਣੀ ਵੋਟ ਦਾ ਹੱਕ ਜ਼ਰੂਰ ਇਸਤੇਮਾਲ ਕਰੋ। ਉਹ ਅੱਗੇ ਭਾਵ ਕਰ ਚੁੱਕੇ ਨੇ, ਪਰ ਇਹ ਉਹਨਾਂ ਦੀ ਕਮਜ਼ੋਰੀ ਹੈ। ਕਿਉਂ ਕਰ ਚੁੱਕੇ ਨੇ? ਉਹਨੂੰ ਅੱਗੇ ਆਉਣਾ ਚਾਹੀਦਾ। ਨੌਜਵਾਨ ਪੀੜ੍ਹੀ ਲਈ ਕੈਨੇਡਾ ਵਰਗੇ ਮੁਲਕ ਦੇ ਵਿੱਚ ਇੰਨੀਆਂ ਸੰਭਾਵਨਾਵਾਂ ਨੇ ਇਸ ਮੁਲਕ ਦੇ ਵਿੱਚ, ਜੇਕਰ ਉਹਨੂੰ ਪੋਜ਼ਿਟਿਵਲੀ ਦੇਖਿਆ ਜਾਏ। ਅੱਜ ਅੱਧੀ ਫੀਸਦੀ ਅਸੀਂ 50% ਨੌਜਵਾਨ ਬੈਠੇ ਆ ਇੱਥੇ, ਇਹ ਕੈਨੇਡਾ ਦੀ ਦੇਣ। ਕੈਨੇਡਾ ਵਰਗੇ ਮੁਲਕ 'ਚ ਅਸੀਂ ਇੱਥੇ ਰਹਿੰਦੇ ਆ, ਸਾਡੇ ਕੋਲੇ ਨੌਲੇਜ ਹੈ, ਸਾਡੇ ਕੋਲੇ, ਜੇ ਅਸੀਂ ਆਪਣਾ ਤੁਲਨਾ ਕਰੀਏ ਜਿਸ ਧਰਤੀ ਤੋਂ ਆਏ, ਉੱਥੇ ਬੜੀਆਂ ਮੁਸ਼ਕਲਾਂ ਨੇ। ਪਰ ਜਦੋਂ ਫਾਰ ਗ੍ਰਾਂਟਡ ਜਿਨ੍ਹਾਂ ਨੇ ਮੰਨ ਲਿਆ ਕਿ ਸਾਡੇ ਕੋਲ ਸੀਟ ਪੱਕੀ ਹੈ, ਉੱਥੇ ਕੰਮ ਕਰਨ ਨਹੀਂ ਜਾਂਦੇ, ਉੱਥੇ ਪੈਨਸ਼ਨ ਬਣਾਉਣ ਜਾਂਦੇ ਆ। 2 ਟਰਮਾਂ ਹੋ ਗਈਆਂ, ਤੀਜੀ ਟਰਮ ਨੂੰ ਪੈਨਸ਼ਨ ਆ ਗਈ, ਕਹਾਣੀ ਮੁੱਕ ਗਈ। ਧਾਲੀਵਾਲ ਸਾਹਿਬ, ਉਹ ਸੀਟ ਪੱਕੀ ਵੀ ਤਾਂ ਲੋਕ ਹੀ ਕਰ ਰਹੇ ਨਾ। ਇਹੀ ਤਾਂ ਗੱਲ ਹੈ ਜੀ, ਜਿਹੜੇ ਖਾਸ ਕਿਸਮ ਦੀ ਬਣਤਰ ਹੈ। ਤੁਸੀਂ ਐਬ ਸਪੋਰਟ ਦੇ ਵਿੱਚ ਜਿਸ ਤਰ੍ਹਾਂ ਬਹੁਤ ਸੋਹਣਾ ਇਸ਼ੂ ਦੇਵ ਨੇ ਸਾਂਝਾ ਕੀਤਾ ਸੀ, ਅਸੀਂ ਇੱਕ ਵਿਅਕਤੀ ਜੇ ਅਸੀਂ ਕਿਸੇ ਮਾਈਨੋਰਟੀ ਦੇ ਵਿੱਚੋਂ ਕਾਉਂਸਲਰ ਬਣਦੇ ਹਾਂ, ਕੀ ਕਰ ਲਊਗਾ? ਇੱਕ ਵਾਰਡ ਸਿਸਟਮ ਦੀ ਗੱਲ ਚੱਲੀ ਸੀ ਕਿ ਸਿਸਟਮ ਵਾਰਡ ਸਿਸਟਮ ਹੋਣਾ ਚਾਹੀਦਾ। ਤੁਸੀਂ ਇੱਕ ਵਾਰਡ ਦੇ ਵਿੱਚ ਜੇ ਐਮਐਲਏ ਚੁਣ ਸਕਦੇ ਹੋ, ਜੇ ਤੁਸੀਂ ਸਰੀ ਜਾਂ ਟੋਰਾਂਟੋ, ਬਰੈਂਪਟਨ ਕਿਤੇ ਵੀ ਗੱਲ ਕਰੋ, ਕੁਝ ਨਾ ਕੁਝ ਰਿਪਰੈਜ਼ੈਂਟੇਸ਼ਨ ਹੋਵੇ। ਜਦੋਂ ਅਸੀਂ ਸਾਡੀ ਗਿਣਤੀ ਉਸ ਪੱਧਰ ਦੀ ਹੈ, ਬੇਸ਼ੱਕ ਅੱਜ ਅਸੀਂ ਡਿਸਕਸ਼ਨ ਕਰ ਰਹੇ ਹਾਂ ਕਿ ਸਾਡੇ ਇਸ਼ੂਜ਼ ਦੀ ਕੀ ਮਹੱਤਤਾ, ਪਰ ਸਾਡੇ ਇਸ਼ੂ ਕਾਫੀ ਮਹੱਤਵਪੂਰਨ ਹੋਣ ਦੇ ਬਾਵਜੂਦ ਡਾਇਲੂਟ ਹੋ ਕੇ ਰਹਿ ਜਾਂਦੇ ਆ। ਐਗਰੀਕਲਚਰ ਸੈਕਟਰ 'ਚ ਸਾਡੇ ਲੋਕਾਂ ਦਾ ਕੰਮ ਹੈ, ਟਰੱਕਿੰਗ ਸੈਕਟਰ 'ਚ ਸਾਡੇ ਲੋਕਾਂ ਦਾ ਕੰਮ ਹੈ, ਟੈਕਸੀ ਸੈਕਟਰ ਦੇ ਵਿੱਚ ਸਾਡੇ ਲੋਕਾਂ ਦਾ ਕੰਮ ਹੈ, ਪਰ ਉਹਨਾਂ ਦੀ ਗਿਣਤੀ ਵਾਧਾ ਉਸ ਸੈਕਟਰ ਦੇ ਵਿੱਚ ਤੇ ਵੋਟਾਂ ਦੀ ਗਿਣਤੀ ਸਾਡੀ ਬਹੁਤ ਘੱਟ ਹੈ। ਤੇ ਅਸੀਂ ਚੇਂਜ ਜੇ ਲਿਆਉਣੀ ਆ ਤਾਂ ਠੀਕ ਹੈ, ਅਸੀਂ ਨਿਰਾਸ਼ ਨਾ ਹੋਈਏ। ਮੈਂ ਤਾਂ ਇਹ ਕਹਿੰਦਾ ਵੀ ਉੱਠ ਕੇ ਜਿਹਦੀ ਉਮਰ ਵੋਟ ਪਾਉਣ ਦੀ ਆ, ਵੋਟ ਦਾ ਹੱਕ ਇਸਤੇਮਾਲ ਲਾਜ਼ਮੀ ਕਰੋ। ਅਸੀਂ ਇੱਥੇ ਬਹੁਤ ਮਾਰ ਖਾਂਦੇ ਆ, ਅਸੀਂ ਦਿਹਾੜੀ ਨਹੀਂ ਤੋੜਦੇ। ਐਡਵਾਂਸ ਵੋਟਿੰਗ ਉਦਣ ਦੀ ਚੱਲ ਰਹੀ ਹੈ, ਜੀ ਕਰਦਾ ਆਖਰੀ ਦਿਨ ਤੱਕ ਜਾ ਕੇ ਵੋਟ ਪਾਵਾਂਗੇ, ਸਮਾਂ ਨਹੀਂ ਕੱਢਦੇ। ਅਸੀਂ ਇਹ ਸੋਚਦੇ ਹਾਂ ਕਿ ਸਾਡੀ ਵੋਟ ਨਾਲ ਕੀ ਫਰਕ ਪੈਣਾ, ਇੱਥੇ ਹੀ ਗਲਤੀ ਹੈ। ਮੈਂ ਕਹਿੰਦਾ ਐਬ ਸਪੋਰਟ 'ਚ ਵੀ ਚੇਂਜ ਆ ਸਕਦੀ ਹੈ, ਕੋਈ ਐਸੀ ਗੱਲ ਨਹੀਂ, ਕੋਈ ਹੈਰਾਨੀ ਵਾਲੀ ਗੱਲ ਨਹੀਂ, ਬਟ ਤੁਸੀਂ ਉੱਠੋ ਤਾਂ ਸਹੀ ਨਾ, ਆਪਣੇ ਆਪ ਤਾਂ ਕੁਝ ਨਹੀਂ ਮਿਲਣਾ। ਦੇਵ ਸਿੱਧੂ ਜੀ, ਇੱਥੇ ਪੰਜਾਬੀ ਉਮੀਦਵਾਰ ਪਹਿਲਾਂ ਬਹੁਤ ਰਨ ਕਰਦੇ ਹੁੰਦੇ ਸੀ, ਇਹਨਾਂ ਦੀ ਗਿਣਤੀ ਹੌਲੀ ਹੌਲੀ ਕਿਉਂ ਘਟ ਗਈ? ਇਹੀ ਕਾਰਨ ਹੈ ਜਿਹੜੀ ਗੱਲ ਧਾਲੀਵਾਲ ਸਾਹਿਬ ਕਹਿ ਰਹੇ ਆ ਕਿ ਹੋਰ ਵੀ ਕੋਈ ਗੱਲ ਹੈ? ਇਹ ਜੀ ਹੁਣ ਸਿੰਪਲ ਆਨਸਰ ਤਾਂ ਹੈ ਨਹੀਂ ਜੀ। ਆਪਣੇ ਹੁਣ ਦੇਖੋ, ਪਹਿਲਾਂ ਕਾਉਂਸਲਰ ਹੋਇਆ ਸੀ ਮੋ ਗਿੱਲ ਸਾਹਿਬ ਜੀ, ਜੀ, ਫਿਰ ਉਸ ਤੋਂ ਬਾਅਦ ਕੈਲੀ ਚਾਲ, ਹੁਣ ਚਿਸਟਲ ਪ੍ਰੈਜ਼ੈਂਟਲੀ ਕਾਉਂਸਲਰ, MP ਵੀ ਰਿਹਾ ਹੋਇਆ ਜੱਤੀ ਸਿੱਧੂ। ਸੋ ਟਾਈਮ ਦਾ, ਪਾਰਟੀ ਦਾ ਵੀ ਵੋਟ ਇੱਥੇ ਕਿਵੇਂ ਆਪਣੀ ਪੈਂਦੀ ਹੈ, ਉੱਦਾਂ ਹੀ ਪੈਂਦੀ ਰਹਿੰਦੀ ਹੈ। there's no change in that, right? So ਉਹ ਹੁਣ ਕਿਵੇਂ ਚੇਂਜ ਕਰਨਾ, ਕਿਵੇਂ ਨਹੀਂ, ਉਹ that's a very good question, and the only way to do that ਮੈਨੂੰ ਲੱਗਦਾ ਕਿ ਯੰਗਰ ਜਨਰੇਸ਼ਨ ਹੁਣ ਇਨਵੋਲਵ ਹੋਵੇ। ਕਿਵੇਂ ਗੁਰਮੀਤ ਕਹਿੰਦੀ ਸੀ, the political process needs to be fixed a little bit, right? ਆਪਣੀ ਕਿਹੜੀ ਹੁਣ if ਮੈਂ ਕਹਤਾ ਹਾਂ ਮੈਂ affordability solve ਕਰ ਦੇਣਾ, that's not true। ਕਿਵੇਂ ਮੈਂ ਕਰਨਾ? ਇਹ ਕਿਹੜੇ MLA, MP, ਕਾਉਂਸਲਰ ਵੀ ਹੋਵੇ, ਜਦੋਂ ਟਰਮ ਸਟਾਰਟ ਕਰਦੇ 3-4 ਹੋਵੇ ਕਿਹੜੇ ਅਸੀਂ ਆਹ ਕਰਨਾ, ਇੱਦਾਂ ਫਿਕਸ ਕਰਨਾ, 4 ਸਾਲ ਬਾਅਦ ਤੁਸੀਂ ਪੁੱਛ ਲਿਓ। ਉਹ ਫਿਰ ਇੱਕ ਰਕਮ ਦਾ ਰਿਪੋਰਟ ਕਾਰਡ ਹੀ ਹੋ ਜਾਂਦਾ ਹੈ। 4 ਸਾਲ ਤੋਂ ਬਾਅਦ ਕੁਛ ਕੰਮ ਹੋਇਆ ਨਹੀਂ, ਫਿਰ ਆਪਣੀ ਜ਼ਿੰਮੇਵਾਰੀ ਹੈ ਇਹ ਚੇਂਜ ਕਰਨੀ। ਕਰੋਲ, ਇੱਥੇ ਯੂਥ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੈ ਜਿਹੜੀ ਗੈਂਗਸ ਦੀ, ਕਿਸੇ ਵੇਲੇ ਮਰਡਰ ਕੈਪੀਟਲ ਆਫ ਕੈਨੇਡਾ ਐਬ ਸਪੋਰਟ ਨੂੰ ਕਿਹਾ ਜਾਂਦਾ, ਕ੍ਰਾਈਮ, ਡਰੱਗਸ, ਗੈਂਗ ਵਾਰ, ਇਹ ਕੋਈ ਇਸ਼ੂ ਨਹੀਂ ਹੈ ਇੱਥੇ? ਡੈਫੀਨਿਟਲੀ ਬਹੁਤ ਵੱਡਾ ਇਸ਼ੂ ਹੈਗਾ ਐਕਚੁਅਲੀ। ਸੋ ਐਬਸਫੋਰਡ ਅਗੇਨ ਐਜ਼ ਯੂ ਸੈਡ ਵਾਜ਼ ਐਟ ਵਨ ਟਾਈਮ ਦ ਮਰਡਰ ਕੈਪੀਟਲ, ਬਟ ਟੱਚਵੁੱਡ ਥੈਂਕ ਗॉड ਹੁਣ ਨਹੀਂ ਹੈਗਾ, ਥੋੜਾ ਜਿਹਾ ਘੱਟ ਹੋ ਗਿਆ, ਬਟ that is a very big issue, and I think that
I don't know how big of a provincial issue it is. It might be a bit of a, a municipal issue, but it is a big issue, and someone needs to address it. That's all I can say. ਕਿੰਨਾ ਕੁ ਵੱਡਾ ਇਸ਼ੂ ਆ ਗੁਰਮੀਨ ਇੱਥੇ ਯੂਥ ਦੇ ਵਿੱਚ ਜਿਹੜੀ ਇਹ ਸਾਰਾ ਕੁਝ ਹੈਗਾ? ਹਾਂਜੀ, ਮੈਂ ਕਈ ਸਾਲ ਲਈ ਐਬਸਫੋਰਡ ਪੁਲਿਸ ਵਿਕਟਮ ਸਰਵਿਸਿਜ਼ ਦੇ ਵਿੱਚ ਵਲੰਟੀਅਰ ਕੀਤਾ। ਅੱਛਾ। ਤੇ ਇਹੋ ਜਿਹੇ ਬਹੁਤ ਕੇਸ ਸਾਡੇ ਕੋਲ ਆਉਂਦੇ ਸੀ ਜੋ ਕਿ ਆਪਾਂ ਮੀਡੀਆ ਦੇ ਵਿੱਚ ਸੁਣਦੇ ਵੀ ਨਹੀਂ। ਸੋ ਜਿੰਨਾ ਆਪਾਂ ਸੋਚਦੇ ਹਾਂ ਉਹ ਤੋਂ ਬਹੁਤ ਵੱਡਾ ਇਸ਼ੂ ਆ। ਜਿਹੜੇ ਬੱਚੇ ਨੇ ਉਹਨਾਂ ਨੂੰ ਹਾਈ ਸਕੂਲ ਦੇ ਵਿੱਚ ਹੀ ਟਾਰਗੇਟ ਕੀਤਾ ਜਾਂਦਾ, ਉਹਨਾਂ ਨੂੰ ਇੱਕ ਭਾਈਚਾਰੇ ਦੇ ਵਿੱਚ ਇਨਵੋਲਵ ਕਰਨ ਲਈ ਟਾਰਗੇਟ ਕੀਤਾ ਜਾਂਦਾ। ਇਹ ਇੱਕ ਤਰ੍ਹਾਂ ਦੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਪ੍ਰੋਬਲਮ ਆ, ਪਰ ਜਿਹੜੀ ਮਾਈਨੋਰਿਟੀ ਕਮਿਊਨਿਟੀਜ਼ ਨੇ ਕਿਤੇ ਵੀ ਹੋਣ ਉੱਥੇ ਇਹ ਪ੍ਰੋਬਲਮਸ ਆਉਂਦੀਆਂ ਨੇ। ਬੱਚਿਆਂ ਨੂੰ ਆਈ ਟਾਰਗੇਟ ਕੀਤਾ ਜਾਂਦਾ ਵੀ ਤੁਸੀਂ ਸਾਡੇ ਨਾਲ ਜੁੜੋ, ਸਾਡਾ ਇੱਕ ਇਹ ਭਾਈਚਾਰਾ ਵੀ ਤੁਸੀਂ ਸਾਡੇ ਨਾਲ ਜੁੜੋ ਅਤੇ ਅਸੀਂ ਤੁਹਾਡੇ ਬ੍ਰਦਰਸ ਆ, ਅਸੀਂ ਤੁਹਾਡੀ ਫੈਮਿਲੀ ਅਤੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਅਤੇ ਉਸ ਕਾਰਨ ਕਰਕੇ ਜਿਹੜੇ ਬੱਚੇ ਨੇ, ਜਿਹੜੇ ਯੂਥ ਨੇ ਉੱਧਰ ਨੂੰ ਖਿੱਚੇ ਜਾਂਦੇ ਆ। ਐਂਡ ਆਫ ਕੋਰਸ ਔਨ ਟੋਪ ਆਫ ਦੈਟ ਜਿਹੜੀ ਲਾਈਫ ਸਟਾਈਲ ਆ, ਉਹਨਾਂ ਕੋਲ ਵੱਡੀਆਂ ਕਾਰਾਂ ਨੇ, ਦੇ ਹੈਵ ਫਲੈਸ਼ੀ ਕਾਰਸ। ਸੋ ਇਹ ਸਾਰਾ ਕੁਛ ਦੇਖ ਕੇ ਜਿਹੜੇ ਬੱਚੇ ਨੇ ਉੱਧਰ ਨੂੰ ਜਾ ਰਹੇ ਨੇ। ਜੇ ਮੈਂ ਫਿਰ ਵਾਪਸ ਤੁਹਾਡੇ ਵੱਲ ਆਉਣਾ, ਸਾਡੇ ਜਿਹੜੇ ਕਮਿਊਨਿਟੀ ਦੇ ਇਸ਼ੂਜ਼ ਆ ਉਹ ਮੇਨ ਸਟ੍ਰੀਮ ਕਮਿਊਨਿਟੀ ਨਾਲੋਂ ਜਿਹੜੀਆਂ ਬਾਕੀ ਮਿਨੋਰਿਟੀਜ਼ ਹੈਗੀਆਂ ਉਹਨਾਂ ਨਾਲੋਂ ਵੱਖਰੇ ਆ, ਜਾਂ ਅਸੀਂ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਅਬਜ਼ੋਰਬ ਹੋ ਚੁੱਕੇ ਹਾਂ, ਜਾਂ ਆਈਸੋਲੇਸ਼ਨ 'ਚ ਆ ਸਾਰਾ ਕੁਛ? ਨਹੀਂ ਜੀ, ਵੱਖਰੇ ਵੀ ਹੁੰਦੇ ਆ ਜੀ ਆਪਣੇ ਕਿਹੜੇ ਇਸ਼ੂਜ਼ ਆ। ਬਿਕੋਜ਼ ਆਪਣੀ ਹੁਣ ਇੱਕ ਤਾਂ ਹੁਣ ਮਲਟੀ ਜਨਰੇਸ਼ਨ ਫੈਮਿਲੀ, ਆਪਾਂ ਇਕੱਠੇ ਵੀ ਰਹਿੰਦੇ ਹਾਂ ਜੀ, ਰਾਈਟ। 2 ਭਰਾ ਹੋਵੇ, ਫੈਮਿਲੀ ਸਾਰੇ ਇਕੱਠੇ ਰਹਿੰਦੇ ਆ, ਗ੍ਰਾਂਪਾ ਉਹ ਨਿਆਣੇ ਦੇ ਖਿਆਲ ਰੱਖਦੇ ਆ ਜੀ। ਸੋ ਉਹ ਡਿਫਰੈਂਟ ਹੈ ਜੀ, ਰਾਈਟ। ਆਪਣੀ ਕਿਹੜੀ ਹੈਗੀ ਹੈ ਅਪਬ੍ਰਿੰਗਿੰਗ, ਕਲਚਰ ਦੀ ਰਿਸਪੈਕਟ ਵੀ ਡਿਫਰੈਂਟ ਹੈ ਜੀ। ਇਟਸ ਡੈਫੀਨਿਟਲੀ ਅ ਡਿਫਰੈਂਸ ਇਨ ਦੈਟ। ਨਵਰੂਪ ਜੀ, ਤੁਸੀਂ ਜਰਨਲਿਸਟ ਹੋ, ਤੁਹਾਡੀ ਅੱਖ ਤੇਜ਼ ਆ, ਇੱਥੇ ਤੁਸੀਂ ਦੇਖਦੇ ਹੋ ਸਾਰੇ ਕੁਝ ਨੂੰ, ਕੀ ਅਬਜ਼ਰਵ ਕਰ ਰਹੇ ਹੋ ਇਸ ਇਲੈਕਸ਼ਨ ਦੇ ਵਿੱਚ ਵੀ ਇਹ, ਜਾਂ ਇਨ ਜਨਰਲ ਵੀ ਇਹ ਜਿਹੜੇ ਇਸ਼ੂਜ਼ ਆ ਆਈਸੋਲੇਸ਼ਨ 'ਚ ਸਾਡੀ ਕਮਿਊਨਿਟੀ ਦੇ ਬਾਕੀਆਂ ਦੇ ਨਾਲ, ਜਾਂ ਗੱਲ ਸਾਂਝੀ ਲੱਗਦੀ ਹੈ ਕਿਤੇ? ਮੈਨੂੰ ਲੱਗਦਾ ਕਿ ਦੋਨੋਂ ਹੀ ਗੱਲਾਂ ਹੈਗੀਆਂ ਨੇ। ਕੁਝ ਗੱਲਾਂ ਜਿਹੜੀਆਂ ਉਹ ਸਾਂਝੀਆਂ ਨੇ, ਜਿਹੜੀਆਂ ਉਹਨਾਂ ਨੂੰ ਦੂਸਰੀ ਕਮਿਊਨਿਟੀਜ਼ ਨੂੰ ਵੀ ਉਸੇ ਤਰ੍ਹਾਂ ਹੀ ਪ੍ਰਭਾਵਿਤ ਕਰਦੀਆਂ ਨੇ ਅਤੇ ਸਾਨੂੰ ਵੀ ਉਸੇ ਤਰ੍ਹਾਂ ਹੀ ਪ੍ਰਭਾਵਿਤ ਕਰਦੀਆਂ ਨੇ। ਜਿਵੇਂ ਸੜਕ ਦਾ ਮਸਲਾ ਹੈ, ਤੇ ਉਹ ਕਿਸੇ ਕਮਿਊਨਿਟੀ ਵੱਖਰੀ ਨੂੰ ਫਰਕ ਨਹੀਂ ਪੈਣਾ, ਉਹ ਹਰ ਇੱਕ ਦੇ ਲਈ ਉਵੇਂ ਹੀ ਹੈ। ਅਗਰ ਡਰੱਗਸ ਦੀ ਗੱਲ ਆ ਤੇ ਉਹ ਸਾਰਿਆਂ ਦੇ ਲਈ ਇੱਕੋ ਜਿਹਾ ਮਸਲਾ ਹੈਗਾ। ਪਰ ਇਸ ਤੋਂ ਬਾਹਰ ਕੁਝ ਕੁ ਗੱਲਾਂ ਜਿਹੜੀਆਂ ਜਿਵੇਂ ਦੇਵ ਸਾਹਿਬ ਨੇ ਕਿਹਾ, ਉਹ ਸਾਡੀਆਂ ਵੱਖਰੀਆਂ ਵੀ ਮੁੱਦੇ ਹੈਗੇ ਨੇ, ਕਿਉਂਕਿ ਹਰ ਸੱਭਿਆਚਾਰ ਜਿਹੜਾ ਹੈ ਉਹ ਆਪਣੇ ਆਪ ਵਿੱਚ ਆਪਣੀ ਵਿਲੱਖਣਤਾ ਜਿਹੜੀ ਹੈ ਉਹ ਰੱਖਦਾ ਹੈ, ਅਤੇ ਉਹਦੀਆਂ ਖੂਬੀਆਂ ਵੀ ਵੱਖਰੀਆਂ ਹੁੰਦੀਆਂ ਅਤੇ ਉਹਦੀਆਂ ਸਮੱਸਿਆਵਾਂ ਵੀ ਜਿਹੜੀਆਂ ਦੂਸਰਿਆਂ ਤੋਂ ਭਿੰਨ ਹੁੰਦੀਆਂ ਹੈਗੀਆਂ ਨੇ। ਥੱਲੜ ਸਾਹਿਬ, ਆਈਸੋਲੇਸ਼ਨ 'ਚ ਰਹਿੰਦੇ ਹਾਂ ਆਪਾਂ ਇੱਥੇ ਆਪਣੀ ਕਮਿਊਨਿਟੀ, ਜਾਂ ਮੇਨ ਸਟ੍ਰੀਮ ਦੇ ਵਿੱਚ ਅਬਜ਼ੋਰਬ ਹੋ ਚੁੱਕੀ ਹੈ? ਐਕਚੁਅਲੀ ਇਹ ਆਪਣੇ ਆਪ 'ਚ ਬੜਾ ਵੱਡਾ ਮੁੱਦਾ ਕਿ ਅਸੀਂ ਨਾ ਤਾਂ ਆਈਸੋਲੇਸ਼ਨ 'ਚ, ਨਾ ਅਸੀਂ ਉਸੇ ਰੰਗ ਦੇ ਵਿੱਚ ਹੀ ਰੰਗੇ ਗਏ ਹਾਂ। ਇੱਕ ਵਿਲੱਖਣਤਾ ਉਹ ਰਹਿਣੀ ਹੈ, ਵੰਨ-ਸਵੰਨਤਾ ਰਹਿਣੀ ਹੈ, ਅਤੇ ਹੈਗੀ ਵੀ ਹੈ। ਜਿਸ ਤਰ੍ਹਾਂ ਇਸ ਵੇਲੇ ਐਬਸਫੋਰਡ ਦੀ ਜੇ ਖੂਬਸੂਰਤੀ ਹੈ, ਵਿਲੱਖਣਤਾ, ਉਹ ਇਸ ਮਾਈਨੋਰਿਟੀ ਕਰਕੇ, ਸਾਡੇ ਕਰਕੇ ਬਹੁਤ ਵਿਸ਼ੇਸ਼ਤਾ ਹੈ। ਐਬਸਫੋਰਡ ਨੂੰ ਕੁੱਲ ਤਰੱਕੀ ਦੇ ਰਾਹ 'ਤੇ ਜੇਕਰ ਲੈ ਕੇ ਗਿਆ ਤਾਂ ਇਹ ਮਾਈਨੋਰਿਟੀ ਸਾਡਾ ਭਾਈਚਾਰਾ ਲੈ ਕੇ ਗਿਆ। ਅਸੀਂ ਫਖਰ ਨਾਲ ਕਹੀਏ, ਮਾਣ ਮਹਿਸੂਸ ਕਰੀਏ। ਐਬਸਫੋਰਡ ਦੇ ਜੰਗਲਾਂ ਨੂੰ ਹਰਿਆਵਲ ਖੇਤ ਦੇ ਵਿੱਚ ਬਦਲਤਾ। ਇੱਥੇ ਜਿੰਨਾ ਕੰਮ ਕੀਤਾ, ਮੈਨੂੰ ਲੱਗਦਾ ਕਿ ਮੁਸ਼ੱਕਤ ਦੇ ਵਿੱਚ ਇਹ ਸਾਡੀ ਪ੍ਰਾਪਤੀ ਵੀ ਹੈ, ਸਾਡੀ ਸਮੱਸਿਆ ਵੀ ਹੈ। ਪ੍ਰਾਪਤੀ ਤਾਂ ਇਹ ਹੈ ਕਿ ਅਸੀਂ ਇਹਦੇ ਨਾਲ ਸਿਰ ਬੜਾ ਉੱਚਾ ਕਰ ਲਿਆ, ਸਮੱਸਿਆ ਇਹ ਹੈ ਕਿ ਬਸ ਇਸੇ 'ਚ ਹੀ ਰਹਿ ਗਏ, ਇਸੇ 'ਚ ਹੀ ਖਤਮ ਹੋ ਗਏ, ਕੰਮਾਂ 'ਚ ਹੀ ਮਰ ਗਏ। ਸਾਡੇ ਬਜ਼ੁਰਗਾਂ ਨੇ ਕੰਮ ਵੀ ਕੀਤੇ, ਪਰ ਨਾਲ ਸਾਡੇ ਵਾਸਤੇ ਇੱਕ ਲੈਗੇਸੀ ਵੀ ਦਿੱਤੀ। ਅਸੀਂ ਇੱਥੇ ਮਾਰ ਖਾਂਦੇ ਹਾਂ। ਅਸੀਂ ਬੱਚਿਆਂ ਦੀ ਡਰੱਗਸ ਦੀ ਸਮੱਸਿਆ ਨੂੰ ਸਾਹਮਣਾ ਕਰਦੇ ਹਾਂ। ਮੈਨੂੰ ਲੱਗਦਾ ਕਿ ਐਡਵਾਈਜ਼ਰੀ ਕਮੇਟੀ 'ਚ 7-8 ਤੋਂ ਲੈ ਕੇ ਮੈਂ ਕਈ ਵਾਰੀ ਰਿਹਾ, ਕਈ ਘਰਾਂ ਦੇ ਵਿੱਚ ਵੀ ਗਿਆ। ਮਾਪਿਆਂ ਨੇ ਬੱਚਿਆਂ ਨੂੰ, ਹਾਲਾਂਕਿ ਇਕੱਲੇ ਮਾਪੇ ਕਸੂਰਵਾਰ ਨਹੀਂ ਹੁੰਦੇ, ਪੂਰਾ ਸਿਸਟਮ ਕਸੂਰਵਾਰ ਹੈ। ਅਤੇ ਇਹ ਸਮੱਸਿਆ ਵੀ ਡਰੱਗਸ ਦੀ ਇਕੱਲੀ ਸਾਡੇ ਭਾਈਚਾਰੇ ਦੀ ਨਹੀਂ, ਐਟ ਲਾਰਜ ਕੈਨੇਡੀਅਨ ਸਮੱਸਿਆ। ਪਰ ਸਾਨੂੰ ਇਹ ਸਵੀਕਾਰ ਕਰਨਾ ਪੈਣਾ ਕਿ ਅਸੀਂ ਉਹਨਾਂ ਧਿਆਨ ਨਹੀਂ ਦਿੱਤਾ। ਸਾਡੇ ਸਾਹਮਣੇ ਜਦੋਂ ਕੁਝ ਹੁੰਦਾ ਹੈ ਤਾਂ ਅਸੀਂ ਉਹਨੂੰ ਉਸ ਹਿੱਕ ਤਾਂ ਆਪੜ ਕੇ ਕਹਿ ਨਹੀਂ ਸਕਦੇ, ਬੱਚੇ ਨੂੰ ਰੋਕ ਨਹੀਂ ਸਕਦੇ, ਸਮਝਾਉਂਦੇ ਨਹੀਂ। ਅਤੇ ਦੂਸਰੇ ਪਾਸੇ ਜਿਹੜੇ ਕਾਉਂਸਲਿੰਗ ਦੇ ਵਿੱਚ ਆ, ਕਿੰਨਾ ਕੁ BC ਸਰਕਾਰ ਜਾਂ ਪ੍ਰੋਵਿੰਸ਼ੀਅਲ ਲੈਵਲ 'ਤੇ ਇੱਥੋਂ ਦੇ ਜਿਹੜੇ ਆਪਣੇ ਕੌਂਸਲ ਹੈ ਉਹਨਾਂ ਨੇ ਬਜਟ ਰੱਖਿਆ, ਕੌਂਸਲ ਦਾ ਬਜਟ ਕਿੰਨਾ ਕੁ, ਇਹ ਸਾਡੀ ਸਮੱਸਿਆ ਹੈ, ਪਰ ਓਵਰਆਲ ਹੈ। ਹੁਣ ਤੀਸਰੀ ਗੱਲ ਜਿਹੜੀ ਮੈਂ ਇੱਥੇ ਕਮਿਊਨਿਟੀ ਸੈਂਟਰ ਦੀ ਗੱਲ ਕੀਤੀ, ਡਾਇਲੂਟ ਹੋ ਜਾਣਾ ਟੌਪਿਕ। ਅਸਲ 'ਚ ਫੇਰ ਐਂਡ 'ਤੇ ਹੋਣਾ, ਜਿਹੜਾ ਮਰਜ਼ੀ ਇੱਥੋਂ MLA ਚੁਣਿਆ ਜਾਣਾ,
ਉਹਨੇ 2-4 ਨਗਰ ਕੀਰਤਨਾਂ ਤੇ ਜਾਂ ਪ੍ਰੋਗਰਾਮਾਂ ਤੇ ਆਉਣਾ, ਬੱਲੇ ਬੱਲੇ ਕਰਕੇ ਚਲੇ ਜਾਣਾ, ਕੋਈ ਸੈਂਟਰ ਨਹੀਂ, ਕੋਈ ਲੈਣਾ ਦੇਣੀ, ਕੋਈ ਬੈਠਣ ਵਾਸਤੇ ਸਾਡੀ ਕਮਿਊਨਿਟੀ ਦੇ ਬਜ਼ੁਰਗਾਂ ਲਈ ਸਹੂਲਤ ਨਹੀਂ। ਕਿੰਨੀ ਵੱਡੀ ਇਹ ਮੁਸ਼ਕਲ ਹੈ, ਪਰ ਉਹਨੂੰ ਸਾਹਮਣਾ ਕਰਨ ਦੇ ਵਿੱਚ ਅਸੀਂ ਨਾਕਾਮਯਾਬ ਹੋ ਰਹੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਸਾਡੀ ਕਮਿਊਨਿਟੀ ਸਿਰ ਅੱਗੇ ਕਰਕੇ ਇੱਥੇ ਕੁਰਬਾਨੀ ਕਰਨ ਲਈ ਤਾਂ ਤਿਆਰ ਆ, ਪਰ ਸਿਰ ਵਰਤ ਕੇ ਆਪਣੇ ਹੱਕ ਲੈਣ ਲਈ ਤਿਆਰ ਨਹੀਂ। ਕੀ ਕਰਨ ਕੀ ਜੀ ਉਹ ਤੁਹਾਡੇ ਕੋਲ ਕੀ ਸੋਲੂਸ਼ਨ ਆ ਇਹਦਾ? ਮੰਨ ਲਓ ਹੁਣ ਕਮਿਊਨਿਟੀ ਸੈਂਟਰ ਹੈ ਨਹੀਂ, ਲੋਕ ਕੀ ਇੰਨੀ ਕੁ ਇਹ ਜਿਹੜੀ ਮਾਈਨੋਰਿਟੀ ਜਾਂ ਇੱਥੇ ਕਮਿਊਨਿਟੀ ਕਿਰਨ ਨੂੰ ਇਗਨੋਰ ਕਰਕੇ ਹੀ ਉਹ ਜਿੱਤ ਸਕਦੇ ਆ, ਜਾਂ ਧਿਆਨ ਨਹੀਂ ਦਿੰਦੇ? ਨਗਰ ਕੀਰਤਨਾਂ ਤੇ ਸਾਰੇ ਹੀ ਆਉਂਦੇ ਆ ਜਿਹੜੇ ਇਹ ਲੀਡਰ ਹੈਗੇ ਆ, ਔਰ ਤੁਹਾਡੀ ਜ਼ੁਬਾਨ ਦੇ ਵਿੱਚ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ, ਇਹਦਾ ਹੱਲ ਕੋਈ ਨਹੀਂ ਕਰਦੇ? ਬਿਲਕੁਲ ਜੀ ਹੱਲ ਹੈ, ਇਹ ਸਾਡੀ ਯੂਨਿਟੀ ਦੀ ਵੀ ਘਾਟ ਹੈ। ਅਸੀਂ ਜਿਸ ਤਰ੍ਹਾਂ ਪਹਿਲਾਂ ਗੱਲ ਚੱਲੀ ਕਿ ਅਸੀਂ ਜਦੋਂ ਵੋਟ ਵੀ ਪਾਉਣੇ ਆ, ਸਾਡੀ ਲਿਆਕਤ ਦੇ ਵਿੱਚ ਹਾਲਾਂਕਿ ਥੋੜ੍ਹੀਆਂ ਵੋਟਾਂ, ਪਰ ਫਿਰ ਵੀ ਉੱਥੇ ਭਾਈ ਭਤੀਜਾਵਾਦ ਆ ਜਾਂਦਾ ਕਿ ਫਲਾਣਾ ਜਾਣਦਾ, ਚੱਲ ਯਾਰ ਹੋਏ ਹੋਏ ਆ, ਉੱਥੋਂ ਵੀ ਫੋਨ ਆਉਣ ਲੱਗ ਜਾਂਦੇ। ਹੁਣ ਦੇਖੋ ਕੈਨੇਡਾ ਦੀਆਂ ਚੋਣਾਂ ਤੇ ਫੋਨ ਇੰਡੀਆ ਤੋਂ ਆ ਰਹੇ ਆ, ਯਾਰ ਕਮਾਲ ਹੈ। ਅਸੀਂ ਇੱਥੇ ਇਲੈਕਸ਼ਨ ਲੜਨੀ ਹੈ, ਇੱਥੋਂ ਦੇ ਮੁੱਦੇ ਆ, ਪਰ ਹੁੰਦਾ ਕੀ ਹੈ ਕਿ ਸਾਡੇ ਲੋਕ ਡਿਵਾਈਡ ਹੋ ਰਹੇ ਆ। ਜਿੱਥੇ ਅਸੀਂ ਜੇ ਜੁਰਤ ਨਾਲ ਇੱਥੇ ਸਾਡੇ ਕਮਿਊਨਿਟੀ ਦੇ ਅਲੱਗ-ਅਲੱਗ ਭਾਈਚਾਰੇ ਇੱਥੇ ਵਸਦੇ ਨੇ, ਸਾਡੀਆਂ ਬਹੁਤ ਸਾਰੀਆਂ ਮੇਲਾ ਸੰਸਥਾਵਾਂ ਨੇ, ਸਾਡੀਆਂ ਗੁਰਦੁਆਰਾ ਸੰਸਥਾਵਾਂ ਨੇ, ਜੇ ਇੱਕ ਮੁੱਠ ਹੋ ਕੇ ਕਹਿਣ ਵੀ ਸਾਨੂੰ ਇਹ ਕਮਿਊਨਿਟੀ ਸੈਂਟਰ ਚਾਹੀਦਾ, ਸਾਨੂੰ ਆਪਣੇ ਯੂਥ ਕਾਉਂਸਲਰ ਵੱਧ ਤੋਂ ਵੱਧ ਚਾਹੀਦੇ ਨੇ, ਸਾਨੂੰ ਐਬਸਫੋਰਡ ਪੁਲਿਸ ਜਿੰਨਾ ਕੰਮ ਕਰ ਰਹੀ ਹੈ ਉਸ ਤੋਂ ਵੀ ਵੱਧ ਉਹਨੂੰ ਆਪਣੇ ਪੱਲੋਂ ਪ੍ਰੇਰਿਤ ਕਰਨਾ ਚਾਹੀਦਾ ਕਿ ਸਾਡੀਆਂ ਸੇਵਾਵਾਂ ਵੀ ਲਓ, ਤੇ ਬਹੁਤ ਮਸਲੇ ਹੱਲ ਹੋ ਸਕਦੇ ਨੇ। ਪਰ ਉੱਥੇ ਸਾਡੀ ਕਮਜ਼ੋਰੀ ਜ਼ਰੂਰ ਹੈ, ਇਸੇ ਕਰਕੇ ਮੈਂ ਕਹਿੰਦਾ ਵੀ ਸਿਰ ਵਰਤਦੇ ਨਹੀਂ ਅਸੀਂ, ਮਸਲੇ ਹੱਲ ਹੋ ਸਕਦੇ ਆ, ਐਡਾ ਕੋਈ ਗੱਲ ਹੀ ਨਹੀਂ। ਕਮਿਊਨਿਟੀ ਤੋਂ ਬਗੈਰ ਇੱਕ ਵਾਰੀ ਸਾਡਾ ਭਾਈਚਾਰਾ ਇਸ ਗੱਲ ਲਈ ਏਕਾ ਕਰ ਲਵੇ ਕਿ ਇਸ ਵੇਲੇ ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਜੇਕਰ ਉਹਨਾਂ ਦੇ ਇਸ਼ੂ ਨਹੀਂ ਸੁਣਦਾ ਤਾਂ ਅਸੀਂ ਇੱਕ ਪਾਸੇ ਹੋ ਕੇ ਬੈਠ ਜਾਣਾ। ਅਸੀਂ ਇਹਨਾਂ ਨੂੰ ਇੱਕ ਨੋ ਵੋਟ ਦਾ ਵੀ ਇੱਕ, ਮੈਂ ਤਾਂ ਕਹਿੰਦਾ ਉਹ ਵੀ ਸਿੰਬਲ ਹੋਣਾ ਚਾਹੀਦਾ। ਕਈ ਥਾਂ ਤੇ ਹੁੰਦਾ ਨੋਟਾ ਦਾ ਵੀ ਹੋਣਾ ਚਾਹੀਦਾ ਕਿ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ, ਅਸੀਂ ਜਾ ਕੇ ਵੋਟ ਪਾਉਣੀ ਹੈ, ਪਰ ਇਹਨਾਂ ਚੋਂ ਕਿਸੇ ਨੂੰ ਨਹੀਂ ਪਾਉਣੀ ਕਿਉਂਕਿ ਇਹ ਕੰਮ ਨਹੀਂ ਕਰ ਰਹੇ। ਤੁਹਾਡੇ ਲਿਖਤੀ ਤੌਰ ਤੇ ਚੋਣ ਮੈਨੀਫੈਸਟੋ ਦੇ ਵਿੱਚ ਕੀ ਕਿਸੇ ਨੇ ਲਿਖ ਕੇ ਰੱਖਿਆ ਇਹਨਾਂ ਇਸ਼ੂਜ਼ ਤੇ ਮੈਂ ਕੰਮ ਕਰਾਂਗਾ, ਇਹਨਾਂ ਨੂੰ ਐਡਰੈਸ ਕਰਾਂਗਾ? ਨਹੀਂ ਹੈ ਨਹੀਂ। ਤੁਸੀਂ ਕੱਲੇ ਪੋਲੀਟੀਕਲ ਪਾਰਟੀ ਦੇ ਪੰਫਲੇਟ ਤੇ ਐਬਸਪੋਰਟ ਦੇ ਕੈਂਡੀਡੇਟਸ ਵੱਲੋਂ ਪੁੱਛ ਕੇ ਦੇਖ ਲਓ, ਉਹਨਾਂ ਦੀ ਡਿਬੇਟ ਕਰਾ ਲਓ ਕਿ ਇਹਨਾਂ ਦੇ ਲੋਕਲ ਇਸ਼ੂ ਹੈ ਕੀ ਆ, ਉਹਨੇ ਉਹੀ 4-5 ਜਿਹੜੇ BC ਵਾਲੇ ਚੱਕਣੇ ਆ, ਉਹੀ ਗੋਲ-ਮੋਲ ਕਰਕੇ ਦੱਸ ਦੇਣੇ ਆ। ਇੱਥੋਂ ਦੇ ਲੋਕਾਂ ਨੂੰ ਵਿੱਚ ਇਨਵੋਲਵ ਹੋ ਕੇ ਪਤਾ ਕਰਨ ਦੀ ਉਹ ਕੋਸ਼ਿਸ਼ ਨਹੀਂ ਕਰਦੇ। ਇਸੇ ਕਾਰਨ ਮੈਂ ਕਹਿੰਦਾ ਵੀ ਉਹ ਫਾਰ ਗਰੰਟਡ ਮਨੀ ਬੈਠੇ ਆ, ਪਰ ਜੇ ਸਾਡੇ ਲੋਕ ਜਾਗ ਉੱਠੇ ਤਾਂ ਯਕੀਨਨ ਤੌਰ ਤੇ ਉਹਨਾਂ ਨੂੰ ਸੋਚਣਾ ਪੈਣਾ ਕਿ ਇੱਥੇ ਥਾਲੀ 'ਚ ਪਰੋਸ ਕੇ ਨਹੀਂ ਕੁਝ ਮਿਲਣਾ, ਸਾਨੂੰ ਕੁਝ ਕਰਨਾ ਪੈਣਾ। ਸੇਖੋਂ ਸਾਹਿਬ, ਜਿਹੜਾ ਇਹਦਾ ਬਾਰ-ਬਾਰ ਇੱਥੋਂ ਇੱਕੋ ਇਸ਼ੂ ਟਰਾਂਸਪੋਰਟੇਸ਼ਨ ਦਾ ਆਉਂਦਾ, ਇਹ ਮੁੱਦਾ ਕਿਸੇ ਪਾਰਟੀਆਂ ਨੇ ਬਹੁਤ ਚਿਰ ਦਾ ਬਣਨਾ ਸ਼ੁਰੂ ਹੋਇਆ, ਇਹਨੂੰ ਕੰਪਲੀਟ ਕਰਨ ਦਾ ਕੋਈ ਹੱਲ ਨਹੀਂ ਲੱਗਦਾ ਜੀ? ਇਹ ਨਹੀਂ ਕਹਿ ਸਕਦੇ ਕਦੋਂ, ਤੁਹਾਨੂੰ ਬਹੁਤ ਸਾਲ ਹੋ ਗਏ ਟਰੱਕਿੰਗ 'ਚ। ਬਹੁਤ, ਪਰ ਇਹਦਾ ਹੈ ਤਾਂ ਸਾਰੇ ਹੀ ਖਰਾਬ ਹੈ ਜੀ। ਇਹਦਾ ਕੈਨੇਡਾ ਦੇ ਵਿੱਚ ਹੀ ਸਾਰਾ ਇਕੱਲਾ 4O ਹੈ, ਇਹਨਾਂ ਦਾ ਨੰਬਰ 1 ਕੈਨੇਡਾ ਹੈਗਾ ਹਾਈਵੇ, ਸਾਰੇ ਕੈਨੇਡਾ ਦੇ ਵਿੱਚ ਇੱਕ ਹਾਈਵੇ ਆ। ਅਮਰੀਕਾ ਦੇ ਵਿੱਚ ਜਿੱਧਰ ਨੂੰ ਚਲੇ ਜਾਓ 4-4, 2-2, 3-3, 4-4 ਲੇਨ ਹੈਗੀਆਂ, ਇੱਥੇ 2 ਲੇਨ ਹੈ। ਤੇ ਇਕੱਲਾ BC ਦੇ ਵਿੱਚ ਹੀ ਇਹਨਾਂ ਨੇ ਥੋੜਾ ਜਿਹਾ ਡਿਵੈਲਪਮੈਂਟ ਕਰਨ ਲੱਗਿਆ ਕੈਮਰੂਪ ਤੋਂ ਗਾਂ ਨੂੰ, ਪਰ ਇਹਨਾਂ ਨੇ ਆਲ ਦਾ ਵੇ ਤਾਂ ਡਬਲ ਦਾ ਫੇਰ ਵੀ ਨਹੀਂ ਕੀਤਾ। ਪਰ ਇਹਨਾਂ ਨੂੰ ਚਾਹੀਦਾ ਇੱਕ ਹੀ ਇਹਨਾਂ ਦੇ ਕੋਲੇ ਹੈਗਾ ਰੈਸਟ ਏਰੀਆ, ਕੋਈ ਰੈਸਟ ਏਰੀਆ ਨਹੀਂ ਗਾ, ਕੋਈ ਬਾਥਰੂਮ ਸਿਸਟਮ ਨਹੀਂ, ਕੋਈ ਕੁਛ ਨਹੀਂ ਇਹਨਾਂ ਦਾ। ਪਰ ਪ੍ਰੋਮਿਸ ਇਹਨਾਂ ਨੇ ਪਹਿਲਾਂ ਲਿਬਰਲ ਵਾਲਿਆਂ ਨੇ ਪ੍ਰੋਮਿਸ ਕੀਤੀ ਸੀ ਵੀ ਅਸੀਂ ਬਣਾਵਾਂਗੇ, ਪਰ NDP ਵਾਲੇ ਵੀ ਕਹਿ ਰਹੇ ਸੀ ਬਣਾਵਾਂਗੇ, ਪਰ ਹਾਲ ਤੱਕ ਸੋਲਵ ਨਹੀਂ ਹੋਇਆ। ਸਕੂਲਾਂ ਦਾ ਇੱਥੇ ਠੀਕ ਹੈ ਗੁਰਮੀਤ, ਜਿਵੇਂ BC ਦੇ ਬਹੁਤ ਸਾਰੇ ਥਾਵਾਂ ਦੇ ਉੱਤੇ ਸਕੂਲਾਂ ਦੀ ਸਮੱਸਿਆ ਹੈਗੀ ਵੀ ਸਕੂਲ ਐਨਫ ਨਹੀਂ ਹੈ। ਹਾਂਜੀ, ਇੱਥੇ ਵੀ ਉਹ ਇਸ਼ੂਜ਼ ਆ ਰਹੇ ਆ। ਕਈ ਇੱਥੇ ਜਿਹੜੀਆਂ ਐਬਸਫੋਰਡ ਦੇ ਵਿੱਚ ਨਵੀਆਂ ਡਿਵੈਲਪਮੈਂਟਸ ਹੋਈਆਂ ਨੇ, ਉਹਨਾਂ ਵਿੱਚ ਉਹਨਾਂ ਦੇ ਕੋਲ ਕਿਤੇ ਨਜ਼ਦੀਕ ਸਕੂਲ ਨਹੀਂ ਹੈਗੇ, ਸੋ ਉਹਦਾ ਵੀ ਮੁੱਦਾ ਬਹੁਤ ਉੱਠ ਰਿਹਾ। ਬਾਕੀ ਹੁਣ ਐਜੂਕੇਸ਼ਨ ਸਪੈਸ਼ਲੀ ਇਸ ਮਹਾਂਮਾਰੀ ਦੇ ਦੌਰਾਨ ਪੇਰੈਂਟਸ ਨੂੰ ਬਹੁਤ ਮੁਸ਼ਕਿਲ ਹੋ ਰਹੀ ਹੈ ਆਪਦੇ ਬੱਚੇ ਜਿਹੜੇ ਉਹ ਸਕੂਲਸ ਦੇ ਵਿੱਚ ਭੇਜਦੇ ਆ। ਆਪਾਂ ਦੇਖਿਆ ਕਿ ਸਰੀ ਦੇ ਸਕੂਲਾਂ ਦੇ ਵਿੱਚ ਤੇ ਹੁਣ ਐਬਸਫੋਰਡ ਦੇ ਸਕੂਲਾਂ ਦੇ ਵਿੱਚ ਵੀ ਕਈ ਥਾਵਾਂ ਤੇ ਕੇਸਿਸ ਹੋਏ ਆ, ਤੇ ਇੱਥੇ ਫਲੈਕਸੀਬਿਲਿਟੀ ਨਹੀਂ ਹੈਗੀ ਵੀ ਉਹ ਆਨਲਾਈਨ ਕਰ ਸਕਣ ਜਾਂ ਸਕੂਲ ਜਾ ਸਕਣ। ਉਹਨਾਂ ਨੇ ਆਪਸ਼ਨ ਤਾਂ ਦਿੱਤਾ ਸੀ, ਪਰ ਉਹ ਬਹੁਤ ਜ਼ਿਆਦਾ ਲਿਮਿਟਿਡ ਸੀਗਾ। ਸੋ ਇੱਕ ਤਰ੍ਹਾਂ ਦਾ ਧੋਖਾ ਹੀ ਸੀ, ਤੁਸੀਂ ਸਮਝੋ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਆਪਸ਼ਨ ਦਿੱਤੇ ਜਾਣਗੇ, ਪਰ ਮੋਸਟ ਸਟੂਡੈਂਟਸ ਨੂੰ ਆਪਸ਼ਨ ਨਹੀਂ ਮਿਲੇ ਹੈਗੇ ਤੇ ਉਹਨਾਂ ਨੂੰ ਸਕੂਲ ਵਾਪਸ ਰਿਟਰਨ ਕਰਨਾ ਹੀ ਪਿਆ। ਜੀ, ਤੁਹਾਨੂੰ ਕੀ ਲੱਗਦਾ ਜੀ ਨਵੇਂ ਇਮੀਗ੍ਰੈਂਟਸ ਦੇ ਕਿਹੜੇ ਇਸ਼ੂ ਆ ਹੋਰ ਜਿਹੜੇ ਤੁਹਾਨੂੰ ਇੱਥੇ ਆਉਂਦੇ ਆ? ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਮੇਰੀ ਬੇਟੀ ਇਸ ਸਾਲ 6th ਗ੍ਰੇਡ ਵਿੱਚ ਹੈ
ਅੱਛਾ ਜੀ। ਪਿਛਲੇ ਸਾਲ ਉਹ ਪ੍ਰਾਇਮਰੀ ਸਕੂਲ 'ਚ ਸੀ। ਔਰ ਰੌਂਗਟੇ ਖੜੇ ਕਰਨ ਵਾਲੀ ਗੱਲ ਹੈ ਜਦੋਂ ਉਹਨੇ ਦੱਸਿਆ ਕਿ ਉਹਦੇ ਸਕੂਲ 'ਚ ਡਰੱਗ ਇਸ਼ੂ ਹੋਇਆ ਹੈਗਾ, ਸਾਹਮਣੇ ਆਇਆ ਹੈ ਨਾ। ਅੱਛਾ ਜੀ। ਹੁਣ ਪ੍ਰਾਇਮਰੀ 'ਚ ਪੜ੍ਹਦੇ ਬੱਚੇ ਜਿਹੜੇ ਹੈਗੇ ਆ, ਕਿੰਨੀ ਕੁ ਉਹਨਾਂ ਦੀ ਉਮਰ ਆ, ਮਾਸੂਮ ਬੱਚੇ ਆ, ਅਗਰ ਉਹਨਾਂ ਤੱਕ ਇਹ ਲੋਕ ਜਿਹੜੇ ਆ ਉਹਨਾਂ ਨੂੰ ਇਸ ਉਮਰ ਵਿੱਚ ਹੀ ਡਰੱਗਸ ਦੇ ਪ੍ਰਤੀ ਮੋਟੀਵੇਟ ਕਰਨ ਦੇ ਵਿੱਚ ਸਫਲ ਹੋ ਗਏ ਆ, ਤਾਂ ਇਹ ਕਿੱਡੇ ਵੱਡੀ ਚਿੰਤਾ ਦੀ ਗੱਲ ਆ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਉੱਥੋਂ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਉੱਥੋਂ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਵਿਦੇਸ਼ਾਂ ਨੂੰ, ਚਾਹੇ ਕੈਨੇਡਾ ਚਾਹੇ ਆਸਟ੍ਰੇਲੀਆ ਜਾਂ ਕਿਧਰੇ ਵੀ, ਉਹਦੇ 'ਚ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਨਸ਼ਿਆਂ ਦੇ ਡਰ ਦਾ ਹੈ। ਪਰ ਉਹ ਮਤਲਬ ਜੇ ਮੈਂ ਕਹਾਂ ਤਾਂ ਮੈਂ ਤਾਂ ਹਿੱਲ ਗਿਆ ਇਹ ਗੱਲ ਸੁਣ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਅਗਰ ਉਹ ਬੱਚੇ ਉੱਥੇ ਬੀਅਰ ਵਾਲਾ ਇਸ਼ੂ ਸੀ, ਹੈ ਨਾ। ਦੂਸਰੀ ਚੀਜ਼ ਜਿਹੜੀ ਹੋਰ ਇੱਕ ਮੈਨੂੰ ਲੱਗਦਾ ਕਿ ਕੰਸਰਨ ਹੈਗਾ, ਜਿਹੜਾ ਜਿਵੇਂ ਇਹ ਜਿਹੜਾ ਸਾਡਾ ਖਿੱਤਾ ਹੈਗਾ, ਇੱਥੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਹੈਗੀ ਆ ਸਿੱਖਿਆ ਜਾਂ ਸੀਟਾਂ, ਉਹ ਇੰਨੀਆਂ ਹੋਣੀਆਂ ਚਾਹੀਦੀਆਂ ਜਾਂ ਇਸ ਪੱਧਰ ਦੀ ਸਿੱਖਿਆ ਹੋਣੀ ਚਾਹੀਦੀ ਹੈ ਕਿ ਇੱਥੋਂ ਬੱਚਿਆਂ ਨੂੰ ਪੜ੍ਹਨ ਦੇ ਲਈ USA ਨਾ ਜਾਣਾ ਪਵੇ, ਉਹਨਾਂ ਨੂੰ ਆਸਟ੍ਰੇਲੀਆ ਨਾ ਜਾਣਾ ਪਵੇ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਉੱਥੋਂ ਮਾਈਗ੍ਰੇਟ ਹੋਇਆ ਕਿ ਮੇਰੇ ਬੱਚਿਆਂ ਦਾ ਜੀਵਨ ਪੱਧਰ, ਉਹਨਾਂ ਨੂੰ ਵਧੀਆ ਖੁਸ਼ਹਾਲ ਜ਼ਿੰਦਗੀ ਮਿਲੂਗੀ ਅਤੇ ਕੱਲ੍ਹ ਨੂੰ ਉਹਨਾਂ ਨੂੰ ਉੱਥੇ ਪੜ੍ਹਨ ਦੇ ਵਿੱਚ ਯੂਨੀਵਰਸਿਟੀਆਂ 'ਚ ਸਹੂਲਤ ਮਿਲੂਗੀ। ਜਦੋਂ ਮੈਂ ਆਸ ਪੜੋਸ ਦੇਖਦਾ ਹਾਂ, ਉਹ ਕਹਿੰਦੇ ਜੀ ਸੀਟ ਨਹੀਂ ਮਿਲੀ, ਮੇਰੀ ਬੇਟੀ ਤਾਂ USA ਗਈ ਹੈ, ਸੀਟ ਨਹੀਂ ਮਿਲੀ, ਬੇਟਾ ਮੇਰਾ ਆਸਟ੍ਰੇਲੀਆ ਗਿਆ ਹੈ ਪੜ੍ਹਨ। ਹੁਣ ਜਿਹੜਾ ਬੱਚਾ ਆਸਟ੍ਰੇਲੀਆ ਪੜ੍ਹਨ ਗਿਆ, ਮੈਂ ਉੱਥੋਂ ਮਾਈਗ੍ਰੇਟ ਹੋਇਆ ਕਿ ਇਹ ਇੱਥੇ ਪੜ੍ਹਨਗੇ, ਕੱਲ੍ਹ ਨੂੰ ਇਹਨਾਂ ਨੂੰ ਪੜ੍ਹਨ ਦੇ ਲਈ ਮੈਂ ਆਸਟ੍ਰੇਲੀਆ ਭੇਜੂੰਗਾ, ਹੈ ਨਾ। ਤਾਂ ਉਹ ਜਿਹੜਾ ਬੱਚਾ ਆਸਟ੍ਰੇਲੀਆ ਪੜ੍ਹਨ ਗਿਆ, ਉਹਨੇ ਉੱਥੇ 3 ਸਾਲ 4 ਸਾਲ ਪੜ੍ਹਨਾ ਹੈ। 4 ਸਾਲ ਬਾਅਦ ਜਿਵੇਂ ਅੱਗੇ ਇਹਨਾਂ ਨੇ ਡਾਕਟਰਸ ਦੀ ਗੱਲ ਕੀਤੀ ਹੈ, 4 ਸਾਲ ਬਾਅਦ ਉਹਨੇ ਵਾਪਸ ਮੁੜਨਾ ਕਿ ਨਹੀਂ ਮੁੜਨਾ, ਸ਼ਾਇਦ ਉਹਨੇ 4 ਸਾਲ ਦੇ ਵਿੱਚ ਉੱਥੇ ਆਪਣੀ ਸੈਟਲਮੈਂਟ ਕਰ ਲੈਣੀ ਹੈ। ਜਿਹੜਾ USA ਗਿਆ ਹੈ ਉਹਨੇ ਉੱਥੇ ਕਰ ਲੈਣੀ ਹੈ। ਤੇ ਅਸੀਂ ਜਿਹੜੇ ਲੋਕ ਪਰਿਵਾਰਾਂ ਦੇ ਨਾਲ ਬੱਝੇ ਹੋਏ ਆ, ਜਿਹੜੇ ਅਸੀਂ ਕਹਿੰਦੇ ਆ ਕਿ ਸਾਡੀ ਪੂੰਜੀ ਜਿਹੜੀ ਹੈ ਉਹ ਕਾਰਾਂ, ਜ਼ਮੀਨਾਂ, ਕੋਠੀਆਂ, ਘਰ ਨਹੀਂ ਹੈਗੇ, ਸਾਡੀ ਪੂੰਜੀ ਸਾਡੀ ਔਲਾਦ ਆ, ਸਾਡੇ ਬੱਚੇ ਆ, ਤੇ ਉਹ ਤਾਂ ਫਿਰ ਖਿੰਡ ਗਈ। ਉਹਨੂੰ ਖਿੰਡਣ ਤੋਂ ਬਚਾਉਣ ਦੇ ਲਈ ਤਾਂ ਇਹ ਸਾਰਾ ਜਿਹੜਾ ਸੀਗਾ ਬੜਾ ਵੱਡਾ ਮਸਲਾ ਜੀ। ਇਹਦੇ 'ਚ ਇੱਕ ਬੜੀ ਵੱਡੀ ਗੱਲ ਹੈ ਕਿ ਯੂਨੀਵਰਸਿਟੀਆਂ ਇੱਥੋਂ ਦੀਆਂ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਆ ਰਹੇ, ਵੈਲਕਮ। ਕੈਨੇਡਾ ਇਸ ਤਰ੍ਹਾਂ ਦਾ ਮੁਲਕ ਹੈ, ਇਹਨਾਂ ਨੂੰ ਜੀ ਆਇਆਂ ਕਹਿਣਾ ਚਾਹੀਦਾ, ਬਹੁਤ ਵਧੀਆ, ਜਿੰਨੇ ਆਉਣ ਵਧੀਆ। ਪਰ ਇਸ ਕੀਮਤ 'ਤੇ ਨਾ ਆਉਣ ਕਿ ਇੱਥੋਂ ਵਾਲਿਆਂ ਨੂੰ ਸੀਟਾਂ ਮਿਲਣ। ਸੀਟਾਂ ਵਿਕ ਰਹੀਆਂ, ਸੌਦੇ ਹੋ ਰਹੇ ਆ, ਮੋਟੇ ਪੈਸੇ ਲਏ ਜਾ ਰਹੇ ਆ। ਤੁਸੀਂ ਕਮਾਲ ਕਰਦੇ ਹੋ, ਯੂਨੀਵਰਸਿਟੀ 'ਚ ਤੁਹਾਡੀਆਂ ਸੀਟਾਂ ਤੁਸੀਂ ਮੋਟੇ ਜਿਹੜੇ ਰਕਮਾਂ ਇੰਡੀਆ ਵਾਲਿਆਂ ਤੋਂ ਜਾਂ ਪੰਜਾਬ ਵਾਲਿਆਂ ਤੋਂ ਲੈ ਕੇ ਵੇਚੀ ਜਾਓ, ਤੇ ਇੱਥੋਂ ਵਾਲੇ ਕਿੱਧਰ ਜਾਣਗੇ? ਇਹ ਬੱਚੇ ਜਿਹੜੇ ਉੱਚੀਆਂ ਡਿਗਰੀਆਂ ਕਰਕੇ ਇਹਨਾਂ ਨੇ ਕੰਮ ਕਰਨਾ, ਇਹ ਬਾਹਰ ਜਾ ਕੇ ਧੱਕੇ ਖਾਣ। ਕਿਉਂ? ਇਕੱਲਾ ਕੰਪੀਟੀਸ਼ਨ ਨਹੀਂ, ਪੈਸੇ ਦੀ ਗੱਲ ਹੈ। ਕਈ ਵਾਰੀ ਕਹਿ ਦਿੰਦੇ ਆ ਨਾ ਨੰਬਰ ਬਹੁਤ ਲੈ ਰਹੇ ਆ, ਨੰਬਰਾਂ ਦੀ ਗੱਲ ਨਹੀਂ। ਇੱਥੇ ਉਸ ਕਿਸਮ ਦਾ ਜਿਹੜਾ ਵਪਾਰ ਚੱਲ ਰਿਹਾ ਨਾ, BC ਨੂੰ, ਬ੍ਰਿਟਿਸ਼ ਕੋਲੰਬੀਆ ਨੂੰ ਅਸੀਂ ਕਹਿੰਦੇ ਆ ਕਿ ਬੜਾ ਵਧੀਆ, ਜਾਂ ਕੈਨੇਡਾ ਨੂੰ, ਇੱਥੇ ਐਜੂਕੇਸ਼ਨ ਦਾ ਵਪਾਰੀਕਰਨ ਹੋ ਰਿਹਾ। ਤੁਸੀਂ ਜਿਸ ਕਿਸਮ ਦੇ ਵੇਚ ਰਹੇ ਹੋ ਸੀਟਾਂ, ਇਹ ਗਲਤ ਹੈ। ਤੁਸੀਂ ਲਿਆਕਤ ਦੇ ਪੱਧਰ ਤੇ ਇਹਨਾਂ ਨੂੰ ਵੀ ਮੌਕਾ ਦਿਓ, ਉਹਨਾਂ ਨੂੰ ਵੀ, ਪਰ ਇਸ ਹਿਸਾਬ ਨਾਲ ਨਹੀਂ ਕਿ ਵਿਦੇਸ਼ਾਂ 'ਚ ਜਿਹੜੇ ਲੋਕ ਆਉਣ ਵਾਲੇ ਇਹਨਾਂ ਬੱਚਿਆਂ ਦੇ ਬਿਹਾਵ ਤੇ ਲੈ ਲੈਣ। ਫਿਰ ਹੁਣ ਦੇਖੋ ਮੈਡੀਕਲ ਖੇਤਰ ਹੈ ਜਾਂ ਹੋਰ ਹੈ, ਜਿਹੜੇ ਉੱਥੋਂ ਪੜ੍ਹੇ ਲਿਖੇ ਆਉਂਦੇ ਆ, MBBS ਕੀਤੀ ਆ, ਇੰਜੀਨੀਅਰਿੰਗ ਕੀਤੀ ਆ, ਪ੍ਰੋਫੈਸ਼ਨਲੀ ਆ, ਉਹਨਾਂ ਨੂੰ ਕ੍ਰੈਡੈਂਸ਼ੀਅਲ ਇਵੈਲੂਏਸ਼ਨ ਕਿਉਂ ਨਹੀਂ ਕਰਾ ਰਹੇ? ਉਹਨਾਂ ਦੀ ਕ੍ਰੈਡੈਂਸ਼ੀਅਲ ਕਰਾ ਕੇ ਉਹਨਾਂ ਨੂੰ ਯੋਗ ਬਣਾਓ। ਤੁਸੀਂ ਕਹਿੰਦੇ ਡਾਕਟਰ ਹੈ ਨਹੀਂ, ਡਾਕਟਰ ਕਿਉਂ ਨਹੀਂ ਗਏ? ਉੱਥੋਂ ਜਿਹੜੇ 10-10, 20-20 ਸਾਲ ਮਿਹਨਤ ਕਰਕੇ ਆਏ ਆ, ਉਹ ਡਾਕਟਰ ਬਣ ਸਕਦੇ ਆ। ਉਹਨਾਂ ਨੂੰ ਮੌਕੇ ਪ੍ਰਦਾਨ ਕਰੋ। ਅਮਰੀਕਾ ਦੇ ਵਿੱਚ ਜਾ ਕੇ ਤਾਂ ਉਹ ਕੋਰਸ ਕਰ ਲੈਂਦੇ, ਇੱਥੇ ਤੁਹਾਨੂੰ ਕੀ ਹੁੰਦਾ? ਕੈਨੇਡਾ ਦੇ ਵਿੱਚ ਕਿਉਂ ਨਹੀਂ ਕਰ ਸਕਦੇ? ਇਹ ਐਜੂਕੇਸ਼ਨ ਜਿਹੜਾ ਨਾ ਓਵਰਆਲ ਸਿਸਟਮ ਹੈ ਕਿ ਇਹਨਾਂ ਨੇ ਉਹਨਾਂ ਦੀ ਨੰਬਰਿੰਗ ਕਿਵੇਂ ਕਰਨੀ ਆ, ਗ੍ਰੇਡ ਕਿਸ ਤਰ੍ਹਾਂ ਕਰਨੇ ਆ, ਉਹਦੇ 'ਚ ਵੀ ਸੁਧਾਰ ਦੀ ਲੋੜ ਆ। ਡਾਕਟਰ ਹੋਵੇ, ਵੈਟਰਨਰੀ ਹੋਵੇ, ਟਰੱਕ ਚਲਾਉਂਦਾ ਹੋਵੇ, ਟੈਕਸੀ ਚਲਾਉਂਦਾ ਹੋਵੇ, ਇੰਡਸਟਰੀਆਂ ਮਾੜੀਆਂ ਨਹੀਂ, ਪਰ ਉਹ ਉਹਨਾਂ ਵਾਸਤੇ ਨਹੀਂ ਬਣਿਆ, ਉਹ ਬਣਿਆ ਕਿਸੇ ਕੰਮ ਲਈ ਹੋਰ ਸੀ। ਉਹ ਜੇ ਐਜੂਕੇਸ਼ਨ ਦੀ ਸਿੱਖਿਆ ਲੈ ਕੇ ਆਇਆ, ਤੁਸੀਂ ਕੋਰਸ ਕਰਾ ਕੇ ਉਹਨੂੰ ਮੌਕਾ ਦਿਓ। ਇੰਨੀਆਂ ਮੁਸ਼ਕਲਾਂ ਨਾਲ ਪੈਦਾ ਕਰ ਦਿਓ ਕਿ ਉਹ ਬੰਦਾ ਫੀਲਡ ਹੀ ਛੱਡ ਜਾਏ। ਸੋ ਇਹ ਕੈਨੇਡਾ ਦੀ ਤੇ BC ਦੀ ਦੋਨਾਂ ਦੀ ਸਮੱਸਿਆ ਜਿਹੜੀ ਕਿ ਐਡਰੈਸ ਕਰਨ ਦੀ ਲੋੜ ਹੈ। ਤੁਹਾਨੂੰ ਲੱਗਦਾ ਵੀ ਇੱਥੇ ਉਹਨਾਂ ਦੀਆਂ ਸੀਟਾਂ ਇੰਟਰਨੈਸ਼ਨਲ ਸਟੂਡੈਂਟ ਲੈ ਜਾਂਦੇ ਆ ਜੀ? ਬਹੁਤ ਜ਼ਿਆਦਾ ਇਸ ਵੇਲੇ ਹੋ ਰਿਹਾ ਜੀ। ਇੰਟਰਨੈਸ਼ਨਲ ਸਟੂਡੈਂਟ ਦੇ ਵਾਸਤੇ ਮੌਕੇ ਪੂਰੇ ਹੋਣ, ਲੋੜ ਤੋਂ ਵੱਧ ਮੌਕੇ ਮਿਲ ਰਹੇ ਆ ਜਿਹੜੇ ਕਿ ਚਾਹੀਦੇ ਨੇ। ਪਰ ਸਮੱਸਿਆ ਇਹ ਹੈ ਕਿ ਇੱਥੋਂ ਦੇ ਬੱਚਿਆਂ ਦੇ ਮੁਤਾਬਕ ਜਿਹੜੀਆਂ ਸੀਟਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ, ਵੱਧ ਤੋਂ ਵੱਧ ਮੋਟੀਆਂ ਰਕਮਾਂ ਦੇ ਕੇ ਉੱਥੋਂ ਸੀਟਾਂ
ਲਈਆਂ ਜਾਂਦੀਆਂ ਯੂਨੀਵਰਸਿਟੀਆਂ 'ਚ, ਜਿਹੜੇ ਕਾਲਜ 'ਚ। ਤੁਸੀਂ ਦੇਖੋ ਜਿਸ ਕਿਸਮ ਦਾ ਇਸ ਵੇਲੇ ਵਪਾਰ ਚੱਲ ਰਿਹਾ, ਮੀਡੀਆ 'ਚ ਆਪਾਂ ਨਿੱਤ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਉੱਥੋਂ ਹੀ ਜਿਹੜਾ ਵਿਕਰੀ ਸ਼ੁਰੂ ਹੋ ਜਾਂਦੀ ਹੈ ਕਿ ਕੈਨੇਡਾ ਜਾਣਾ। ਪਹਿਲਾਂ ਚਾਹੇ ਏਜੰਟ ਨੇ, ਬਾਅਦ ਦੇ ਵਿੱਚ ਜਿਹੜੇ ਉਹ ਕਾਲਜਾਂ ਵਾਲੇ ਨੇ, ਫਿਰ ਯੂਨੀਵਰਸਿਟੀਆਂ ਵਾਲੇ ਨੇ, ਅੰਦਰੋਂ ਅੰਦਰ ਜਿਹੜਾ ਉਹਨਾਂ ਦਾ ਸੌਦਾ ਹੁੰਦਾ। ਤੇ ਸੀਟਾਂ ਕਿਹਨਾਂ ਦੀਆਂ ਜਾਂਦੀਆਂ? ਇਹਨਾਂ ਬੱਚਿਆਂ ਦੀਆਂ। ਉਹਨਾਂ ਨੂੰ ਥਾਂ ਨਹੀਂ ਮਿਲ ਰਿਹਾ। ਇਹ ਵੈਸੇ ਇਹ ਬੱਚੇ ਜ਼ਿਆਦਾ ਬਿਹਤਰ ਦੱਸ ਸਕਦੇ ਨੇ ਇਸ਼ੂਜ਼ ਤੇ ਜਿਹੜੇ ਫੇਸ ਕਰ ਰਹੇ ਨੇ। ਤੇ ਅਸੀਂ ਆਪਣੇ ਸਾਰੇ ਹੀ ਬੱਚਿਆਂ ਲਈ ਚਿੰਤਤ ਹਾਂ। ਆਪਾਂ ਜਦੋਂ ਆਪਾਂ ਬਾਕੀਆਂ ਨੂੰ ਆਪਾਂ ਬੱਚਿਆਂ ਨੂੰ ਕਹਿੰਦੇ ਹਾਂ, ਕੈਨੇਡੀਅਨ ਐਗਜ਼ਾਮਪਲ ਬੱਚਿਆਂ ਨੂੰ ਕਹਿੰਦੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਬਿਲਕੁਲ ਅਸੀਂ ਖੁਦ ਉਸ ਮੁਸ਼ਕਲ ਦੇ ਵਿੱਚ ਆਏ ਹਾਂ। ਉਹ ਕਹਿੰਦੇ ਠੀਕ ਆ ਜੀ, ਵਿਤਕਰਾ ਨਹੀਂ ਹੋਣਾ ਚਾਹੀਦਾ, ਪਰ ਸਾਡੇ ਢਿੱਡ ਤੇ ਲੱਤ ਕਿਉਂ ਮਾਰਦੇ ਹੋ? ਜਿਹੜੀਆਂ ਸੀਟਾਂ ਦੇ ਲਈ ਅਸੀਂ ਵੀ ਕਾਬਲ ਹਾਂ, ਉਹਨਾਂ ਦਾ ਜੇ ਯੂਨੀਵਰਸਿਟੀਆਂ ਵਾਲੇ ਜਿੱਥੇ ਜੇ 20 ਸੀਟਾਂ ਨੇ, ਉਹਨਾਂ 'ਚੋਂ 10 15 ਤੁਸੀਂ ਦੇ ਰਹੇ ਹੋ, ਤੇ ਇੱਥੋਂ ਵਾਲੇ ਬੱਚੇ ਬਾਹਰ ਜਾ ਰਹੇ ਆ। ਮੁਸ਼ਕਲ ਤਾਂ ਆਏਗੀ ਨਾ। ਐਂਡ ਆਫ ਦੀ ਡੇ ਬੱਚਿਆਂ ਦਾ ਇੰਟਰਸਟ ਹੀ ਨਹੀਂ ਰਹਿਣਾ। ਅਸੀਂ ਪੋਲਿਟਿਕਸ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਰੋਟੀ ਦੇ ਲਾਲੇ ਪਏ ਆ ਜੀ। ਅਸਲ 'ਚ ਮੈਂ ਜਦੋਂ ਪਹਿਲਾਂ ਆਸਟ੍ਰੇਲੀਆ ਕੁਝ ਸਮਾਂ ਰਿਹਾ ਤਾਂ ਉੱਥੇ ਦੇਖਿਆ ਸੀ ਕਿ ਯੂਨੀਵਰਸਿਟੀ ਜਿਹੜੀ ਆ ਨਾ, ਉਹ ਆਪਣੇ ਲੋਕਲ ਬੱਚਿਆਂ ਕੋਲੋਂ ਜੋ ਫੀਸ ਲੈਂਦੀਆਂ ਇੰਟਰਨੈਸ਼ਨਲ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ 6 ਗੁਣਾ ਜ਼ਿਆਦਾ ਚਾਰਜ ਕਰਦੀਆਂ ਸੀ। ਅੱਛਾ ਜੀ। ਇੱਥੇ ਸ਼ਾਇਦ ਕੁਝ 4 ਕੁ ਗੁਣਾ ਦਾ ਫਰਕ ਹੈ, 3-4 ਗੁਣਾ। ਹਾਂਜੀ ਹਾਂਜੀ। ਸੋ ਯੂਨੀਵਰਸਿਟੀ ਪ੍ਰੈਫਰ ਕਰ ਰਹੀ ਹੈ ਕਿ $10,000 ਦੀ ਜਗ੍ਹਾ ਅਗਰ $30,000 ਮਿਲ ਰਿਹਾ ਤਾਂ ਉਹ ਕਿਉਂ ਨਾ ਲਿਆ ਜਾਵੇ। ਫੰਡਸ ਦੀ ਲੋੜ ਹੈ, ਉਸੇ ਬੱਚੇ ਨੂੰ ਪੜ੍ਹਾਉਣਾ, ਉਹ 3 ਗੁਣਾ ਵੱਧ ਪੇ ਕਰ ਰਿਹਾ। ਪਰ ਹੁਣ ਇੱਥੇ ਸਮੱਸਿਆ ਕੀ ਹੈ ਕਿ ਜਿਹੜੇ ਮਾਪੇ ਨੇ ਇੱਥੇ, ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲ ਥੋੜੀ ਜਿਹੀ ਰੋਸ ਭਰੀ ਨਜ਼ਰ ਨਾਲ ਦੇਖਦੇ ਆ ਕਿ ਇਹ ਸਾਡੇ ਬੱਚਿਆਂ ਦੀਆਂ ਸੀਟਾਂ ਇਹਨਾਂ ਨੇ ਖੋਹ ਲਈਆਂ। ਉਹਨਾਂ ਦਾ ਦੋਸ਼ ਕੋਈ ਨਹੀਂ। ਬਿਲਕੁਲ ਦੋਸ਼ ਵਿੱਚ ਜਿਹੜੀ ਬੈਠੀ ਸੰਸਥਾ ਹੈ ਉਹਦਾ ਦੋਸ਼ ਹੈ ਕਿ ਤੁਸੀਂ ਹੁਣ ਮੈਂ ਅਗਰ ਆਪਣੇ ਪਰਿਵਾਰ ਦੀ ਗੱਲ ਕਰਾਂ, ਮੈਂ ਆਪਣੇ ਬੱਚਿਆਂ ਨੂੰ ਖਾਣਾ ਦੇ ਨਹੀਂ ਸਕਾਂ ਤਾਂ ਮੈਂ ਲੰਗਰ ਕਿਵੇਂ ਲਗਾ ਸਕਦਾ? ਸਭ ਤੋਂ ਪਹਿਲਾਂ ਤਾਂ ਮੈਨੂੰ ਉਹਨਾਂ ਨੂੰ ਭਰ ਪੇਟ ਖਾਣਾ ਦੇਣ ਦੀ ਜ਼ਰੂਰਤ ਹੈ ਨਾ। ਉਸ ਤੋਂ ਬਾਅਦ ਮੈਂ ਹੋਰ ਜਨਰੇਟ ਕਰਾਂ, ਹੋਰ ਪੈਦਾ ਕਰਾਂ, ਉਹਦੇ ਨਾਲ ਮੈਂ ਲੰਗਰ ਲਗਾ ਦਵਾਂ। ਹੁਣ ਇੱਥੇ ਤਾਂ ਲੰਗਰ ਵਾਲੀ ਵੀ ਗੱਲ ਨਹੀਂ, ਯੂਨੀਵਰਸਿਟੀ ਨੇ ਕਮਾਉਣਾ ਹੈਗਾ ਨਾ। ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਆ, ਉਹ ਸਾਡੇ ਹੀ ਭੈਣ ਭਾਈ ਨੇ, ਸਾਡੇ ਹੀ ਬੱਚੇ ਨੇ। ਪਰ ਇਹ ਉਹਦਾ ਵਧੀਆ ਹੱਲ ਕਿਉਂ ਨਹੀਂ ਕੱਢਦੇ ਕਿ ਇੱਥੋਂ ਵਾਲੇ ਬੱਚਿਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਬਣ ਕੇ ਹੋਰ ਜਗ੍ਹਾ ਜਾਣਾ ਪੈਂਦਾ, ਕਿਧਰੋਂ ਹੋਰ ਦੇ ਅੰਤਰਰਾਸ਼ਟਰੀ ਬਣ ਕੇ ਇੱਥੇ ਆਉਂਦੇ ਨੇ। ਤੇ ਇਵੇਂ ਫਿਰ ਆਸਟ੍ਰੇਲੀਆ ਵਾਲੇ USA ਪੜ੍ਹਨ ਜਾਣ, USA ਵਾਲੇ ਕੈਨੇਡਾ ਆ ਜਾਣ, ਕੈਨੇਡਾ ਵਾਲੇ ਉੱਧਰ ਚਲੇ ਜਾਣ। ਪਰ ਇਹਦੇ ਸਾਰੇ ਇਸ ਵਪਾਰ ਦੇ ਵਿੱਚ ਨੁਕਸਾਨ ਕਿਹਦਾ ਹੋ ਰਿਹਾ? ਤੁਹਾਡਾ ਤੇ ਸਾਡਾ, ਆਮ ਲੋਕਾਂ ਦਾ, ਆਮ ਬੱਚਿਆਂ ਦਾ। ਪਹਿਲਾਂ ਤਾਂ ਜੀ ਕੈਨੇਡੀਅਨ ਬੱਚਿਆਂ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ, ਕਿਉਂਕਿ ਉਹ ਕੈਨੇਡੀਅਨ ਨਾ, ਉਹ ਦੂਸਰੇ ਕੰਟਰੀ 'ਚ ਕਿਉਂ ਪੜ੍ਹਨ ਜਾਣ? ਜੀ ਜੀ ਹਾਂਜੀ, ਇਹ ਸੋਚਣ ਵਾਲੀ ਗੱਲ ਇਹ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਉਹ ਯੂਨੀਵਰਸਿਟੀਜ਼ ਦੀ ਬੈਕਬੋਨ ਬਣ ਚੁੱਕੇ ਆ। ਐਂਡ ਦੈਟਸ ਗ੍ਰੇਟ, ਕਿਉਂਕਿ ਉਹਦੇ ਹਿਸਾਬ ਨਾਲ ਜੇ ਆਪਾਂ ਸੋਚੀਏ, ਜੇ ਇੰਨੀ ਵੈਲਥ ਜਨਰੇਟ ਹੋ ਰਹੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ, ਤਾਂ ਓਪਰਚੁਨਿਟੀਜ਼ ਵਧਣੀਆਂ ਚਾਹੀਦੀਆਂ ਨੇ। ਆਪਾਂ ਨੂੰ ਇੱਥੇ ਬੈਠੇ ਆਏ ਨਹੀਂ ਸੋਚਣਾ ਚਾਹੀਦਾ ਵੀ ਇੰਟਰਨੈਸ਼ਨਲ ਸਟੂਡੈਂਟਸ ਸਾਡੀ ਜਗ੍ਹਾ ਲੈ ਰਹੇ ਆ। ਸਾਨੂੰ ਸਗੋਂ ਐਂ ਸੋਚਣਾ ਚਾਹੀਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਕਰਕੇ ਆਪਣੀ ਇੰਨੀ ਵੈਲਥ ਜਨਰੇਟ ਹੋਈ ਆ, ਯੂਨੀਵਰਸਿਟੀਜ਼ ਨੇ ਇੰਨਾ ਪੈਸਾ ਕਮਾਇਆ ਕਿ ਉਹਨਾਂ ਨੂੰ ਹੋਰ ਓਪਰਚੁਨਿਟੀਜ਼ ਕੱਢਣੀਆਂ ਚਾਹੀਦੀਆਂ ਨੇ। ਸੋ ਪੈਸੇ ਤਾਂ ਉਹਨਾਂ ਦੇ ਜਨਰੇਟ ਹੋਈ ਜਾਂਦੇ ਆ, ਪਰ ਉਹਨਾਂ ਨੇ ਓਪਰਚੁਨਿਟੀਜ਼ ਇਨਕਰੀਜ਼ ਕੀਤੀਆਂ ਨਹੀਂ ਹੈਗੀਆਂ। ਸੋ ਇਹ ਨਾ ਇੰਟਰਨੈਸ਼ਨਲ ਸਟੂਡੈਂਟਸ ਦੀ ਫਾਲਟ ਹੈ, ਮੈਂ ਤਾਂ ਸਗੋਂ ਕਹੂੰਗੀ ਲਾਈਕ ਇੰਟਰਨੈਸ਼ਨਲ ਸਟੂਡੈਂਟਸ ਆਰ ਵੈਲਕਮ ਵਿਦ ਓਪਨ ਆਰਮਸ। ਤੇ ਪਰ ਇਹਦੇ ਵਿੱਚ ਇਹ ਸੋਚਣ ਵਾਲੀ ਗੱਲ ਹੈ ਵੀ ਉਹ ਜਿਹੜਾ ਪੈਸਾ ਜਿਹੜਾ ਜਨਰੇਟ ਹੋਇਆ ਉਹ ਕਿੱਥੇ ਗਿਆ, ਕਿਉਂਕਿ ਆਪਾਂ ਕੁਛ ਵਾਧਾ ਤਾਂ ਦੇਖਿਆ ਨਹੀਂ ਹੈਗਾ। ਸੋ ਵੇਅਰ ਇਜ਼ ਦੈਟ ਮਿਸਿੰਗ ਮਨੀ? ਧਾਲੀਵਾਲ ਸਾਹਿਬ, ਇਹ ਕਿਹੜੀ ਯੂਨੀਵਰਸਿਟੀ ਚ ਆਉਂਦਾ? ਇਹ ਅਧਿਕਾਰ ਖੇਤਰ ਕਿਹੜਾ ਹੈ? ਕੌਣ ਕਰ ਸਕਦਾ ਇਹਨੂੰ? ਬੇਸਿਕਲੀ ਜਿਵੇਂ ਪ੍ਰੋਵਿੰਸ਼ੀਅਲ ਪੱਧਰ ਤੇ, ਜਿਵੇਂ ਅਸੀਂ ਐਬਸਫੋਰਡ ਵਿੱਚ ਬੈਠੇ ਹਾਂ, ਯੂਨੀਵਰਸਿਟੀ ਫਰੇਜ਼ਰ ਵੈਲੀ ਯੂਨੀਵਰਸਿਟੀ ਆਪਣੀ ਹੈ। ਤੁਸੀਂ ਚਲੇ ਜਾਓ, ਉੱਥੇ ਵਨਸਵੰਤਾ ਸਾਡੇ ਬਹੁਤ ਬੱਚੇ ਇੰਟਰਨੈਸ਼ਨਲ ਸਟੂਡੈਂਟ ਯੂਨੀਵਰਸਿਟੀ ਭਰੀ ਪਈ ਹੈ। ਸਾਡੇ ਆਪਣੇ ਅਸੀਂ ਜਦੋਂ ਕੋਈ ਫੋਨ ਆਉਂਦਾ ਕਹਿੰਦਾ ਵੀ ਅਸੀਂ ਕੈਨੇਡਾ 'ਚ ਆ ਰਹੇ ਹਾਂ, ਐਬਸਫੋਰਡ ਵਾਲੀ ਯੂਨੀਵਰਸਿਟੀ 'ਚ ਆ ਰਹੇ ਹਾਂ, ਇਹ ਮੈਨੂੰ ਲੱਗਦਾ ਸਭ ਤੋਂ ਮੋਹਰੀ ਹੈ ਇਸ ਵੇਲੇ। ਬਹੁਤ ਵਧੀਆ ਇੰਟਰਨੈਸ਼ਨਲ ਸਟੂਡੈਂਟ ਦਾ ਤਾਂ ਕੋਈ, ਉਹਨਾਂ ਦੀ ਤਾਂ ਕਿਸੇ ਨੂੰ ਨਫ਼ਰਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਨਾ ਹੁੰਦਾ। ਉਹ ਤਾਂ ਇਸ ਵੇਲੇ ਬਹੁਤ ਵਧੀਆ ਰੋਲ ਅਦਾ ਕਰ ਰਹੇ ਆ। ਪਰ ਸਮੱਸਿਆ ਇਹ ਹੈ ਕਿ ਯੂਨੀਵਰਸਿਟੀ ਦਾ ਕੋਈ ਮਾਪਦੰਡ ਵੀ ਤਾਂ ਹੋਣਾ ਚਾਹੀਦਾ ਨਾ। ਹੁਣ ਇੱਥੇ ਬਹੁਤ ਵੱਡੀ ਤਾਦਾਦ 'ਚ ਸਟੂਡੈਂਟ ਆ ਰਹੇ, ਵੱਖ-ਵੱਖ ਕੋਰਸ ਲੈ ਲਓ ਤੁਸੀਂ, ਮੈਡੀਕਲ ਜਾਂ ਨਾਨ ਮੈਡੀਕਲ ਨੂੰ ਛੱਡੋ, ਬਾਕੀ ਆਰਟਸ ਦੇ ਕੋਰਸ ਵੀ ਲੈ ਲਓ, ਉਹਨਾਂ 'ਚ ਵੀ ਬੱਚੇ ਭਰੇ ਪਏ ਆ ਸਾਡੇ, ਜਿਹੜੇ ਬਾਹਰੋਂ ਆਉਂਦੇ ਆ, ਪੰਜਾਬ ਤੋਂ ਜਾਂ ਇੰਡੀਆ ਤੋਂ, ਬਹੁਤ ਵੱਡੀ ਤਾਦਾਦ ਦੇ ਵਿੱਚ। ਤੇ ਉਹਨਾਂ ਨੇ ਰਕਮਾਂ ਵੀ ਚੰਗੀਆਂ ਦਿੱਤੀਆਂ। ਪਰ ਕਿਤੇ ਕੋਈ ਚੈੱਕਸ ਤੇ ਬੈਲੈਂਸ ਵੀ ਹੋਣੇ ਚਾਹੀਦੇ ਆ ਨਾ। ਕਿਤੇ ਕਿਸੇ ਜੇ BC ਦੀ ਸਰਕਾਰ ਨੇ ਯੂਨੀਵਰਸਿਟੀ ਬਣਾਤੀ
ਤੇ ਇਸ ਯੂਨੀਵਰਸਿਟੀ ਦੇ ਲਈ ਕੋਈ ਇੱਕ ਇਹੋ ਜਿਹਾ ਫੈਸਲਾ ਵੀ ਹੋਣਾ ਚਾਹੀਦਾ ਕਿ ਇੰਨੇ ਪੈਸੇ ਆ ਗਏ, ਹੁਣ ਇੰਨੀਆਂ ਸੀਟਾਂ ਹੋਰ ਕੱਢਾਂਗੇ, ਇੰਨਾ ਵਾਧਾ ਹੋਏਗਾ। ਇੱਥੋਂ ਵਾਲੇ ਬੱਚਿਆਂ ਲਈ ਮੁਸ਼ਕਿਲ ਆ। ਇਹ ਕੀ ਪ੍ਰੋਵਿੰਸ ਦਾ ਮਸਲਾ ਹੈਗਾ ਇਹ? ਬਿਲਕੁਲ ਜੀ, ਇਹ ਮਸਲਾ ਮੈਂ ਹੁਣ ਆਪਾਂ ਬੈਠੇ ਹਾਂ ਇੱਥੇ ਲੋਕਲ ਲੈਵਲ ਤੇ ਇਸ ਗੱਲ ਨੂੰ ਕਰ ਸਕਦੇ ਹਾਂ, ਕਿਉਂਕਿ ਯੂਨੀਵਰਸਿਟੀ ਜਦੋਂ ਬਣੀ ਸੀ ਪ੍ਰੋਵਿੰਸ਼ੀਅਲ ਸਰਕਾਰ ਦਾ ਇਹਦੇ ਵਿੱਚ ਮੇਨ ਰੋਲ ਸੀ। ਤੇ ਮੈਨੂੰ ਯਾਦ ਹੈ ਕਿ ਉਦੋਂ ਜਦੋਂ ਫੰਡ ਰੇਜ਼ ਹੋਇਆ ਉਸ ਵੇਲੇ ਮੈਂ ਰੇਡੀਓ ਤੇ ਸੀ, ਅਸੀਂ ਤਕਰੀਬਨ ਕਈ ਦਿਨ ਲਗਾਤਾਰ ਫੰਡ ਰੇਜ਼ ਕੀਤਾ ਕਿ ਇੱਥੇ ਕਾਲਜ ਯੂਨੀਵਰਸਿਟੀ ਬਣੀ। ਸੂਬਾਈ ਸਰਕਾਰ ਨੇ ਹੀ ਯੂਨੀਵਰਸਿਟੀ ਬਣਾਉਣ ਦਾ ਇਨੀਸ਼ੀਏਟਿਵ ਲਿਆ, BC ਸਰਕਾਰ ਨੇ। BC ਸਰਕਾਰ ਦੇ ਜੂਰੀਡਿਕਸ਼ਨ ਦੇ ਵਿੱਚ ਬਹੁਤ ਵੱਡਾ ਹਿੱਸਾ ਫੈਡਰਲ ਹਿੱਸਾ ਇਮੀਗ੍ਰੇਸ਼ਨ ਦਾ, ਇਹਨਾਂ ਦਾ ਹਿੱਸਾ ਜਿਹੜਾ ਆਪਣੇ ਐਜੂਕੇਸ਼ਨ ਸੈਕਟਰ BC ਸਰਕਾਰੀ ਪ੍ਰੋਵਿੰਸ਼ੀਅਲ ਲੈਵਲ ਤੇ ਹੈ। ਸੋ ਜੇ ਐਜੂਕੇਸ਼ਨ ਦੇ ਵਿੱਚ ਕੋਈ ਨੁਕਸਾਨ ਹੋ ਰਿਹਾ ਤਾਂ ਉਹ ਖਿਆਲ ਰੱਖਣਾ ਬਣਦਾ। ਫਿਰ ਉਹੀ ਗੱਲ ਹੈ ਜਿਹੜੀ ਗੁਰਵੀਰ ਹੋਣਾ ਨੇ ਕਹੀ ਹੈ, ਮਸਲਾ ਇਹ ਨਹੀਂ ਕਿ ਬਾਹਰੋਂ ਬੱਚੇ ਕਿਉਂ ਆ ਰਹੇ ਆ, ਮਸਲਾ ਇਹ ਹੈ ਕਿ ਇਹਨਾਂ ਬੱਚਿਆਂ ਦਾ ਕੀ ਬਣੇਗਾ, ਇਹ ਕਿੱਧਰ ਜਾਣਗੇ। ਇਹਨਾਂ ਨੂੰ ਮੌਕਾ ਦੇਣ ਲਈ ਸੀਟਾਂ ਵਧਾਓ, ਇਹਨਾਂ ਨੂੰ ਵੀ ਚਾਂਸ ਦਿਓ, ਤੇ ਹਰ ਗੱਲ ਦਾ ਵਪਾਰੀਕਰਨ ਜਾਂ ਨਿੱਜੀਕਰਨ ਨਾ ਹੋਵੇ, ਜਿਹੜਾ ਕਿ ਇੱਕ ਬੜੀ ਵੱਡੀ ਸਮੱਸਿਆ ਕੈਨੇਡਾ 'ਚ ਜਾਂ BC 'ਚ ਅਸੀਂ ਪਸੰਦ ਇਹੀ ਕਰਦੇ ਹਾਂ ਕਿ ਨਿੱਜੀਕਰਨ, ਪ੍ਰਾਈਵੇਟਾਈਜੇਸ਼ਨ ਨਾ ਹੋਵੇ, ਐਜੂਕੇਸ਼ਨ ਦੀ ਨਾ ਹੋਵੇ, ਮੈਡੀਕਲ ਦੀ ਨਾ ਹੋਵੇ, ਇਹਨਾਂ ਚੀਜ਼ਾਂ ਦੀ ਨਾ ਹੋਵੇ। ਪਰ ਜੋ ਹਾਲ ਹੋ ਰਿਹਾ ਅੱਜ ਦੀ ਤਰੀਕ ਨੋਟ ਕਰ ਲਈਏ, ਆਉਂਦੇ 20 ਸਾਲਾਂ ਦੇ ਵਿੱਚ ਨਿੱਜੀਕਰਨ ਵੱਲ ਸਾਡਾ ਇਹ ਸੂਬਾ ਵੀ ਵੱਧ ਰਿਹਾ, ਤੇ ਇੱਕ ਦਿਨ ਉਹੀ ਹੋਣਾ ਕਿ ਜਿਹੜਾ ਜਿਹਦੇ ਕੋਠੀ ਦਾਣੇ ਉਹਦੇ ਕਮਰੇ ਵੀ ਸਿਆਣੇ, ਜਿਹਦੇ ਕੋਲੇ ਪੈਸੇ ਆਉਣੇ ਸਾਰਾ ਕੁਝ ਆਪਣਾ ਪੜ੍ਹਾ ਲਿਖਾ ਲੈਣਾ, ਬਾਕੀਆਂ ਦੇ ਰੁੱਝ ਜਾਣੇ ਨਿਆਣੇ। ਦੇਵ ਸਿੱਧੂ ਜੀ, ਇੱਕ LMIA ਦਾ ਬਹੁਤ ਮੁੱਦਾ ਉੱਠਿਆ, ਲੋਕ ਆਉਂਦੇ ਆ ਕੰਮਕਾਰ ਕਿਸੇ ਤਰ੍ਹਾਂ, ਜਿਹੜੀਆਂ ਅਖਬਾਰਾਂ ਦੱਸਦੀਆਂ ਕਿ ਉਹ ਜਿਹੜੇ ਕੰਸਲਟੈਂਟ ਆ ਉਹਨਾਂ ਦੇ ਨਾਲ ਪੱਕੇ ਹੋਣ ਦੀ ਗੱਲਬਾਤ ਚੱਲਦੀ ਆ, ਇਹ ਇਸ਼ੂ ਹੈਗਾ ਇੱਥੇ ਵੀ? ਹਾਂਜੀ, ਜ਼ਰੂਰ ਇਸ਼ੂ ਹੈਗਾ ਜੀ। ਹਾਂਜੀ, ਕਿਹੜੇ ਆਪਣੇ ਆਉਂਦੇ ਆ ਇੱਥੇ, ਨਾਲ ਕੰਮ ਵੀ ਹੈ ਨਹੀਂ, ਇੱਕ ਇੱਥੇ ਆ ਜਾਣ ਪੈਸੇ ਦੇ ਦਿੰਦੇ ਆ, ਫਿਰ ਇੱਥੇ ਜਦੋਂ ਕੰਮ ਹੈ ਨਹੀਂ ਉਹਦਾ, ਉਹ ਐਵੇਂ ਫੇਕ LMIA ਹੀ ਹੁੰਦਾ ਜੀ। ਰਾਈਟ, ਵਾਧੂ ਇਸ਼ੂ ਆ ਆਪਣਾ, ਬਿਕਾਜ਼ ਉਹ ਹੁਣ ਕਿਹੜੇ ਬੰਦੇ ਨੇ ਹੁਣ ਐਕਚੁਅਲੀ ਅਪਲਾਈ ਕਰਨਾ, ਉਹ ਵਿਚਾਰੇ ਅਪਰੂਵ ਨਹੀਂ ਹੁੰਦੇ, ਕਿਹੜੇ ਦੂਜੇ ਹੁੰਦੇ ਨਹੀਂ ਅਪਰੂਵ ਵਾਲੇ, ਉਹ ਹੋ ਹੀ ਜਾਂਦੇ ਆ ਜੀ। ਸੋ ਦੈਟਸ ਡੈਫੀਨਿਟਲੀ ਐਨ ਇਸ਼ੂ। ਉਹ ਹੁਣ ਫੈਡਰਲ ਇਸ਼ੂ ਹੀ ਹੈ ਜੀ ਆਪਣੀ, ਰਾਈਟ, LMIA ਦੀ। ਦੈਟ ਇਜ਼ ਸਮਥਿੰਗ ਦੈਟ ਨੀਡਸ ਟੂ ਬੀ ਡਨ ਬਾਈ ਆਪਣੀ ਕਿਹੜੀ ਸੈਂਟਰਲ ਗਵਰਨਮੈਂਟ ਹੈ ਜੀ। ਉੱਥੇ ਕੋਈ ਰਿਕੁਆਇਰਮੈਂਟਸ ਤਾਂ ਚੇਂਜ ਕਰਨੀ ਪੈਣੀ ਹੈ ਜੀ। ਕੁਣਾਲ ਸ਼ਰਮਾ ਜੀ, ਆਖਰ ਦੇ ਵਿੱਚ ਤੁਸੀਂ ਇਸ ਸਾਰੀ ਗੱਲ ਨੂੰ ਕਿੱਦਾਂ ਕਨਕਲੂਡ ਕਰਦੇ ਹੋ? ਤੁਹਾਨੂੰ ਕੀ ਲੱਗਦਾ ਕਿ ਕਿਹੜੇ ਇਸ਼ੂਜ਼ ਹੈਗੇ ਆ, ਕੀ ਇਹਦਾ ਹੱਲ ਹੋਣਾ ਚਾਹੀਦਾ? ਮੇਰੇ ਹਿਸਾਬ ਦੇ ਨਾਲ ਤੇ ਮੇਨ ਤੇ ਆਈ ਗੈਸ ਟਰਾਂਸਪੋਰਟੇਸ਼ਨ ਦਾ ਸਭ ਤੋਂ ਵੱਡਾ ਹੈਗਾ। I think the BC government, the new government, whoever it is, has to make the highway all the way from 216 to Hope. ਇਹ ਬੜੇ ਚਿਰ ਦੀ ਗੱਲ ਬਾਤ ਹੈ, ਬਣਾਉਂਦੇ ਕਿਉਂ ਨਹੀਂ? ਤੁਹਾਨੂੰ ਕੀ ਲੱਗਦਾ ਕਾਰਨ ਕੀ ਹੈ, ਕਿਉਂ ਨਹੀਂ ਬਣਾਉਂਦੇ? ਮਨੀ ਨਹੀਂ ਹੈਗੀ, I don't know, I really don't know. ਨਹੀਂ, ਬਹੁਤ ਵੱਡਾ ਇਸ਼ੂ ਆ ਇੱਥੇ ਦਾ ਐਬਸਪੋਰਟ ਦੇ ਵਿੱਚ, ਜਿਹਦੇ ਨਾਲ ਵੀ ਗੱਲ ਕਰ ਲਓ, ਇੱਕ ਮਤਲਬ ਕਿੰਨਾ ਟਾਈਮ ਲੱਗ ਜਾਂਦਾ, ਪਰ ਬਣਦਾ ਕਿਉਂ ਨਹੀਂ? I don't have the answer, and the only one that can give me the answer is the government, right? So as someone had said कि liberal government ने भी promise किया सी सानू, ते NDP government ने भी नहीं, ते दोनों ने नहीं बनाया। So जी, it's a very big problem, I would say. ਉਹਦੇ ਬਾਅਦ I guess education has a very big factor to play, क्योंकि ਉਹੀ ਫਿਰ youth ready ਹੋਗਾ ਸਾਡੇ ਲਈ। youth ਇੱਕ ਵਾਰੀ ready ਹੋ ਗਿਆ, then they'll vote, then they'll come into elections. So that would be the second biggest according to me. ਜੀ ਦੇਵ ਸਿੱਧੂ ਜੀ, ਤੁਹਾਡੇ ਹਿਸਾਬ ਨਾਲ ਕੀ ਸਮੱਸਿਆ ਤੇ ਹੱਲ ਕੀ ਚਾਹੀਦਾ? ਇਹਦਾ ਜੀ ਦਾ ਹੁਣ ਤਾਂ ਚਲੋ ਆਪਾਂ 4 ਲੇਨ ਬਣਾ ਲੈਂਦੇ ਆ, ਆਪਾਂ ਹੁਣ ਉਦਾਂ ਹੀ ਕਹਿੰਦੇ ਹਾਈਪੋਥੈਟਿਕਲੀ 4 ਲੇਨ ਬਣ ਗਏ ਆਪਣੇ, ਕੱਲ੍ਹ ਨੂੰ ਆਪਣੀ ਪਾਪੂਲੇਸ਼ਨ ਵਧੀ ਜਾਣੀ ਹੈ, ਇਮੀਗ੍ਰੇਸ਼ਨ ਵੀ ਹੋਈ ਜਾਣੇ, ਐਵਰੀਬਡੀ ਇਜ਼ ਗਰੋਇੰਗ, ਸਾਰੇ ਮੂਵ ਹੋਈ ਜਾਂਦੇ ਆ। ਉਹ ਬੈਂਡ-ਏਡ ਸੋਲੂਸ਼ਨ ਹੀ ਹੈ ਜੀ। ਆਪਾਂ ਨੂੰ ਹੁਣ 10-15 ਸਾਲ ਮੂਹਰੇ ਦੇਖਣਾ ਪੈਣਾ ਕੀ ਆਪਾਂ ਕਰ ਸਕਦੇ ਹਾਂ, ਕਿਹੜੀ ਆਪਣੀ ਪ੍ਰੋਵਿੰਸ਼ੀਅਲ ਗਵਰਨਮੈਂਟ, ਫੈਡਰਲ ਗਵਰਨਮੈਂਟ, ਮਿਊਨਿਸਪੈਲਿਟੀ ਵੀ ਕੀ, what can we do together? ਇੱਥੇ ਆਪਣੀ ਕੁਛ ਰੇਲ ਚਾਹੀਦੀ ਹੈ ਜੀ, ਦੈਟ ਬੰਦਾ ਹੁਣ ਕਿਹੜਾ ਕੰਮ ਤੇ ਜਾਂਦਾ ਐਬਸਫੋਰਡ ਤੋਂ ਸਿੱਧਾ ਇੱਕ ਕਾਰ ਇਕੱਲਾ ਹੀ ਜਾਂਦਾ ਹੈ, ਉਹ ਕਿੰਨੀਆਂ ਕਾਰਾਂ ਇਕੱਲੇ ਹੁੰਦੀਆਂ। ਅੱਛਾ, ਤੁਹਾਨੂੰ ਇਹਦੇ ਪਿੱਛੇ ਕੋਈ ਪੋਲੀਟਿਕਸ ਲੱਗਦੀ ਹੈ? ਵੀ ਗੱਲ ਤਾਂ ਬੜੀ ਸਿੱਧੀ ਆ, ਉੱਥੋਂ ਕੋਈ ਨਾ ਕੋਈ ਟਰਾਂਸਪੋਰਟੇਸ਼ਨ ਇੱਥੇ ਨੂੰ ਦੇ ਦਿਓ, ਉੱਥੇ ਦੀ ਜਿਹੜੇ ਘਰ ਘਰ ਉਹ ਵੀ ਸਸਤੇ ਹੋ ਜਾਣਗੇ, ਲੋਕ ਵੀ ਸੌਖੇ ਹੋ ਜਾਣਗੇ ਤੇ ਟ੍ਰੈਫਿਕ ਵੀ ਘੱਟ ਜਾਊਗਾ। ਇਹ ਨਹੀਂ ਹੋ ਰਿਹਾ, ਇਹਦੇ ਪਿੱਛੇ ਵੀ ਕੋਈ ਰਾਜਨੀਤੀ ਹੋ ਸਕਦੀ ਹੈ? ਜ਼ਰੂਰ ਹੋਣੀ ਹੈ ਜੀ। ਹੁਣ ਕਿਵੇਂ ਕਨਾਲ ਕਹਿੰਦਾ ਸੀ ਆਪਣੀ ਪਹਿਲਾਂ ਸਰਕਾਰ ਲਿਬਰਲ ਦੀ ਸੀ, ਚਲੋ ਅਨਾਉਂਸ ਹੋ ਗਿਆ, ਹੁਣ ਮੈਸੀ ਦਾ ਦੇਖੋ ਟਨਲ ਦਾ, ਜੀ ਟਨਲ ਦਾ ਹੁਣ ਕਿਉਂ ਟਨਲ ਬਣਾਉਣਾ ਹੈ ਆਪਾਂ,
ਉਹ ਠੀਕ ਹੈ ਬ੍ਰਿਜ ਬਣਾ ਲਓ ਤੁਸੀਂ, ਬਟ ਨਹੀਂ ਗਵਰਨਮੈਂਟ ਦੇ ਵੱਲੋਂ ਨਹੀਂ ਕਿ ਇਹ ਇਦਾਂ ਹੀ ਹੁੰਦਾ ਜੀ ਜਦੋਂ ਗਵਰਨਮੈਂਟ ਚੇਂਜ ਹੁੰਦੇ ਆ ਕਹਿੰਦੇ ਵੀ ਉਹਦੇ ਤੇ ਟੋਲ ਨਹੀਂ ਲਾਉਣਾ, ਟਨਲ ਬਣਾਵਾਂਗੇ ਤੇ ਟੋਲ ਨਹੀਂ ਲਾਉਣਾ, ਤੇ ਉਹਦੇ ਤੇ ਜਿਹੜਾ ਡੇਂਜਰਸ ਗੁੱਡਸ ਵਗੈਰਾ ਜਾਣਾ ਇਜ਼ ਵੈਰੀ ਵੈਰੀ ਰਿਸਕੀ। ਵੈਰੀ ਗੁੱਡ ਜੀ। ਤੇ ਜੇ ਉੱਥੇ ਟਨਲ ਦੀ ਤੁਹਾਨੂੰ ਬ੍ਰਿਜ ਹੋਣਾ ਜਾਵੇ ਇਜ਼ ਮਚ ਬੈਟਰ। ਨਵਰੂਪ ਜੀ, ਇਹ ਇਸ਼ੂ ਤੁਹਾਨੂੰ ਲੱਗਦਾ ਵੀ ਤੁਸੀਂ ਇੰਡੀਆ ਦੀ ਪੋਲੀਟਿਕਸ ਵੀ ਦੇਖਦੇ ਆ, ਇੱਥੇ ਵੀ ਪੋਲੀਟਿਕਸ ਦੇਖਦੇ ਹੋ, ਕੋਈ ਫਰਕ ਲੱਗਦਾ ਕਿ ਪੋਲੀਟੀਸ਼ੀਅਨ ਹਰ ਜਗ੍ਹਾ ਇੱਕੋ ਜਿਹੇ ਨੇ? ਦੇਖੋ ਵਪਾਰੀ ਜਿਹੜਾ ਨਾ ਉਹ ਹਰ ਜਗ੍ਹਾ ਇੱਕ ਵਪਾਰੀ ਹੁੰਦਾ ਹੈ। ਬਿਲਕੁਲ ਸਹੀ ਹੈ। ਤੇ ਜਿਹੜਾ ਰਾਜਨੀਤਿਕ ਹੁੰਦਾ ਹੈ ਉਹ ਹਰ ਜਗ੍ਹਾ ਰਾਜਨੀਤਿਕ ਹੀ ਹੁੰਦਾ ਹੈ। ਭਾਸ਼ਾ ਦਾ ਫਰਕ ਹੁੰਦਾ, ਵੇਸ਼-ਭੂਸ਼ਾ ਦਾ ਫਰਕ ਹੁੰਦਾ ਤੇ ਸੋਚ ਲਗਭਗ ਇੱਕੋ ਜਿਹੀ ਹੁੰਦੀ ਹੈ। ਹੁਣ ਮੈਂ ਯਾਦ ਕਰਦਾ ਜਦੋਂ ਮੈਂ ਨਵਾਂ ਆਇਆ ਤਾਂ ਗਰੀਬਦਾਸ ਜਿਹਾ ਸੀ, ਮੈਂ ਉੱਧਰੋਂ ਕੰਮ ਤੋਂ ਆਇਆ, ਸਰੀ ਤੋਂ ਇੱਧਰ ਆਉਣਾ ਸੀ ਇੱਥੇ ਐਬਸਫੋਰਡ। ਉਸ ਦਿਨ ਮੇਰੇ ਕੋਲ ਕਾਰ ਨਹੀਂ ਸੀ, ਸਾਡੇ ਕੋਲ ਇੱਕੋ ਹੀ ਕਾਰ ਸੀ, ਤਾਂ ਉਸ ਦਿਨ ਮੇਰੇ ਕੋਲ ਨਹੀਂ ਸੀ ਕਾਰ। ਜੀ ਜੀ। ਉੱਥੋਂ ਪਹਿਲਾਂ ਤਾਂ ਮੈਨੂੰ 1 ਘੰਟਾ ਉੱਥੇ ਬੱਸ ਦੀ ਵੇਟ ਕਰਨੀ ਪਈ। ਉਹ ਕਹਿੰਦੇ ਵੀ ਆਹ ਨੰਬਰ ਆਊਗੀ ਤੇ ਉਸ ਨੰਬਰ ਤੇ ਤੁਸੀਂ ਚੜਿਓ। ਉਹਦੇ 'ਚ ਬੈਠੇ ਉਹ ਮੈਨੂੰ ਅੱਧਾ ਕੁ ਦਿਨ ਘੁਮਾਉਂਦੀ ਰਹੀ ਤੇ ਫਿਰ ਵੀ ਉਹ ਕਹਿੰਦੇ ਵੀ ਐਲਡਰ ਗਰੁੱਪ ਤੱਕ ਹੈਗਾ, ਹੁਣ ਗਾਂ ਦਾ ਫਿਰ ਇੰਤਜ਼ਾਮ ਕਰੋ। ਜਦ ਨੂੰ ਮੇਰਾ ਹੋਰ 2 ਘੰਟਿਆਂ ਬਾਅਦ ਵਾਪਸ ਕੰਮ ਤੇ ਦੁਬਾਰਾ ਜਾਣ ਦਾ ਟਾਈਮ ਹੋ ਹੁਣ ਇਹ ਕਿੰਨਾ ਕੁ ਔਖਾ ਕੰਮ ਹੈ ਕਿ ਇੱਥੋਂ ਬੱਸਾਂ ਜਿਹੜੀਆਂ ਉਹ ਸਿੱਧੀਆਂ ਸਰੀ ਨੂੰ ਨਹੀਂ ਜਾ ਸਕਦੀਆਂ, ਵੈਨਕੂਵਰ ਨੂੰ ਨਹੀਂ ਜਾ ਸਕਦੀਆਂ। ਜਾਂ ਇਹ ਕਿੱਡੀ ਕੁ ਰਾਕਟ ਸਾਇੰਸ ਹੈ ਵੀ ਇਹਦੇ ਲਈ ਵੀ ਸਾਨੂੰ ਬਹੁਤ ਰਿਸਰਚ ਕਰਨੀ ਪੈਣੀ ਹੈ ਵੀ ਇੱਥੋਂ ਛੁੱਕ ਕਰਦੀ ਟ੍ਰੇਨ ਭੱਜੀ ਜਾਵੇ, ਅੱਧੇ ਘੰਟੇ ਬਾਅਦ ਦੂਸਰੀ ਜਾਵੇ, ਸੜਕਾਂ ਸਾਰੀਆਂ ਖਾਲੀ ਹੋ ਜਾਣੀਆਂ, ਅੱਧੀਆਂ ਸੜਕਾਂ ਖਾਲੀ ਹੋ ਜਾਣੀਆਂ। ਜਦੋਂ ਆਪਾਂ ਕਹਿੰਦੇ ਆ ਕਿ ਅਸੀਂ ਵਾਤਾਵਰਨ ਨੂੰ ਨਾ ਬਚਾਈਏ, ਅਸੀਂ ਆ ਜਿਹੜਾ ਹੈਗਾ ਤੇਲ ਦੀ ਖਪਤ ਘੱਟ ਹੋਵੇ, ਇਹ ਹੋਵੇ, ਤਾਂ ਉਹਦੇ 'ਚ ਯੋਗਦਾਨ ਤਾਂ ਸਰਕਾਰਾਂ ਆਪ ਪਾਉਣ ਡਈਆਂ ਨੇ। ਲੋਕ ਪਰੇਸ਼ਾਨ ਨੇ, ਬਹੁਤ ਸਾਰੇ ਲੋਕ ਆ ਜਿਨ੍ਹਾਂ ਦਾ ਕਾਰ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ, ਜਿੰਨੇ 2 ਕਾਰਾਂ ਦੀ ਜਗ੍ਹਾ 1 ਕਾਰ ਨਾਲ ਕੰਮ ਚੱਲ ਸਕਦਾ ਹੈਗਾ। ਪਰ ਇਹਦੇ ਪਿੱਛੇ ਹੁਣ ਪੈਸਿਆਂ ਦੀ ਘਾਟ ਆ ਜਾਂ ਮਤਲਬ ਕੋਈ ਦਿਸ਼ਾਹੀਣ ਹੋ ਗਿਆ ਹੈਗਾ ਤੰਤਰ, ਇਹ ਤਾਂ ਉਹਨਾਂ ਨੂੰ ਹੀ ਪਤਾ ਹੈ। ਗੁਰਮੀਤ, ਤੁਹਾਨੂੰ ਕੀ ਲੱਗਦਾ ਕੀ ਸੋਲੂਸ਼ਨ ਹੋ ਸਕਦਾ ਇਸ਼ੂ ਦਾ? I think solutions ਬਹੁਤ ਔਖੇ ਨੇ ਐਬਸਫੋਰਡ ਲਈ ਕੱਢਣੇ, ਕਿਉਂਕਿ ਐਬਸਫੋਰਡ ਹਮੇਸ਼ਾ ਇੱਕ ਪਾਰਟੀ ਨੂੰ ਫੇਵਰ ਕਰਦਾ। ਸੋ ਜਿਹੜੀ ਉਹ ਸਰਕਾਰ, ਉਹਨਾਂ ਨੂੰ ਪਤਾ ਕਿ ਸਾਡੀ ਪਾਰਟੀ ਨੇ ਕਦੇ ਐਬਸਫੋਰਡ ਦੇ ਵਿੱਚ ਰੂਲ ਨਹੀਂ ਕਰਨਾ, ਤੇ ਜਿਹਨੂੰ ਅਸੀਂ ਵੋਟ ਕਰਦੇ ਆ ਉਹਨੂੰ ਆਇਆ ਵੀ ਇਹ ਤਾਂ ਸਾਡੀ ਸੀਟ ਪੱਕੀ ਆ। ਸੋ ਦੋਨੇ ਜਿਹੜੀਆਂ ਪਾਰਟੀਆਂ ਨੇ ਉਹ ਐਬਸਫੋਰਡ ਨੂੰ ਇਗਨੋਰ ਕਰਦੀਆਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ, ਇੱਕ ਪਾਰਟੀ ਨੂੰ ਤਾਂ ਲੱਗਦਾ ਵੀ ਸਾਡੀ ਸੀਟ ਇੱਥੇ ਪੱਕੀ ਆ, ਤੇ ਦੂਜੀ ਨੂੰ ਲੱਗਦਾ ਵੀ ਅਸੀਂ ਕਦੇ ਐਬਸਫੋਰਡ ਦੇ ਵਿੱਚ ਰੂਲ ਨਹੀਂ ਕਰਨਾ ਹੈਗਾ, ਇਸ ਕਰਕੇ ਉਹ ਇਗਨੋਰ ਕਰਦੇ ਐਬਸਫੋਰਡ ਨੂੰ। ਹੁਣ ਆਪਾਂ ਦੇਖਦੇ ਹਾਂ ਸਰੀ ਦੇ ਵਿੱਚ ਕਈ ਸਵਿੰਗ ਰਾਈਡਿੰਗਸ ਨੇ, ਮੇਪਲ ਰਿਜ, ਪਿਟ ਮੈਡੋਜ਼ ਦੇ ਵਿੱਚ ਕਈ ਸਵਿੰਗ ਰਾਈਡਿੰਗਸ ਨੇ, ਤੇ ਜਿਹੜੇ ਸਾਡੇ ਦੋਨੇ ਲੀਡਰ ਨੇ ਉਹ ਉਹਨਾਂ ਰਾਈਡਿੰਗਾਂ ਦੇ ਵਿੱਚ ਕਿੰਨੇ ਵਾਰੀ ਗਿਆ, ਕਿੰਨੇ ਪ੍ਰੋਮਿਸਿਸ ਕੀਤੇ ਆ, ਤੇ ਐਬਸਫੋਰਡ ਦੇ ਵਿੱਚ ਕਦੇ ਕੋਈ ਵੀ ਲੀਡਰ ਆਉਂਦਾ ਨਹੀਂ ਹੈਗਾ ਤੇ ਨਾ ਹੀ ਕੋਈ ਪ੍ਰੋਮਿਸ ਕੀਤੇ ਜਾਂਦੇ ਆ। ਸੋ ਆਈ ਥਿੰਕ ਇਹ solution ਬਹੁਤ ਔਖੇ ਨੇ ਲੱਭਣੇ, ਕਿਉਂਕਿ the parties are in it to win it, and ਉਹਨਾਂ ਨੂੰ ਜਿਹੜੇ citizens ਨੇ ਐਬਸਫੋਰਡ ਦੇ, ਉਹਨਾਂ ਦੇ ਬਾਰੇ ਜ਼ਿਆਦਾ ਕੋਈ ਕੇਅਰ ਨਹੀਂ ਹੈਗੀ। ਜੀ ਸੇਖੋਂ ਸਾਹਿਬ ਕੀ ਕਹਿੰਦੇ ਹੋ ਇਸ ਮੁੱਦੇ ਤੇ? ਜੀ ਸਹੀ ਕਹਿੰਦੇ ਜੀ, ਬਣਾ ਦੇਣ ਤਾਂ ਹਾਈਵੇ ਵਧੀਆ, ਲਾਈਫ ਥੋੜੀ ਸੌਖੀ ਹੋ ਜੂਗੀ। ਜਦੋਂ ਸਵੇਰੇ ਜਾਈਦਾ, ਮੈਂ 86 ਦੇ ਵੀ ਜਾਂਦਾ ਹੁੰਦਾ ਸੀਗਾ ਟਰੱਕ ਲੈ ਕੇ, ਬਹੁਤ ਟ੍ਰੈਫਿਕ ਬਹੁਤ ਘੱਟ ਹੁੰਦੀ ਸੀ। ਅੱਛਾ ਜੀ। ਤੇ ਆ ਹੁਣ ਜੇ 4 ਵਜੇ ਨਿਕਲ ਜਾਈਏ, 4:30 ਵਜੇ ਤਾਂ ਠੀਕ ਆ, ਤੇ ਨਹੀਂ ਤਾਂ ਫਿਰ ਬੰਪਰ ਟੂ ਬੰਪਰ ਹੀ ਹੁੰਦਾ। ਹੱਲ ਕੀ ਹੈ? ਹੱਲ ਤਾਂ ਇਹ ਹੈ ਜੀ, ਇਹਨਾਂ ਨੂੰ ਚਿਲਾ ਵੈਗ ਤੱਕ, ਘੱਟੋ ਘੱਟ ਚਿਲਾ ਵੈਗ ਤੱਕ ਤੈਨੂੰ ਕਰਨੀਆਂ ਚਾਹੀਦੀਆਂ, ਛਾੜ ਲੈਣ ਅਦਰਵਾਈਜ਼ ਹੋਪ ਤੱਕ ਚਾਹੀਦੀਆਂ, ਕਿਉਂਕਿ ਲਾਟ ਆਫ ਪੀਪਲ ਬਹੁਤ ਹੋਪ ਨੂੰ ਵੀ ਮੂਵ ਹੋਈ ਜਾਂਦੇ ਆ ਹੋਪ ਤੱਕ। ਹੋਪ ਵੀ, ਇੱਕ ਦਿਨ ਮੈਂ ਗਿਆ ਸੀ ਉੱਥੇ ਕੰਮ ਕਰਨ, ਉੱਥੇ ਹੋਪ ਵੀ ਘਰ ਨਹੀਂ ਮਿਲਦੇ ਜੀ। ਜੀ ਤਲਵਰ ਸਾਹਿਬ, ਤੁਹਾਨੂੰ ਕੀ ਲੱਗਦਾ ਆਖਰ ਦੇ ਵਿੱਚ ਕਿੱਥੇ ਕਨਕਲੂਡ ਕਰਦੇ ਹੋ? ਦਰਅਸਲ ਪਹਿਲੀ ਗੱਲ ਤਾਂ ਬਹੁਤ ਸੋਹਣੀ ਗੱਲ ਜਿਹੜੀ ਚੱਲੀ ਹੈ ਕਿ ਕਈ ਵਾਰੀ ਆ ਹੁੰਦਾ ਨਾ ਵੀ ਇਧਰਲਾ ਮੋਰਚਾ ਤੂੰ ਸਾਂਭ ਲਈ, ਇੱਧਰ ਆਉਣ ਦੀ ਲੋੜ ਨਹੀਂ, ਇੱਥੇ ਮੈਂ ਆਪੇ ਸਾਂਭ ਲੂੰ ਜੀ। ਨਾ ਹਾਈਵੇ ਦੀ ਲੋੜ ਆ, ਨਾ ਕਮਿਊਨਿਟੀ ਸੈਂਟਰ ਦੀ ਲੋੜ ਆ, ਨਾ ਫਾਰਮਰਸ ਦੀ ਲੋੜ ਆ, ਨਾ ਹੋਰ ਕੋਈ। ਇੱਥੇ ਵੋਟਾਂ ਆਪਣੀਆਂ ਪੱਕੀਆਂ। ਜਦੋਂ ਇਹ ਲਫ਼ਜ਼ ਪੱਕੀਆਂ ਆ ਜਾਂਦਾ ਨਾ, ਜਿਹੜਾ ਸਵਿੰਗ ਰਾਈਟਿੰਗ ਤੇ ਪੱਕੀਆਂ ਦੇ ਫਰਕ ਇਹੀ ਆ ਵੀ ਇੱਥੇ ਸੀਟਾਂ ਆਪਣੀਆਂ ਪੱਕੀਆਂ। ਇੱਕ ਹੌਸਲਾ ਛੱਡੀ ਬੈਠੀ ਹੈ ਪਾਰਟੀ, ਉਹ ਇਸ ਕਰਕੇ ਕਹਿੰਦੀ ਇੱਥੇ ਐਨਰਜੀ ਕਾਹਨੂੰ ਵੇਸਟ ਕਰਨੀ ਹੈ, ਤੇ ਦੂਜੇ ਕਹਿੰਦੇ ਵੀ ਇੱਥੇ ਕੋਈ ਕਰਨ ਦੀ ਲੋੜ ਹੀ ਨਹੀਂ, ਇਹ ਪੱਕੀਆਂ। ਬੜੀ ਅਜੀਬ ਸਥਿਤੀ ਹੈ ਜੀ, ਬੜੀ ਅਜੀਬ ਸਥਿਤੀ ਹੈ। ਤੇ ਇਹ ਗੱਲ ਹੋ ਰਹੀ ਹੈ, ਇੱਕ ਵਾਰੀ ਟੁੱਟਿਆ ਲਿਬਰਲ ਪਾਰਟੀ ਦੇ
ਮੰਚ ਤੋਂ ਜਦੋਂ ਜਤੀ ਸਿੱਧੂ ਇਥੋਂ ਟੋਰੀ ਪਾਰਟੀਆਂ ਦਾ ਲਗਾਤਾਰ ਰਿਹਾ ਫੈਡਰਲ ਪੱਧਰ ਤੇ ਲਿਬਰਲ ਦਾ ਰਿਹਾ BC ਲਿਬਰਲ ਦਾ ਰਿਹਾ ਪ੍ਰੋਵਿੰਸ਼ੀਅਲ ਲੈਵਲ ਤੇ ਐਬਸ ਬੋਰਡ ਦੀ ਲਗਾਤਾਰ ਹਿਸਟਰੀ ਰਹੀ ਹੈ। ਪਰ ਇੱਕ ਵਾਰ ਜ਼ਰੂਰ ਕੰਮ ਜਦੋਂ ਬਦਲਿਆ ਕਾਫੀ ਉਸ ਵੇਲੇ ਲੋਕਾਂ ਨੂੰ ਹੋਇਆ, ਪਰ ਮੁੜ ਕੇ ਫਿਰ ਉਸ ਹਿਸਾਬ ਦਾ ਸਿਸਟਮ ਹੈ। ਹੁਣ ਜਿਹੜੀ ਇਸ ਵੇਲੇ ਜ਼ਰੂਰਤ ਹੈ ਇਸ ਤਰ੍ਹਾਂ ਦੀ ਨਿਰਾਸ਼ਾਵਾਦੀ ਨਾ ਤਾਂ ਵੋਟਰਾਂ 'ਚ ਸੋਚ ਹੋਣੀ ਚਾਹੀਦੀ ਹੈ, ਹਰ ਕਿਸਮ ਦੀ ਵੋਟ ਆ ਜਿਹੜੀ ਉਹ ਉੱਠੇ ਉਹ ਅੱਗੇ ਆਵੇ, ਇਹ ਸੋਚ ਲੈਣਾ ਕਿ ਕੁਝ ਨਹੀਂ ਹੁੰਦਾ। ਪਰ ਅਫਸੋਸ ਜ਼ਰੂਰ ਹੈ ਐਂਡਰੂ ਵਿਲਕਨਸਨ ਬਨਾਮ ਜੌਨ ਹੌਰਗਨ, ਇਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ BC ਦਾ ਐਡਾ ਵੱਡਾ ਸ਼ਹਿਰ, ਪਰ ਕੈਪੀਟਾ ਇਨਕਮ ਦਾ ਮੁੱਖ ਸ਼ਹਿਰ, ਐਗਰੀਕਲਚਰ ਦਾ ਮੁੱਖ ਸ਼ਹਿਰ, ਡਾਈਵਰਸਿਟੀ ਦਾ ਮੁੱਖ ਸ਼ਹਿਰ, ਇਸ ਦੇ ਵਿੱਚ ਕਿੰਨੇ ਕੁ ਵਾਰ ਉਹ ਆਏ ਆ ਇਸ ਇਲੈਕਸ਼ਨ ਦੇ ਵਿੱਚ, ਬਾਤ ਨਹੀਂ ਪੁੱਛੀ। ਪੱਕਾ ਇੱਕ ਕਹਿੰਦਾ ਕੁਝ ਨਹੀਂ ਹੋਣਾ, ਇੱਕ ਕਹਿੰਦਾ ਸਭ ਕੁਝ ਜੇਬ 'ਚ ਹੈ। ਸੋ ਇਹ ਸਮੱਸਿਆ ਇਹਨਾਂ ਦੋਨਾਂ ਦੀ ਹੈ। ਤੇ ਮੈਂ ਇਹ ਸਮਝਦਾ ਕਿ ਇਹ ਗੱਲ ਨੂੰ ਜੇ ਅੱਜ ਲੋਕੀ ਇਸ ਤਰ੍ਹਾਂ ਸੋਚ ਰਹੇ ਆ, ਇਸ ਤਰ੍ਹਾਂ ਦੀ ਸੋਚ ਬਦਲੀ ਤਾਂ ਜਾ ਸਕਦੀ ਹੈ ਜੇ ਸੀਰੀਅਸਲੀ ਜਿਹੜਾ ਇਸ ਨੂੰ ਐਡਰੈਸ ਕੀਤਾ ਜਾਏ। ਇਸ਼ੂ ਜਿੰਨੇ ਵੀ ਆ ਅਸੀਂ ਤਾਂ ਕਹਿੰਦੇ ਆ ਕਿ ਵੋਟ ਜ਼ਰੂਰ ਪਾਓ। ਸਾਡੇ ਬਜ਼ੁਰਗਾਂ ਨੇ ਇੰਨਾ ਸਟਰਗਲ ਕੀਤਾ ਇਸ ਵੋਟ ਦੇ ਹੱਕ ਲਈ, ਤੇ ਅਸੀਂ ਜੇ ਵੋਟ ਨਹੀਂ ਪਾਉਂਦੇ ਤਾਂ ਫਿਰ ਦੂਜਿਆਂ ਨੂੰ ਦੋਸ਼ ਨਹੀਂ ਦੇ ਸਕਦੇ। ਹਾਂ, ਪੈਨਸ਼ਨ ਲੈ ਕੇ 4-4 5-5 ਵਾਰੀ ਸੀਟਾਂ ਪੱਕੀਆਂ ਕਰਕੇ ਚੁੱਪ ਕਰਕੇ ਬਹਿ ਜਾਣਾ ਤੇ ਆਪਣੀ ਮौज ਮਸਤੀ ਕਰਨੀ ਤੇ ਲੋਕਾਂ ਨੂੰ ਮੂਰਖ ਬਣਾ ਲੈਣਾ, 2-4 ਪੰਜਾਬੀ ਦੇ ਸ਼ਬਦ ਯਾਦ ਕਰਕੇ ਗੱਲਾਂ ਕਰਕੇ, ਇਹ ਕੋਈ ਬਹੁਤਾ ਨਹੀਂ। ਉਹਨਾਂ ਦੇ ਪਿੱਛੇ ਵੀ ਨਾ ਲੱਗੋ, ਅੱਖਾਂ ਖੋਲ ਕੇ ਚੱਲੋ। ਇਲੈਕਸ਼ਨ ਹੈ, ਇਲੈਕਸ਼ਨ ਦੇ ਵਿੱਚ ਇਕੱਲੇ ਰੰਗ ਨਸਲ ਨੂੰ ਨਾ ਸਮਝੋ, ਇਹ ਸਮਝੋ ਕਿ ਲਿਆਕਤ ਕਿੱਥੇ ਹੈ ਤੇ ਡਾਈਵਰਸਿਟੀ ਜਿਹੜੀ ਹੈ ਇਸੇ ਨਾਲ ਹੀ ਜਿਉਂਦੀ ਰਹੇਗੀ। ਸੋ ਮੇਰਾ ਤਾਂ ਇਹ ਵਿਚਾਰ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਕੁਨਾਲ ਸ਼ਰਮਾ ਜੀ, ਦੇਵ ਸਿੱਧੂ ਜੀ, ਨਵਰੂਪ ਜੀ, ਗੁਰਮੀਨ, ਹਰਮਿੰਦਰ ਸੇਖੋਂ ਜੀ, ਡਾਕਟਰ ਧਾਲੀਵਾਲ, ਤੁਸੀਂ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਡੇ ਸੱਦੇ ਤੇ ਇੱਥੇ ਆਏ, ਸਾਡੇ ਨਾਲ ਗੱਲਬਾਤ ਕੀਤੀ, ਆਪਣੇ ਵਿਚਾਰ ਸਾਂਝੇ ਕੀਤੇ ਜੀ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਦੋਸਤੋ, ਅੱਜ ਅਸੀਂ ਐਬਸਫੋਰਡ ਦੇ ਵਿੱਚ ਗਿਆਨਸ ਇੰਡੀਅਨ ਕੁਜ਼ੀਨ ਦੇ ਉੱਤੇ ਖਾਸ ਤੌਰ ਤੇ ਆਏ ਹਾਂ। ਗਿਆਨ ਸਵੀਟਸ ਐਂਡ ਰੈਸਟੋਰੈਂਟ ਬਹੁਤ ਪ੍ਰਸਿੱਧ ਇੱਥੇ ਦਾ, ਐਬਸਫੋਰਡ ਦਾ ਜਦੋਂ ਵੀ ਨਾਂ ਆਉਂਦਾ ਤਾਂ ਗਿਆਨ ਸਵੀਟਸ ਦਾ ਨਾਂ ਆਉਂਦਾ। ਇੱਥੇ ਅਸੀਂ ਆ ਕੇ ਅੱਜ ਇਹਨਾਂ ਦੇ ਨਾਲ ਗੱਲਬਾਤ ਕੀਤੀ ਆ। ਮੈਨੂੰ ਲੱਗਦਾ ਵੀ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਕੋਈ ਮੀਡੀਆ ਐਬਸਫੋਰਡ ਦੇ ਵਿੱਚ ਆ ਕੇ ਇੱਥੋਂ ਦੀ ਗੱਲਬਾਤ ਕਰ ਰਿਹਾ। ਸਾਰੀ ਗੱਲਬਾਤ ਸਰੀ ਵੈਨਕੂਵਰ ਦੇ ਵਿੱਚ ਹੀ ਸਿਮਟ ਕੇ ਰਹਿ ਜਾਂਦੀ ਹੈ ਸਾਊਥ ਏਸ਼ੀਅਨ ਮੀਡੀਆ ਦੀ। ਇੱਥੇ ਉਸ ਕਿਸਮ ਦੀ ਗੱਲਬਾਤ ਨਹੀਂ ਹੁੰਦੀ, ਪਰ ਬਹੁਤ ਹੀ ਡਾਈਵਰਸਿਟੀ ਵਾਲਾ, ਬਹੁਤ ਹੀ ਵੱਡੀ ਮਿਊਨਿਸਪੈਲਿਟੀ, ਪਰ ਇੱਥੇ ਦੀ ਜਿਹੜੀ ਪ੍ਰੋਬਲਮਸ ਦੇ ਵਿੱਚੋਂ ਗੱਲ ਸਾਹਮਣੇ ਉੱਭਰ ਕੇ ਆਉਂਦੀ ਉਹ ਬੜੀ ਅਜੀਬ ਆ ਔਰ ਬੜੀ ਇੱਕ ਮਤਲਬ ਵਿਡੰਬਨਾ ਆ ਇਹ ਕਿ ਇੱਕ ਪਾਰਟੀ ਨੂੰ ਲੱਗਦਾ ਸੀ ਜਿੱਤ ਜਾਣਾ, ਸਾਨੂੰ ਹਰਾਉਣ ਵਾਲਾ ਕੋਈ ਨਹੀਂ, ਇਸ ਕਰਕੇ ਸਾਨੂੰ ਧਿਆਨ ਦੇਣ ਦੀ ਲੋੜ ਨਹੀਂ। ਦੂਜੀ ਪਾਰਟੀ ਨੂੰ ਲੱਗਦਾ ਵੀ ਅਸੀਂ ਇੱਥੇ ਜਿੱਤਣਾ ਤਾਂ ਹੈ ਹੀ ਨਹੀਂ, ਅਸੀਂ ਇੱਥੇ ਜਾ ਕੇ ਆਪਣੀ એનર્ਜੀ ਕਿਉਂ ਵੇਸਟ ਕਰਨੀ। ਇਹ ਇੱਕ ਆਪਣੀ ਕਿਸਮ ਦੀ ਸਮੱਸਿਆ ਹੈ। ਬਹੁਤ ਸਾਰੀਆਂ ਦੀਆਂ ਸਮੱਸਿਆਵਾਂ ਜਿਹੜੀਆਂ ਇਹਨਾਂ ਨੇ ਖੁੱਲ੍ਹ ਕੇ ਸਾਡੇ ਨਾਲ ਸਾਂਝੀਆਂ ਕੀਤੀਆਂ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਕੁਝ ਨਵੀਆਂ ਸ਼ਖਸੀਅਤਾਂ ਦੇ ਨਾਲ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।